सत श्री अकाल, नमस्कार। ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੇ ਚੈਟ ਸ਼ੋਅ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਸਕੀਮ ਬਾਰੇ ਜਿਹੜੀ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੁਝ ਦੇਰ ਪਹਿਲਾਂ ਲਾਂਚ ਕੀਤੀ ਸੀ, ਬੇਟੀ ਬਚਾਓ ਬੇਟੀ ਪੜਾਓ। ਪਰ ਇਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ 1 ਮਿੰਟ ਜ਼ਰਾ ਸੋਚੋ, ਆ 21ਵੀਂ ਸਦੀ 'ਚ ਆ ਕੇ ਸਾਨੂੰ ਹੋ ਕੀ ਗਿਆ? ਅਸੀਂ ਰੋਜ਼ ਹੀ ਬਹਿ ਜਾਂਦੇ ਹਾਂ, ਕਦੀ ਪੇੜ ਬਚਾਓ, पर्यावरण बचाओ, बेटी बचाओ, शेर बचाओ, गंगा बचाओ। की हो गया? जदों रब ने दुनिया बनाई सी, की रब ने उदों कुड़ियां घट बनाईयां सी या पेड़ घट बनाए सी या कुछ ऐसा सीगा? नहीं। ये क्यों सानू कहना पै रहा है? क्योंकि असी इंसान ने दखल अंदाजी की प्रकृति दे नाल। ਹੁਣ ਉਹਨੂੰ ਸੁਧਾਰਨ ਲਈ ਵੀ ਸਭ ਤੋਂ ਵੱਡੀ ਚੀਜ਼ ਹੋਏਗੀ ਜੇ ਅਸੀਂ ਪ੍ਰਕਿਰਤੀ ਵਿੱਚ ਦਖਲਅੰਦਾਜ਼ੀ ਕਰਨੀ ਬੰਦ ਕਰ ਦਈਏ ਤਾਂ ਪ੍ਰਕਿਰਤੀ ਪਹਿਲੀ ਦੀ ਤਰ੍ਹਾਂ ਠੀਕ ਹੋ ਜਾਏਗੀ। ਇਸ ਵਿਚਾਰ ਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਚਲਾਉਂਦੇ ਹਾਂ, ਜਿਹੜਾ ਹੈ ਬੇਟੀ ਬਚਾਓ ਤੇ ਬੇਟੀ ਪੜਾਓ। ਇਸ ਦੇ ਵਿੱਚ ਸਾਡੇ ਕੋਲ ਕੁਝ ਐਕਸਪਰਟਸ ਨੇ। ਸਭ ਤੋਂ ਪਹਿਲੇ ਮੈਂ ਸਵਾਗਤ ਕਰਦੀ ਹਾਂ ਡਾਕਟਰ ਰੇਨੂ, ਜਿਹੜੇ ਕਿ ਸਿਵਲ ਸਰਜਨ ਲੁਧਿਆਣਾ ਤੋਂ ਨੇ। ਇਹਨਾਂ ਦੇ ਨਾਲ ਸਾਡੇ ਕੋਲ ਬੈਠੇ ਨੇ श्री मिस जैसनदीप जी, ਜਿਹੜੇ ਕਿ PCS एलाइड ਦੇ ਵਿੱਚ ਹੁਣੇ ਹੀ ਸਿਲੈਕਟ ਹੋਏ ਨੇ, ਸਾਡੀ ਹੋਣਹਾਰ ਬੱਚੀ ਨੇ। ਇਹਨਾਂ ਦੇ ਨਾਲ ਨੇ ਸਾਡੇ ਕੋਲ ਸ਼੍ਰੀ RL ਚੌਹਾਨ, ਜਿਹੜੇ ਕਿ ਰਿਟਾਇਰਡ ਸਿਵਲ ਜੱਜ ਨੇ ਸੀਨੀਅਰ ਡਿਵੀਜ਼ਨ ਦੇ। ਬੱਚੀ ਲਈ ਤਾਲੀਆਂ ਘੱਟ ਕਿਉਂ ਸੀਗੀਆਂ ਬਈ? ਇਹੀ ਵੰਡ ਹੋ ਗਈ। ਇਸ ਦੇ ਨਾਲ ਸਾਡੇ ਕੋਲ ਨੇ ਡਾਕਟਰ ਰਾਜੀਵ ਅਰੋੜਾ, ਜਿਹੜੇ ਕਿ ਵਾਈਸ ਪ੍ਰਿੰਸੀਪਲ ਨੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ। ਇੱਕ ਗੱਲ ਹੋਰ ਹੋ ਗਈ ਵੀ, ਜੇ ਰੇਨੂ ਜੀ ਲਈ ਤਾਲੀਆਂ ਵਜਾਈਆਂ ਹੀ ਨਹੀਂ ਤੁਸੀਂ, ਹੁਣ ਇਹਨਾਂ ਲਈ 2 ਵਾਰੀ ਵਜਾਓ, ਲੇਟ ਵਜਾਈਆਂ। ਉਸ ਦੇ ਨਾਲ ਸਾਡੇ ਕੋਲ ਨੇ ਡਾਕਟਰ HS ਬਾਲੀ, ਜਿਹੜੇ ਕਿ ਐਡੀਸ਼ਨਲ ਡਾਇਰੈਕਟਰ ਹੈਲਥ पंजाब ने। हुण ये जिहड़ी गल आ रही है कि असी पहले गल की कि बेटी बचाओ, सानू सब नू पता है असी क्यों गल कर रहे हैं, और ये भी पता है कि पिछले इन्ने सालों तो सरकारां की कुछ कर रही हैं, डिफरेंट NGOs की कुछ कर रहे हैं, साढ़े चो कुछ अवेयर सिटीजनस है जिहड़े अपने अपने पक्षों भी कोशिश कर रहे हैं, और अगे नालों सुधार भी थोड़ा बहुत आया है, पर हाले बहुत दी लोड़ है, बहुत ज़्यादा दी लोड़ है। सो असी गलबात की शुरुआत इत्थों ही करते हैं। सब तो पहले तो कि बच्ची बचाओ क्यों कहना पिया है, क्योंकि असी सब जानते हैं, और उस चीज़ दे विच पंजाब सब तो अगे निकल गया कि बच्ची उचारी नूं तां जन्म ही नहीं लैण दिता जांदा सी। ਉਹ ਕਿੰਨੀ ਮਾੜੀ ਗੱਲ ਹੋ ਗਈ ਸੀਗੀ। ਉਹਦੇ ਲਈ ਹੁਣ ਅੱਜ ਸਰਕਾਰ ਨੇ ਕੀ ਸਕੀਮਸ ਚਲਾਈਆਂ ਨੇ, ਜਿਹੜੀਆਂ ਕਿ ਪਹਿਲੀਆਂ ਸੀਗੀਆਂ ਉਹਨਾਂ ਨੂੰ ਮੋਡੀਫਾਈ ਕੀਤਾ। ਇਹਦੇ ਬਾਰੇ ਸਾਨੂੰ ਜਾਣਕਾਰੀ ਡਾਕਟਰ ਬਾਲੀ ਜੀ ਨੂੰ ਮੈਂ ਰਿਕੁਐਸਟ ਕਰਦੀ ਹਾਂ ਕਿ ਸਾਨੂੰ ਦੱਸੋ। ਦੇਖੋ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਲੜਕੀਆਂ ਵਾਸਤੇ ਜੋ ਆਪਣੀ ਪੰਜਾਬ ਸਰਕਾਰ ਹੈ, ਇਹਨਾਂ ਨੇ ਜੋ ਸਕੀਮਾਂ ਚਲਾਈਆਂ, ਜੋ ਇਹਨਾਂ ਦੀ ਆਪਣਾ ਬਹੁਤ ਜ਼ਿਆਦਾ ਫੇਵਰ ਜਾਂਦੀਆਂ ਨੇ। ਸਭ ਤੋਂ ਪਹਿਲਾਂ ਇਹ ਵੀ 0 ਤੋਂ ਆਪਣਾ 5 ਸਾਲ ਦੀਆਂ ਲੜਕੀਆਂ ਆਪਣੇ ਪੰਜਾਬ 'ਚ ਕਿਤੇ ਵੀ ਨੇ, ਉਹਨਾਂ ਦਾ ਜੋ ਇਲਾਜ ਹੈ ਉਹ ਸਾਡੇ ਜਿਹੜੇ ਸਰਕਾਰੀ ਹਸਪਤਾਲ ਆ ਉਹਦੇ ਵਿੱਚ ਆਪਣਾ ਬਿਲਕੁਲ ਮੁਫਤ ਹੈ। ਚਾਹੇ ਉਹ ਆਊਟਡੋਰ ਦਾ ਇਲਾਜ ਹੈ, ਚਾਹੇ ਇਨਡੋਰ ਦਾ। ਉਹਨਾਂ ਦੀ ਪਰਚੀ, ਆਪਣੀ ਫੀਸ ਵੀ ਆਪਣਾ ਬਿਲਕੁਲ ਆਪਣਾ ਫ੍ਰੀ ਹੈ। ਇਹ ਇੱਕ ਸਭ ਤੋਂ ਵੱਡਾ ਅਹਿਮ ਕਦਮ ਹੈ ਆਪਣੇ ਪੰਜਾਬ ਸਰਕਾਰ ਦਾ ਕਿ 0 ਤੋਂ 5 ਸਾਲ ਦੀਆਂ ਜਿੰਨੀਆਂ ਲੜਕੀਆਂ ਨੇ ਉਹਨਾਂ ਦਾ ਇਲਾਜ ਬਿਲਕੁਲ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਮੁਫਤ ਹੈ। ਸੈਕਿੰਡ ਸਕੀਮ ਇੱਕ ਹੋਰ ਹੈ, ਉਹ ਹੈ ਆਪਣਾ ਬਾਲੜੀ ਰੱਖਿਆ ਯੋਜਨਾ। ਜੋ ਬਾਲੜੀ ਰੱਖਿਆ ਯੋਜਨਾ ਇਹ ਇੱਕ ਆਪਣਾ ਪੰਜਾਬ ਸਰਕਾਰ ਦੀ ਆਪਣੀ ਸਕੀਮ ਹੈ। ਇਹਦੇ ਤਹਿਤ ਜੋ ਇੱਕ ਯੋਗ ਜੋੜਾ ਹੁੰਦਾ ਹੈ, ਉਹਦੀ ਅਗਰ ਇੱਕ ਲੜਕੀ ਹੋਵੇ, ਇੱਕ ਲੜਕੀ ਤੋਂ ਬਾਅਦ ਉਹ ਆਪਣਾ ਨਸਬੰਦੀ ਜਾਂ ਨਾਲਬੰਦੀ ਦਾ ਆਪਰੇਸ਼ਨ ਆਪਣਾ ਕਰਵਾ ਲੈਣ, ਤਾਂ ਉਹਦੀ ਇੱਕ ਲੜਕੀ ਨੂੰ 1000 ਰੁਪਇਆ 1 ਮਹੀਨੇ ਦਾ ਉਹਦਾ ਵਜ਼ੀਫਾ ਲੱਗ ਜਾਏਗਾ ਸਰਕਾਰ ਵੱਲੋਂ 18 ਸਾਲ ਦੀ ਉਮਰ ਤੱਕ। ਜਾਂ ਜੇ 2 ਲੜਕੀਆਂ ਹੋਣ, ਉਸ ਤੋਂ ਬਾਅਦ ਉਹਨਾਂ ਨੇ ਆਪਰੇਸ਼ਨ ਕਰਾਇਆ ਹੋਵੇ, ਤਾਂ 500 ਰੁਪਇਆ ਆਪਣਾ ਪ੍ਰਤੀ ਲੜਕੀ ਉਹਨਾਂ ਦੇ ਖਾਤੇ ਵਿੱਚ ਆਪਣੇ ਪੈਸੇ ਜਮ੍ਹਾਂ ਹੋ ਜਾਣਗੇ ਜਦ ਤੱਕ ਉਹ ਬੱਚੀਆਂ 18 ਸਾਲ ਦੀਆਂ ਨਹੀਂ ਹੋ ਜਾਂਦੀਆਂ। ਇਹ ਇੱਕ ਬਹੁਤ ਅੱਛੀ ਸਕੀਮ ਹੈ। ਇਹਦੀ ਸ਼ਰਤ ਇਹ ਹੈ ਵੀ ਜੋ ਮੀਆਂ ਬੀਬੀ ਹੈ ਉਹ ਸਰਕਾਰੀ ਮੁਲਾਜ਼ਮ ਨਾ ਹੋਣ, ਇਨਕਮ ਟੈਕਸ ਨਾ ਪੇ ਕਰਦੇ ਹੋਣ, ਉਹ ਆਪਣਾ BPL ਫੈਮਿਲੀ ਦੇ ਵਿੱਚ ਹੋਣ, ਅਤੇ ਉਹਨਾਂ ਦਾ ਜੋ ਉਮਰ ਹੈ ਉਹ 40 ਸਾਲ ਤੋਂ ਆਪਣਾ ਘੱਟ ਹੋਵੇ। ਜੋ ਛੋਟੀ ਬੱਚੀ ਹੈ ਉਹਦੀ ਉਮਰ 5 ਸਾਲ ਤੋਂ ਘੱਟ ਹੋਵੇ। ਇਹਨੂੰ ਕਹਿੰਦੇ ਬਾਲੜੀ ਰੱਖਿਆ ਯੋਜਨਾ। 680 ਲਾਭਪਾਤਰੀ
ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ। ਇਹ ਬਹੁਤ ਅੱਛੀ ਸਕੀਮ ਹੈ। ਇਹ ਸਕੀਮ ਮੇਨਲੀ ਲੜਕੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਹ ਜੋ ਸਕੀਮ ਹੈ ਇਹ ਲਾਗੂ ਕੀਤੀ ਜਾ ਰਹੀ ਹੈ। ਇੱਕ ਮੈਂ ਵਿੱਚ ਟੋਕ ਕੇ ਥੋੜਾ ਜਿਹਾ ਇਹ ਕਹਿਣੀ ਹੈ, ਜੇ ਸਾਡੇ ਇੱਥੇ ਜਿੰਨੀ ਆਡੀਅנס ਬੈਠੀ, ਜੇ ਤੁਹਾਨੂੰ ਕਿਤੇ ਕੋਈ ਲੱਗੇ ਕਿ ਐਕਚੁਅਲ ਜਾ ਕੇ ਸਾਨੂੰ ਇਹ ਦਿੱਕਤ ਆਂਦੀ ਤਾਂ ਇਸ ਵੇਲੇ ਜ਼ਰੂਰ ਪੁੱਛਿਓ, ਠੀਕ ਹੈ ਜੀ ਡਾਕਟਰ ਸਾਹਿਬ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਜੋ ਲੇਡੀ ਜਦੋਂ ਗਰਭਵਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਉਹਦੀ ANC ਕਰਦੇ ਹਾਂ, ਰਜਿਸਟ੍ਰੇਸ਼ਨ ਆਪਣਾ ਕਰਦੇ ਹਾਂ। ਜਦੋਂ ਕਿਸੇ ਸਰਕਾਰੀ ਹਸਪਤਾਲ ਜਾਂਦੀ ਹੈ ਉਹਨੂੰ ਰਜਿਸਟਰ ਕੀਤਾ ਜਾਂਦਾ ਹੈ। ਜਦੋਂ ਲੇਡੀ ਰਜਿਸਟਰ ਹੋ ਗਈ ਉਸ ਤੋਂ ਬਾਅਦ ਬੱਚਾ ਹੋਣ ਤੱਕ ਉਹਦਾ ਇਲਾਜ ਬਿਲਕੁਲ ਫ੍ਰੀ ਹੈ। ਉਹਦੀ ਪਰਚੀ ਫੀਸ ਫ੍ਰੀ ਹੈ, ਉਹਦੇ ਟੈਸਟ ਫ੍ਰੀ ਨੇ, ਉਹਦਾ ਚੈੱਕਅਪ ਫ੍ਰੀ ਹੈ। ਉਹਨੇ ਕੋਈ ਅਲਟਰਾਸਾਊਂਡ ਕਰਾਉਣਾ ਹੈ, ਕੋਈ ਹੋਰ ਟੈਸਟ ਕਰਾਉਣਾ ਹੈ, ਕੋਈ ECG ਕਰਾਉਣੀ ਹੈ, ਕਿਸੇ ਡਾਕਟਰ ਨੂੰ ਦਿਖਾਉਣਾ ਹੈ, ਆਪਣਾ ਖੂਨ ਬਲਗਮ ਥੁੱਕ ਪਿਸ਼ਾਬ ਜੋ ਵੀ ਟੈਸਟ ਕਰਾਉਣਾ ਹੈ ਇਹ ਟੋਟਲੀ ਫ੍ਰੀ ਹੈ ਆਪਣੇ ਪੰਜਾਬ ਸਰਕਾਰ ਵੱਲੋਂ। ਅਰੇ ਬੜੀ ਜਿਹੜੀ ਕਿ ਪ੍ਰੈਕਟੀਕਲ ਗੱਲ ਹੈ। ਅਸੀਂ ਵੇਖਦੇ ਹਾਂ ਕਿ ਵਾਕਈ ਉਹਨਾਂ ਦਾ ਇੱਕ ਪੈਸਾ ਨਹੀਂ ਲੱਗਦਾ। ਤੇ ਜਦੋਂ ਲੇਡੀ ਆਪਣਾ ਪਹਿਲੇ 3 ਮਹੀਨੇ ਬਾਅਦ ਅਸੀਂ ਉਹਦੀ ਰਜਿਸਟ੍ਰੇਸ਼ਨ ਕਰਦੇ ਹਾਂ, ਫਿਰ ਅਗਲੇ 3 ਮਹੀਨੇ ਬਾਅਦ ਤੇ ਅਸੀਂ ਉਹਦੀਆਂ 3 ਐਂਟੀਨੇਟਲ ਜੋ ਰਜਿਸਟ੍ਰੇਸ਼ਨ ਹੈ ਉਹ ਆਪਣੀ ਬਹੁਤ ਜਾਣੀ ਕਿ ਅਰਜੈਂਟ ਹੈ, ਇੱਕ ਦੀ ਚੌਥੀ ਵੀ ਕਰ ਦਿੰਦੇ ਹਾਂ। ਸੋ ਇਸ ਕਰਕੇ ਜਿਹਦੀ ਅਸੀਂ ਆਪਣੇ ANC ਕਰਦੇ ਹਾਂ ਤਾਂ ਉਹਦਾ ਸਾਰਾ ਆਪਣਾ ਇਲਾਜ ਮੁਫਤ ਹੈ। ਤੇ ਇਸ ਤੋਂ ਬਾਅਦ ਉਹ ਲੇਡੀ ਦੇ 2 ਇੰਜੈਕਸ਼ਨ ਆਪਣੇ TT ਦੇ ਆਪਣੇ ਲਾਏ ਜਾਂਦੇ ਨੇ। 100 ਗੋਲੀ ਉਹਨੂੰ ਆਇਰਨ ਆਪਣਾ ਫੋਸਫੋਲੇਟ ਦੀ ਆਪਣਾ ਫ੍ਰੀ ਦਿੱਤੀ ਜਾਂਦੀ ਹੈ। ਤੇ ਜਦੋਂ ਲੇਡੀ ਦੇ ਬੱਚਾ ਹੁੰਦਾ ਹੈ ਤਾਂ ਉਹ ਹਸਪਤਾਲ 'ਚ ਆਪਣਾ ਦਾਖਲ ਹੋ ਜਾਂਦੀ ਹੈ ਤੇ ਦਾਖਲ ਹੋ ਕੇ ਉਹਦਾ ਸਾਰਾ ਕੁਝ ਆਪਣਾ ਫ੍ਰੀ ਹੈ। ਉਹਨੂੰ ਆਪਣਾ ਫ੍ਰੀ ਡਾਈਟ ਮਿਲਦੀ ਹੈ, ਫ੍ਰੀ ਡਰੱਗਸ ਮਿਲਦੀਆਂ, ਫ੍ਰੀ ਡਾਇਗਨੋਸਟਿਕਸ ਮਿਲਦੇ ਨੇ, ਫ੍ਰੀ ਟਰਾਂਸਪੋਰਟ ਮਿਲਦੀ ਹੈ। ਆਪਾਂ ਇਸ ਗੱਲ ਨੂੰ ਥੋੜਾ ਜਿਹਾ ਇਲੈਬੋਰੇਟ ਕਿੰਨਾ ਕੁ ਸਮਝ ਰਹੇ ਨੇ ਸਾਰੇ ਜਣਿਆਂ ਨੂੰ ਪਤਾ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਕਰੈਕਟ ਮੀ ਇਫ ਆਈ ਐਮ ਰੋਂਗ ਕਿ ਇੱਕ ਤਾਂ ਜਿਹੜੀ ਸਿੰਗਲ ਬੱਚੀ ਜੇ ਹੈ ਤਾਂ ਉਹਨੂੰ 1000 ਰੁਪਇਆ ਮਹੀਨਾ ਸਰਕਾਰ ਵੱਲੋਂ ਮਿਲ ਰਿਹਾ ਹੈ, ਔਰ ਜੇ 2 ਬੱਚੀਆਂ ਨੇ ਤਾਂ ਉਹਨਾਂ ਨੂੰ 500 ਮਿਲ ਰਿਹਾ ਹੈ। ਔਰ ਇਹਨਾਂ ਸਾਰੀਆਂ ਸਕੀਮਸ ਦੇ ਲਈ BPL ਫੈਮਿਲੀ ਹੋਣਾ ਜ਼ਰੂਰੀ ਹੈ ਔਰ 40 ਸਾਲ ਤੋਂ ਘੱਟ ਪੇਰੈਂਟਸ ਦਾ ਹੋਣਾ ਜ਼ਰੂਰੀ ਹੈ। ਛੋਟੀ ਬੱਚੀ ਦਾ 5 ਸਾਲ ਤੋਂ ਛੋਟਾ ਹੋਣਾ ਜ਼ਰੂਰੀ ਹੈ। ਔਰ ਇਸ ਤੋਂ ਇਲਾਵਾ ਜਦੋਂ ਮਾਂ ਕੋਈ ਪ੍ਰੈਗਨੈਂਟ ਹੁੰਦੀ ਹੈ ਤੇ ਉਹਦੀ ਰਜਿਸਟ੍ਰੇਸ਼ਨ ਕਰਕੇ ਉਹਦੀ ਸਾਰੀ ਮੈਡੀਸਿਨ, ਉਹਦੀ ਡਾਈਟ ਜਦੋਂ ਦਾਖਲ ਹੁੰਦੀ ਹੈ ਬੱਚਾ ਹੋਣ ਦੇ ਟਾਈਮ ਤੇ ਡਾਈਟ ਫ੍ਰੀ, ਡਰੱਗਸ ਫ੍ਰੀ, ਡਾਇਗਨੋਸਟਿਕਸ ਟ੍ਰੀਟਮੈਂਟ ਟੈਸਟ ਫ੍ਰੀ ਤੇ ਉਹਦੀ ਟਰਾਂਸਪੋਰਟ ਫ੍ਰੀ। ਜਦੋਂ 108 ਨੰਬਰ ਤੇ ਮਤਲਬ ਕਿਸੇ ਲੇਡੀ ਦੇ ਦਰਦਾਂ ਸਟਾਰਟ ਹੁੰਦੀਆਂ 108 ਤੇ ਫੋਨ ਕਰੋ, 15 ਮਿੰਟ ਦੇ ਵਿੱਚ ਜਿਹੜਾ ਵਹੀਕਲ ਹੈ ਉੱਥੇ ਆ ਜਾਏਗਾ। ਉਹਨੂੰ ਲੈ ਕੇ ਜਿਹੜੇ ਸੈਂਟਰ 'ਚ ਉਹਨੇ ਜਾਣਾ ਹੈ ਉੱਥੇ ਚਲੀ ਜਾਏਗੀ। ਉੱਥੇ ਜਾ ਕੇ ਉਹਦਾ ਉਦੋਂ ਬਾਅਦ ਸਾਰਾ ਕੁਝ ਆਪਣਾ ਫ੍ਰੀ ਹੈ। ਤੇ ਜੇ ਉਹਨੂੰ ਉੱਥੋਂ ਕਿਤੇ ਅੱਗੇ ਕਿਸੇ ਸੈਂਟਰ 'ਚ ਰੈਫਰ ਕਰਨਾ ਹੈ ਉਹ ਵੀ ਫ੍ਰੀ ਹੈ ਸਰਕਾਰ ਵੱਲੋਂ। ਜੇ ਉਸ ਤੋਂ ਅੱਗੇ ਕਿਸੇ ਹੋਰ ਵੱਡੇ 'ਚ ਕਰਨਾ ਹੈ ਆਪਣਾ ਉਹ ਵੀ ਫ੍ਰੀ ਹੈ। ਲੇਕਿਨ ਇੱਕ ਗੱਲ ਡਾਕਟਰ ਸਾਹਿਬ ਦੱਸੋ, ਹੁਣ ਉਹ ਜਿਹੜਾ ਤੁਸੀਂ ਦੱਸਿਆ ਕਿ 40 ਸਾਲ ਤੋਂ ਘੱਟ, ਇਹ ਜਿਹੜੇ ਕਾਗਜ਼ ਪੱਤਰ ਇਹ ਪਹਿਲੇ ਹੀ ਤਿਆਰੀ ਕਰਕੇ ਰੱਖੀ ਜਾਏ ਨਾ ਮੈਡਮ, ਕਿ ਸਾਡਾ ਪ੍ਰੋਸੈਸ ਕੀ ਹੁੰਦਾ ਉਹਦਾ? ਸਾਡਾ ਜਿਹੜਾ ਆਪਣਾ ਮਾਸ ਮੀਡੀਆ ਵਿੰਗ ਹੈ ਅਸੀਂ ਉਹਦੀ ਆਪਣਾ ਇਹ ਡਿਊਟੀ ਲਾਈ ਵੀ ਹੈ। ਉਹ ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ। ਸਾਡੀਆਂ ਜੋ ANM ਨੇ ਆਸ਼ਾ ਵਰਕਰਾਂ ਨੇ ਉਹ ਸਾਨੂੰ ਦੱਸਦੀਆਂ ਨੇ ਕਿ ਇਹ ਲੇਡੀ ਹੈ ਜੀ, ਇਸ ਨੂੰ ਪ੍ਰਸ਼ਨ ਕਰਾਇਆ, ਉਹਨੂੰ ਲਿਆ ਕੇ ਸਾਡੇ ਕੋਲ ਉਹ ਰਜਿਸਟਰ ਕਰਾਉਂਦੀ ਹੈ। ਜਿਹੜੀ ਰਿਜ਼ਰਵ ਹੈਗੇ ਕਿ BPL ਫੈਮਿਲੀ ਦੀਆਂ ਉਹਦੇ ਕੋਈ ਸਰਟੀਫਿਕੇਟਸ ਵਗੈਰਾ ਚਾਹੀਦੇ ਹੋਣੇ ਨੇ ਮੈਡਮ, ਉਹਨਾਂ ਕੋਲ ਸਾਰਾ ਆਪਣਾ ਰਿਕਾਰਡ ਹੁੰਦਾ ਜੀ। ਜਦੋਂ ਅਸੀਂ ਮਤਲਬ ਸਾਡੀ ANM ਤੇ ਆਸ਼ਾ ਵਰਕਰ ਹੈ ਇਹਨਾਂ ਦਾ ਇਹੀ ਕੰਮ ਹੈ, ਉਹ ਕਰਨਗੇ। ਸੋ ਆਪ ਨਹੀਂ ਕਿਸੇ ਨੂੰ ਵੀ ਜੇ ਕੋਈ ਇਦਾਂ ਸਾਡੇ ਆਸ-ਪਾਸ ਕਿਸੇ ਦਾ ਗੁਆਂਢੀ ਜਾਂ ਪਿੰਡ ਵਿੱਚ ਕੋਈ ਐਸਾ ਹੈ ਔਰ ਜਿਹਦਾ ਨਾਮ ਨਹੀਂ ਰਜਿਸਟਰ ਹੋਇਆ ਔਰ ਸਾਡੇ ਇੱਥੇ ਬੈਠੇ ਲੋਕ ਕਰਨਾ ਚਾਹੁੰਦੇ ਨੇ ਤਾਂ ਉਹਦਾ ਕੀ ਪ੍ਰੋਸੈਸ ਹੈ? ਉਹ ਸਭ ਤੋਂ ਪਹਿਲਾਂ ਆਪਣਾ ANM ਕੋਲ ਜਾਣ। ANM ਉਹਨਾਂ ਨੂੰ ਸਾਡੇ CMO ਦਫ਼ਤਰ ਲੈ ਕੇ ਆਏਗੀ। ਇਹ ਡਿਊਟੀ ਹੈ ਆਪਣਾ ANM ਦੀ, ਉੱਥੇ ਲੈ ਕੇ ਆਏਗੀ ਤੇ ਜਿਹੜਾ ਉੱਥੇ ਸਾਡਾ ਸੰਬੰਧਿਤ ਡੀਲਿੰਗ ਹੈ ਉਹਦਾ ਪੂਰਾ ਰਿਕਾਰਡ ਲੈ ਕੇ ਵੈਰੀਫਾਈ ਕਰਨਾ ਕਿ ਵਾਕਈ ਇਹਦੀ ਉਮਰ 40 ਸਾਲ ਤੋਂ ਘੱਟ ਹੈ, ਵਾਕਈ ਇਹ ਇਨਕਮ ਟੈਕਸ ਪੇ ਨਹੀਂ ਹੈ, ਵਾਕਈ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ। ਯਾਨੀ ਇਹਨਾਂ ਨੇ ਸਿਰਫ ਉਹਨਾਂ ਨੂੰ ANM ਕੋਲ ਲੈ ਕੇ ਜਾਣਾ। ANM ਯਾਨੀ ਇਹਦਾ ਵੀ ਪੂਰਾ ਦੱਸ ਦਿਓ ਨਾ। ਐਕਚੁਅਲੀ ਆਪਣਾ ਨਰਸ ਐਂਡ ਮਿਡਵਾਈਫ ਸਾਰੇ ਜਣੇ ਜਾਣਦੇ ਨੇ ਆਪਣੇ ਆਸ-ਪਾਸ ਪਿੰਡਾਂ ਦੇ ਵਿੱਚ ANM ਦੇ ਕੋਲ ਤੁਸੀਂ ਜਾਣਾ ਹੈ। ਜੇ ਆਪਣੇ ਘਰ 'ਚ ਨਾ ਵੀ ਸਹੀ ਆਸ-ਪਾਸ ਕਿਤੇ ਦੇਖਦੇ ਹੋ ਕਿ ਇਹੋ ਜਿਹੀ ਕੋਈ ਬੱਚੀ ਹੈ, ਕਿਉਂਕਿ ਜ਼ਿਆਦਾਤਰ ਹਾਲਤ ਵਿੱਚ ਕੀ ਹੁੰਦੇ BPL ਫੈਮਿਲੀਜ਼ ਨੂੰ ਨਾ ਇਹਨਾਂ ਸਕੀਮਸ ਦਾ ਪਤਾ ਹੁੰਦਾ ਨਾ ਵਿਚਾਰਿਆਂ ਨੂੰ ਇਹ ਪਤਾ ਹੁੰਦਾ ਕਿ ਕੋਈ ਸਕੀਮ ਹੈਗੀ ਸਾਨੂੰ ਕੁਝ ਮਿਲਣਾ। ਪਿੱਛੋਂ ਜਾਗਦੇ ਆ ਇੱਕ ਦੂਜੇ ਤੋਂ ਸੁਣ ਕੇ ਤੇ ਫਿਰ ਕਹਿੰਦੇ ਹੁਣ ਕਰੋ ਤੇ ਫਿਰ ਕੁਝ ਨਹੀਂ ਹੁੰਦਾ। ਸੋ ਇਹ ਵੀ ਸਾਡੀ ਇੱਕ ਸਿਟੀਜ਼ਨ ਹੋਣ ਦੇ ਨਾਤੇ ਰਿਸਪੌਂਸਿਬਿਲਿਟੀ ਹੈ ਕਿ ਅਸੀਂ ਆਪਣੇ ਆਸ-ਪਾਸ ਜਿੱਥੇ ਕਿਤੇ ਦੇਖੀਏ ਕਿ ਇਦਾਂ ਦਾ ਹੈ ਅੱਜ ਜਦ ਇਹ ਸਕੀਮ ਹੋ ਰਹੀ ਹੈ। ਔਰ ਇਸ ਪ੍ਰੋਗਰਾਮ ਦਾ ਵੀ ਫਾਇਦਾ ਇੱਥੇ ਇਹੀ ਹੈ ਕਿ ਜਿੱਥੇ ਬੈਠੇ ਲੋਕੀ ਸੁਣ ਰਹੇ ਨੇ ਪਤਾ ਲੱਗੇ ਕਿ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਚੱਲ ਰਹੀ ਹੈ ਤੇ ਜਿਹੜੇ ਆਸ-ਪਾਸ ਵੀ ਤੁਹਾਡੇ ਤਾਲੁਕ ਵਿੱਚ ਆਉਂਦੇ ਨੇ ਲੋਕ ਜਿਨ੍ਹਾਂ ਨੂੰ ਇਸ ਸਕੀਮ ਦਾ ਫਾਇਦਾ ਮਿਲ ਸਕਦਾ ਹੈ ਤਾਂ ਪਲੀਜ਼ ਉਹਨਾਂ ਨੂੰ ਜ਼ਰੂਰ ANM ਕੋਲ ਲੈ ਕੇ ਜਾਓ ਤਾਂ ਕਿ ਉਹ ਇਸ ਚੀਜ਼ ਦਾ ਅੱਗੇ ਫਾਇਦਾ ਲੈ ਸਕਣ। ਰੇਨੂ ਮੈਡਮ, ਮੈਂ ਹੁਣ ਤੁਹਾਡੇ ਕੋਲ ਆਨੀ ਹਾਂ। ਤੁਸੀਂ ਦੱਸੋ ਕਿ ਜਦੋਂ ਇੱਕ ਔਰਤ ਪ੍ਰੈਗਨੈਂਟ ਹੁੰਦੀ ਹੈ ਉਸ ਵੇਲੇ ਉਹਨੂੰ ਕੀ ਖਿਆਲ ਰੱਖਣੇ ਚਾਹੀਦੇ ਨੇ ਔਰ ਕਿਸ ਤਰੀਕੇ ਨਾਲ ਪ੍ਰੈਗਨੈਂਸੀ ਦੇ ਥਰੂ ਕਰਨਾ ਚਾਹੀਦਾ? ਜਦੋਂ ਉਸ ਔਰਤ ਨੂੰ ਪਤਾ ਚੱਲ ਜਾਂਦਾ ਹੈ ਕਿ ਉਹ ਗਰਭਵਤੀ ਹੈ, ਇਸ ਵਾਸਤੇ ਪਿੰਡ ਪੱਧਰ ਤੇ ਸਾਡੇ ਕੋਲ 1000 ਦੀ ਆਬਾਦੀ ਪਿੱਛੇ ਆਸ਼ਾ ਅਸੀਂ ਵਰਕਰਸ ਰੱਖੀਆਂ ਹੋਈਆਂ ਹਨ, ਜਿਹੜੀ ਉਸ ਪਿੰਡ ਦੇ ਵਿੱਚੋਂ ਹੀ ਇੱਕ ਲੇਡੀ ਨੂੰ ਚੁਣਿਆ ਜਾਂਦਾ ਹੈ।
ਆਸ਼ਾ ਕੋਈ ਉਸ ਤਰ੍ਹਾਂ ਨਹੀਂ ਹੈ। ਆਸ਼ਾ ਇੱਕ ਨਾਮ ਦਿੱਤਾ ਗਿਆ ਹੈ ਐਕ੍ਰੀਡਿਟਡ ਸੋਸ਼ਲ ਹੈਲਥ ਐਕਟਿਵਿਸਟ ਨੂੰ, ਜਿਹੜੀ ਕਿ ਆਪਣੇ ਉਸ 1000 ਦੀ ਆਬਾਦੀ ਪਿੱਛੇ ਉਹਨਾਂ ਔਰਤਾਂ ਦੀ ਦੇਖਭਾਲ ਕਰਦੀ ਹੈ। ਉਹ ਸਬ ਸੈਂਟਰ 'ਚ ਉਸ ਨੂੰ ਲੈ ਕੇ ਆਉਂਦੀ ਹੈ। ਜ਼ਰੂਰੀ ਹੈ ਕਿ 3 ਮਹੀਨੇ ਗਰਭ ਧਾਰਨ ਦੇ ਵਿੱਚ ਉਸ ਦੀ ਰਜਿਸਟ੍ਰੇਸ਼ਨ ਪਹਿਲਾਂ ਕਰਵਾ ਲਈ ਜਾਵੇ। ਜਦੋਂ ਪ੍ਰੈਗਨੈਂਸੀ ਰਜਿਸਟਰ ਹੋ ਜਾਂਦੀ ਹੈ, ਫਿਰ ਉਸ ਔਰਤ ਨੂੰ ਡਾਈਟ ਬਾਰੇ ਸਲਾਹ ਦੇਣੀ। ਸਾਡੇ ਜਿਵੇਂ ਡਾਕਟਰ ਬਾਲੀ ਨੇ ਦੱਸਿਆ ਹੈ ਕਿ ANM ਸਾਡੀਆਂ ਬੈਠੀਆਂ ਨੇ। ANMs ਨੂੰ ਅੱਜ ਕੱਲ੍ਹ ਅਸੀਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਕਰਕੇ ਆਮ ਤੌਰ 'ਤੇ ਜਾਣਦੇ ਹਾਂ। ਉਹਨਾਂ ਨੇ ਉਹਨਾਂ ਦੀ ਡਾਈਟ ਬਾਰੇ ਸਲਾਹ ਦੇਣੀ ਹੈ। ਉਹਨਾਂ ਨੂੰ ਗਰਭ ਦੌਰਾਨ ਆਉਣ ਵਾਲੀ ਕੋਈ ਔਕੜ, ਕੋਈ ਨਿਸ਼ਾਨੀ ਬਾਰੇ ਉਹਨਾਂ ਨੇ ਦੱਸਣਾ ਹੈ ਕਿ ਜੇ ਤੈਨੂੰ ਕੋਈ ਇਹੋ ਜਿਹਾ ਮਹਿਸੂਸ ਹੁੰਦਾ ਹੈ, ਕੋਈ ਵੀ ਤਕਲੀਫ ਹੁੰਦੀ ਹੈ, ਤਾਂ ਤੁਸੀਂ ਇਹਨੂੰ ਘਰ ਨਹੀਂ ਬੈਠੇ ਰਹਿਣਾ, ਤੁਸੀਂ ਨੇੜੇ ਦੇ ਸਬ ਸੈਂਟਰ ਵਿੱਚ ਜਾਣਾ ਹੈ। ANM ਨੇ ਉਹਦਾ ਬਕਾਇਦਾ ਖੂਨ ਦੀ ਜਾਂਚ, ਪਿਸ਼ਾਬ ਦੀ ਜਾਂਚ ਕਰਨੀ ਹੈ, ਔਰ ਨਾਲ ਦੇ ਨਾਲ ਉਸ ਦੇ ਬਾਕੀ ਦੇ ਜਿਤਨੇ ਟੈਸਟ ਜ਼ਰੂਰੀ ਹਨ, ਜਿਵੇਂ HIV ਟੈਸਟ ਹਰ ਗਰਭਵਤੀ ਮਾਂ ਦਾ ਲਾਜ਼ਮੀ ਅਸੀਂ ਕਰਵਾਉਂਦੇ ਹਾਂ। ਇਸ ਦੇ ਨਾਲ ਨਾਲ ਹੀ ਜੇ ANM ਨੂੰ ਲੱਗਦਾ ਹੈ ਕਿ ਇਹਦੇ ਨਾਰਮਲ ਨਾਲੋਂ ਇਹਦੇ ਵਿੱਚ ਕੁਝ ਅਲੱਗ ਲੱਛਣ ਨਜ਼ਰ ਆ ਰਹੇ ਹਨ, ਜਿਸ ਕਰਕੇ ਅਸੀਂ ਉਹਨੂੰ ਹਾਈ ਰਿਸਕ ਵਿੱਚ ਲੈਂਦੇ ਹਾਂ, ਤੇ ਉਹਨੇ ਨੇੜੇ ਦੇ ਸੈਂਟਰ ਵਿੱਚ ਜਿੱਥੇ ਕਿ ਡਾਕਟਰ ਮੌਜੂਦ ਹਨ ਉੱਥੇ ਲੈ ਕੇ ਉਹਨਾਂ ਨੇ ਡਾਕਟਰ ਸਾਹਿਬ ਕੋਲ ਉਹਨਾਂ ਦਾ ਚੈੱਕਅਪ ਕਰਾਉਣਾ ਹੈ। ਨਾਲ ਦੇ ਨਾਲ ਉਹਨਾਂ ਨੂੰ ਡਾਈਟ ਵਾਸਤੇ ਦੱਸਣਾ ਹੈ। ਔਰ ਜਿਵੇਂ ਆਇਰਨ ਦੀਆਂ ਗੋਲੀਆਂ ਅਸੀਂ ਹੁਣ ਗਰਭ ਧਾਰਨ ਤੋਂ ਬਾਅਦ ਗਵਰਨਮੈਂਟ ਨੇ ਨਵੀਂ ਸਕੀਮ ਦੇ ਤਹਿਤ 6 ਮਹੀਨੇ ਬੱਚਾ ਪੈਦਾ ਹੋਣ ਤੋਂ ਪਹਿਲਾਂ ਔਰ 6 ਮਹੀਨੇ ਬੱਚਾ ਹੋਣ ਤੋਂ ਬਾਅਦ ਲਗਾਤਾਰ ਅਸੀਂ 1 ਸਾਲ ਹੁਣ ਗੋਲੀਆਂ ਖਿਲਾਉਂਦੇ ਹਾਂ, ਕਿਉਂਕਿ ਇਹ ਦੇਖਿਆ ਗਿਆ ਕਿ ਆਮ ਤੌਰ 'ਤੇ ਔਰਤਾਂ ਦੇ ਵਿੱਚ ਖੂਨ ਦੀ ਘਾਟ ਤਾਂ 70-80% ਦੀ ਔਰਤਾਂ ਵਿੱਚ ਹੁੰਦੀ ਹੈ, ਕਿਸੇ 'ਚ ਜ਼ਿਆਦਾ ਕਿਸੇ 'ਚ ਘੱਟ। ਡਾਈਟ ਦੇ ਵਜੋਂ ਅਸੀਂ ਉਹਨਾਂ ਨੂੰ ਇਹੀ ਦੱਸਦੇ ਹਾਂ ਕਿ ਹਰੀਆਂ ਸਬਜ਼ੀਆਂ, ਫਲ, ਫਰੂਟ, ਇਸ ਤਰ੍ਹਾਂ ਇਹ ਜ਼ਰੂਰੀ ਨਹੀਂ ਕਿ ਜੀ ਮਹਿੰਗੇ ਤੋਂ ਮਹਿੰਗਾ ਫਰੂਟ ਖਾਣਾ ਹੈ। ਸਾਡਾ ਜ਼ੋਰ ਇਸ 'ਤੇ ਹੁੰਦਾ ਸੀਜ਼ਨਲ ਤੇ ਲੋਕਲੀ ਅਵੇਲੇਬਲ, ਜੋ ਉਹਨਾਂ ਨੂੰ ਚੀਜ਼ ਨੇੜੇ ਮਿਲ ਜਾਂਦੀ ਹੈ, ਉਸ 'ਤੇ ਘਰ ਦਾ ਬਣਿਆ ਖਾਣਾ ਖਾਣ, ਦਾਲਾਂ ਵਗੈਰਾ, ਇਹਨਾਂ 'ਤੇ ਜ਼ਿਆਦਾ ਜ਼ੋਰ ਅਸੀਂ ਦੇਈਦਾ ਹੈ। ਦੇਖੋ ਇਹ ਸਕੀਮਸ ਤਾਂ ਤੁਹਾਨੂੰ ਲੱਗਾ ਕਿ ਚੰਗੀਆਂ ਹੈ, ਫਿਰ ਤਾਲੀਆਂ ਵਜਾ ਦਿਓ ਦੋ। ਸਕੀਮਸ ਸਰਕਾਰ ਨੇ ਕਮੇਟੀ ਬਿਠਾ ਕੇ ਰਿਸਰਚ ਕਰਦੇ ਨੇ, ਸਕੀਮਸ ਬਣਾਉਂਦੇ ਨੇ ਤਾਂ ਕਿ ਲੋਕਾਂ ਨੂੰ ਫਾਇਦਾ ਹੋਏ, ਪਰ ਸਾਨੂੰ ਇੱਕ ਦੇਸ਼ ਦੇ ਸਿਟੀਜ਼ਨ ਹੋਣ ਦੇ ਨਾਤੇ, ਭਾਵੇਂ ਅਸੀਂ ਨਾ ਸਰਕਾਰ 'ਚ ਹੈ ਨਾ ਕਿਤੇ ਹੈ, ਅਸੀਂ ਦੇਸ਼ਵਾਸੀ ਤਾਂ ਹੈ, ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਜੇ 4 ਲਾਈਨਾਂ ਪੜ੍ਹ ਲਈਆਂ, ਜੇ ਸਾਨੂੰ ਪਤਾ ਲੱਗਦਾ ਪਿਆ ਇਹਨਾਂ ਦਾ, ਤਾਂ ਅਸੀਂ ਇਹਦੇ ਬਾਰੇ ਜਾਗਰੂਕਤਾ ਫੈਲਾਈਏ। ਇਹ ਪ੍ਰੋਗਰਾਮ ਕਰਨ ਦਾ ਵੀ ਮਕਸਦ ਇਹ ਹੈ, ਔਰ ਸਾਡਾ ਸਭ ਦਾ ਵੀ ਇਖਲਾਕੀ ਫਰਜ਼ ਹੈ ਕਿ ਅਸੀਂ ਇਹਦੇ ਬਾਰੇ ਜਾਗਰੂਕਤਾ ਫੈਲਾਈਏ, ਔਰ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਲਿਜਾ ਕੇ ਇਹਨਾਂ ਸਕੀਮਸ ਦੇ ਬਾਰੇ ਦੱਸੀਏ। ਇੱਕ ਮੈਡਮ ਤੁਸੀਂ ਦੱਸੋਗੇ ਕਿ ਕੀ ਕਾਰਨ ਹੈ ਕਿ ਖੜੇ ਹੋ ਕੇ ਪਲੀਜ਼ ਆਪਾਂ ਗੱਲ ਕਰੀਏ। ਸੌਰੀ ਪਹਿਲੇ ਮੈਂ ਇਹ ਵੀ ਪੁੱਛਣਾ ਚਾਹਾਂਗੀ ਇਹਨਾਂ ਕੋਲੋਂ। ਇਹਨਾਂ ਨੇ ਕਿਹਾ ਹੈ ਵੀ ਜਦੋਂ ਲੇਡੀ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਪ੍ਰੈਗਨੈਂਸੀ ਦੌਰਾਨ ਜਾਂ ਆਫਟਰ ਪ੍ਰੈਗਨੈਂਸੀ ਵੀ ਬੇਬੀ ਜਦੋਂ ਹੋਣਾ ਹੁੰਦਾ ਹੈ, ਇਨਕੀ ਮਿਡਨਾਈਟ ਜਾਂ ਰਾਤ ਨੂੰ ਵੀ ਕੋਈ ਸ਼ਾਮ ਨੂੰ ਜਾਂ ਇਹਨਾਂ ਦੇ ਟਾਈਮਿੰਗ ਤੋਂ ਬਿਨਾਂ ਵੀ ਕੋਈ ਜਦੋਂ ਪ੍ਰੋਬਲਮ ਆਉਂਦੀ ਹੈ, ਉਦੋਂ ਇਹਨਾਂ ਦੇ ਆਸ਼ੀ ਵਰਕਰ ਜਾਂ ਇਹਨਾਂ ਦੇ ANM ਕੋਈ ਹੈਲਪ ਕਰਦੇ ਆ ਕਿ ਨਹੀਂ? ਐਂਬੂਲੈਂਸ ਕੀ ਹੈ ਵੈਸੇ ਡਾਕਟਰ ਬਾਲੀ? ਨਹੀਂ ਮੈਡਮ, ਇਸ ਤਰ੍ਹਾਂ ਹੈ, ਜਦੋਂ ਲੇਡੀ ਨੂੰ ਕੋਈ ਰਾਤ ਨੂੰ ਦਿੱਕਤ ਆਉਂਦੀ ਹੈ, ਤੁਸੀਂ 108 ਨੰਬਰ 'ਤੇ ਫੋਨ ਕਰੋ, ਐਂਬੂਲੈਂਸ 15 ਮਿੰਟ 'ਚ ਆਏਗੀ। ਇਹ ਸਿਸਟਮ ਇਸ ਤਰ੍ਹਾਂ ਦਾ ਹੈ, ਉਹ ਤੁਹਾਨੂੰ ਆਪਣਾ ਹਸਪੀਟਲ ਲੈ ਜਾਏਗੀ ਲੇਡੀ ਨੂੰ, ਤੇ ਉੱਥੇ ਜਾ ਕੇ ਸਟਾਫ ਹੁੰਦਾ ਸਾਰਾ, ਉਹਦਾ ਪ੍ਰੋਪਰ ਇਲਾਜ ਹੋਏਗਾ। ਪਰ ਇਹ ਤਾਂ ਤੁਸੀਂ ਪਿੰਡਾਂ ਦੀ ਗੱਲ ਕੀਤੀ, ਮੈਂ ਤੇ ਸ਼ਹਿਰਾਂ ਵਿੱਚ ਵੀ ਦੇਖਿਆ ਵੀ ਕਈ ਵਾਰ ਤੇ ਐਂਬੂਲੈਂਸ ਵਿੱਚ ਹੀ ਬੱਚਾ ਹੋ ਜਾਂਦਾ ਜਾਂ ਹਸਪੀਟਲ ਦੇ ਬਾਹਰ ਹੀ ਹੋ ਜਾਂਦਾ, ਉਹਦੀ ਕੋਈ ਹੈਲਪ ਨਹੀਂ ਹੁੰਦੀ। ਦੇਖੋ ਮੈਡਮ, ਇਸ ਤਰ੍ਹਾਂ ਅਸੀਂ ਬਹੁਤ ਪਿਛਲੇ ਪੇਪਰਾਂ 'ਚ ਬਹੁਤ ਪੜਿਆ, ਮਹੀਨਾ ਭਰ ਇਹੀ ਨਿਊਜ਼ ਆਉਂਦੀ ਰਹੀ ਵੀ 108 ਨੰਬਰ ਤੇ ਫੋਨ ਕੀਤਾ, ਐਂਬੂਲੈਂਸ ਦੇ ਦੌਰਾਨ ਬੱਚਾ ਉੱਥੇ ਹੋ ਗਿਆ, ਜਲਦੀ ਨਹੀਂ ਆਈ, ਜਾਂ ਸਿਵਲ ਹਸਪੀਟਲ ਦੇ ਬਾਹਰ ਹੀ ਹੋ ਗਿਆ, ਐਡਮਿਟ ਨਹੀਂ ਕੀਤਾ ਗਿਆ। ਜਿਵੇਂ ਲੁਧਿਆਣਾ ਸ਼ਹਿਰ ਹੈ, ਮੈਂ ਲੁਧਿਆਣੇ 4 ਮਹੀਨੇ CMO ਰਿਹਾ, ਤਾਂ ਮੈਂ ਇੱਕ ਦਫਾ ਇੱਕ ਜਾਮ 'ਚ ਫਸ ਗਿਆ, ਤਾਂ ਮੇਰੇ ਅੱਗੇ ਇੱਕ ਐਂਬੂਲੈਂਸ ਸੀ, ਤਾਂ ਮੈਂ ਦੇਖਿਆ ਐਂਬੂਲੈਂਸ ਦੇ ਵਿੱਚ ਬੱਚਾ ਹੋ ਗਿਆ, ਔਰ ਮੈਂ ਹੈਲਪ ਕੀਤੀ ਉਹ ਬੱਚੇ ਦੀ। ਓਕੇ, ਸੋ ਇਹ ਤਾਂ ਥੈਂਕ ਯੂ ਵੈਰੀ ਮਚ। ਮੈਂ ਬਸ ਇਹ ਜਾਣਨਾ ਚਾਹੁੰਦੀ ਕਿਤੇ ਵੀ ਹੋ ਸਕਦੀ ਹੈ। ਹਾਂ ਵੀ ਤੁਸੀਂ ਲੋਕ ਜਾਂ ਤੁਹਾਡੇ ANM ਜਾਂ ਤੁਹਾਡੇ ਆਸ਼ੀ ਵਰਕਰ ਜੋ ਵੀ ਹੈ, ਉਹ ਕਿੰਨੀ ਕੁ ਹੈਲਪ ਕਰਦੇ ਤੁਹਾਡੇ ਕਹਿਣ ਦੇ ਮੁਤਾਬਕ, ਜਾਂ ਤੁਹਾਡੀ ਨੌਲੇਜ ਵਿੱਚ ਹੈ ਵੀ ਉਹ ਹੈਲਪ ਕਰਦੇ ਲੋਕਾਂ ਦੀ? ਮੈਡਮ ਬਿਲਕੁਲ ਕਰਦੇ ਹਾਂ। ਨਾਮ ਕੀ ਹੈ? ਪਰਮਿੰਦਰ ਕੌਰ ਚੰਨੀ, ਸਿਟੀ ਕਾਲਜ ਤੋਂ ਮੈਂ। ਹਾਂਜੀ, ਪਰਮਿੰਦਰ ਕੌਰ ਜੀ ਨੇ ਇੱਕ ਸਵਾਲ ਇੰਟਰਸਟਿੰਗ ਉਠਾਇਆ ਜੀ, ਜੇ ਬਾਈ ਚਾਂਸ ਕਿਤੇ ਕੋਈ ਇਦਾਂ ਲੈ ਕੇ ਜਾਂਦੇ ਨੇ MNC ਦੇ ਥਰੂ ਵੀ, ਔਰ ਉੱਥੇ ਵੀ ਉਹਨਾਂ ਦਾ ਨਹੀਂ ਦਾਖਲਾ ਹੁੰਦਾ ਜਾਂ ਨਹੀਂ ਤਸੱਲੀ ਬਖਸ਼ ਹੁੰਦਾ, ਫਿਰ ਕਿੱਥੇ ਜਾਇਆ ਜਾ ਸਕਦਾ? ਮੈਡਮ ਇਦਾਂ ਅੱਜ ਤੱਕ ਕਦੇ ਹੋਇਆ ਨਹੀਂ ਵੀ ਪੇਸ਼ੈਂਟ ਹਸਪੀਟਲ ਜਾਵੇ ਤੇ ਉੱਥੇ ਨਾ ਹੋਵੇ। ਉਦਾਂ ਦੇ ਕੇਸਿਸ ਤਾਂ ਵੈਸੇ ਥੋੜੇ ਬਹੁਤ ਅਖਬਾਰਾਂ ਚਾਹੁੰਦੇ ਨੇ, ਪਰ ਕੋਈ ਐਸਾ ਹੈ ਜੇ ਬਾਈ ਚਾਂਸ, ਚਲੋ ਜੇ ਅਸੀਂ ਮੰਨਨੀ ਹੈ ਤੁਹਾਡੇ ਕੋਲ ਡਾਟਾ ਹੋਣਾ ਹੈ ਕਿ ਨਹੀਂ ਹੋਇਆ, ਪਰ ਜੇ ਬਾਈ ਚਾਂਸ ਇਦਾਂ ਦਾ ਹੁੰਦਾ ਹੈ, ਕੋਈ ਇੱਕ ਨੰਬਰ ਜਾਂ ਕਿਤੇ ਹੈ ਕਿ ਉਹ ਦੱਸ ਸਕਦੇ ਨੇ ਜਾਂ ਕਿਸੇ ਕੋਲ ਹੈਲਪ ਲਈ ਜਾ ਸਕਦੇ ਨੇ, ਕਿਉਂਕਿ ਸਾਡਾ ਸਿਸਟਮ ਸਾਨੂੰ ਪਤਾ ਹੈ। ਮੈਡਮ ਜਦੋਂ ਪੇਸ਼ੈਂਟ ਹਸਪੀਟਲ ਜਾਂਦਾ ਹੈ ਤਾਂ ਉੱਥੇ ਸਾਰਿਆਂ ਦੇ ਨੰਬਰ SMO ਦਾ, CMO ਸਾਰੇ ਲਿਖੇ ਹੁੰਦੇ ਨੇ। ਅਦਰਵਾਈਜ਼ ਮੈਂ ਇੱਥੇ ਐਡ ਕਰਨਾ ਚਾਹਾਂਗੀ ਕਿ ਸਾਡੇ
ਹੈਲਥ ਵੱਲੋਂ 104 ਹੈਲਪਲਾਈਨ ਨੰਬਰ ਇੱਕ ਸ਼ੁਰੂ ਕੀਤਾ ਗਿਆ ਹੈ। ਉਹਦੇ 'ਚ 104 ਵਿੱਚ ਫੋਨ ਕਰਕੇ ਇਮੀਡੀਏਟਲੀ ਉੱਥੋਂ ਹਰ ਤਰ੍ਹਾਂ ਦੀ ਸਲਾਹ ਲਈ ਜਾ ਸਕਦੀ ਹੈ। ਇੱਥੇ ਤੱਕ 104 ਹੈਲਪਲਾਈਨ ਦਾ ਫਾਇਦਾ ਹੈ ਕਿ ਫੋਨ ਕਰਕੇ ਰਾਤ ਨੂੰ ਜੇ ਕਿਸੇ ਨੂੰ ਕੋਈ ਤਕਲੀਫ ਹੈ, ਕਿਸੇ ਘਰ 'ਚ ਬਜ਼ੁਰਗ ਹੈ, ਉਹਨਾਂ ਨੂੰ ਸਾਹ ਦੀ ਤਕਲੀਫ ਹੈ, ਕੁਛ ਹੈ, ਤੇ ਪੁੱਛਿਆ ਜਾ ਸਕਦਾ ਹੈ ਕਿ ਜੀ ਮੈਂ ਫਲਾਣੇ ਪਿੰਡ ਵਿੱਚ ਬੈਠੀ ਹਾਂ, ਨੇੜੇ ਦਾ ਕਿਹੜਾ ਹਸਪੀਟਲ ਹੈ, ਮੈਂ ਕਿੱਥੇ ਆਪਣੇ ਮਰੀਜ਼ ਨੂੰ ਲੈ ਕੇ ਜਾਵਾਂ ਜਾਂ ਮੈਨੂੰ ਕਿਸ ਤਰ੍ਹਾਂ ਦੀ ਸਹੂਲਤ ਮਿਲ ਸਕਦੀ ਹੈ। ਇਹ ਤਾਂ ਬਹੁਤ ਸੋ ਇਹ ਸਰਕਾਰ ਵੱਲੋਂ ਸਾਡੀ 104 ਹੈਲਪਲਾਈਨ ਲਗਾਤਾਰ ਚੱਲ ਰਹੀ ਹੈ, 24 ਘੰਟੇ ਇਹ ਚੱਲਦੀ ਹੈ। ਬਿਲਕੁਲ ਜੀ, ਇਹ ਸਭ ਨੋਟ ਕਰ ਲਓ ਪਲੀਜ਼। 104 ਜਿਹੜੀ ਹੈਲਪਲਾਈਨ ਹੈ, ਆਫ ਕੋਰਸ ਬਹੁਤ ਤਾਲੀਆਂ ਵੀ ਬਣਾਉਣ ਦੀ ਲੋੜ ਹੈ ਔਰ ਇਹਨੂੰ ਇਸਤੇਮਾਲ ਵੀ ਕਰਨ ਦੀ, ਔਰ ਉਹੀ ਅੱਗੇ ਵੀ ਦੱਸ ਕੇ ਕਿ 104। ਹੁਣ ਅਸੀਂ ਥੋੜਾ ਜਿਹਾ ਦੂਜਾ ਪੱਖ, ਹਾਲੇ ਤਾਂ ਅਸੀਂ ਗੱਲ ਕਰ ਰਹੇ ਹਾਂ ਸਰਕਾਰ ਨੇ ਕੀ ਕੀ ਕੀਤਾ ਹੈ, ਪਰ ਵੈਸੇ ਅਸੀਂ ਗੱਲ ਕਰਦੇ ਹਾਂ ਬੇਟੀ ਬਚਾਓ, ਮਤਲਬ ਇਹ ਨਹੀਂ ਹੈ ਕਿ ਸਾਡੇ ਬੇਟੀਆਂ ਲਾਇਕ ਨਹੀਂ ਨੇ ਜਾਂ ਬੇਟੀਆਂ ਚੰਗਾ ਕੰਮ ਨਹੀਂ ਕਰ ਰਹੀਆਂ। ਸਾਨੂੰ ਸਭ ਨੂੰ ਪਤਾ ਕਿ ਅੱਜ ਕੱਲ੍ਹ ਹੁਣੇ ਰੀਸੈਂਟਲੀ ਤਾਂ ਅਸੀਂ ਬਹੁਤ ਹੀ ਕੁਝ ਦੇਖਿਆ, ਜਿੱਦਾਂ ਸਾਡੇ ਕੋਲ ਇੱਥੇ ਹੀ ਬੈਠੇ ਨੇ ਜੈਸਨਦੀਪ ਜੀ, ਜਿਨ੍ਹਾਂ ਨੇ PCS ਐਲਾਈਡ ਕਲੀਅਰ ਕੀਤੀ ਹੈ। ਇਹਨਾਂ ਨੂੰ ਦੱਸਾਂਗੀ, ਤੁਸੀਂ ਆਪਣੀ ਜਰਨੀ ਬਾਰੇ ਥੋੜਾ ਜਿਹਾ ਦੱਸੋ, ਜਿਹੜਾ ਤੁਸੀਂ ਪੰਜਾਬ 'ਚ ਹੈਗੇ ਹੋ ਔਰ ਪੰਜਾਬ 'ਚ ਇੰਨਾ ਬੇਟੀ ਦਾ ਇਹ ਰੋਲ, ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਇਦਾਂ ਹੋ ਰਿਹਾ ਹੈ, ਕਿਉਂ ਬੇਟੀਆਂ ਘਟੀਆਂ, ਔਰ ਤੁਹਾਡੀ ਆਪਣੀ ਜਰਨੀ ਕਿਸ ਤਰ੍ਹਾਂ ਰਹੀ ਹੈ? ਮੈਨੂੰ ਇੱਦਾਂ ਲੱਗਦਾ ਹੈ ਕਿ ਬੇਟੀਆਂ ਦਾ ਜਿਹੜਾ ਨੰਬਰ ਹੈ, ਜੋ ਕਿ ਅਸੀਂ ਦੇਖਦੇ ਹੈਗੇ ਆ ਸੈਕਸ ਰੇਸ਼ੀਓ ਦੇ ਹਿਸਾਬ ਨਾਲ, ਉਹ ਪੰਜਾਬ ਦਾ ਇਟਸ ਵਨ ਆਫ ਦ ਲੋਐਸਟ, ਮਤਲਬ ਬਹੁਤ ਘੱਟ ਹੈ ਜੇ ਪੂਰੀ ਕੰਟਰੀ ਦੇ ਡੇਟਾ ਨੂੰ ਕੰਪੇਅਰ ਕਰੀਏ। ਤੇ ਪੰਜਾਬ 'ਚ ਤੇ ਹਰਿਆਣਾ 'ਚ ਇਹ ਸ਼ਾਇਦ ਸਾਡੀ ਸੋਸਾਇਟੀ ਦੀ ਪੈਟਰੀਆਰਕਲ ਮਾਈਂਡਸੈਟ ਹੈ, ਸੋਚ ਹੈ ਕਿ ਫੈਮਲੀਜ਼ ਦੇ ਵਿੱਚ ਕਿ ਜਦੋਂ ਬੇਟੀ ਪੈਦਾ ਹੁੰਦੀ ਹੈ ਉਦੋਂ ਉਹਨੂੰ ਚੰਗਾ ਸ਼ਗੁਨ ਨਹੀਂ ਮੰਨਦੇ ਹੈਗੇ। ਉਹ ਸੋਚਦੇ ਆ ਕਿ ਸਾਡੇ ਉੱਤੇ ਇੱਕ ਬੋਝ ਪੈਦਾ ਹੋ ਗਿਆ। ਤੁਹਾਡੇ ਘਰ 'ਚ ਤੁਹਾਨੂੰ ਕਿੱਦਾਂ ਤਿਆਰ ਕੀਤਾ ਗਿਆ, ਕਿੱਦਾਂ ਤੁਸੀਂ ਸੋਚਿਆ ਕਿ PCS 'ਚ ਜਾਣਾ? ਹਾਂਜੀ, ਮੇਰੇ ਘਰ ਦੇ ਬਹੁਤ ਜ਼ਿਆਦਾ ਸਪੋਰਟਿਵ ਨੇ। ਜਦੋਂ ਮੈਂ ਪੈਦਾ ਹੋਈ ਸੀ ਉਦੋਂ ਉਹ ਇੰਨੇ ਕੁ ਜ਼ਿਆਦਾ ਖੁਸ਼ ਹੋਏ ਸੀ। ਫਿਰ ਉਸ ਤੋਂ ਬਾਅਦ ਮੇਰਾ ਖੁਦ ਦਾ ਪੜ੍ਹਾਈ 'ਚ ਬਹੁਤ ਮਨ ਸੀ। ਮੈਂ ਇੱਥੇ ਇਹ ਗੱਲ ਐਡ ਕਰਨਾ ਚਾਹੂੰਗੀ ਕਿ ਸਿਰਫ ਪੜ੍ਹਾਈ ਕਰਨਾ ਬੇਟੀ ਦਾ ਇਹ ਮਤਲਬ ਨਹੀਂ ਹੈ। ਸਾਡੇ ਸਾਹਮਣੇ ਬਹੁਤ ਅੱਛੀਆਂ ਐਗਜ਼ਾਮਪਲਸ ਹੈਗੀਆਂ, ਮੈਰੀ ਕਾਮ ਹੈ, ਪ੍ਰਿਯੰਕਾ ਚੋਪੜਾ, ਜੇ ਐਕਟਰੈਸਿਸ ਦੀ ਗੱਲ ਕਰੀਏ, ਮੈਰੀ ਕਾਮ ਇਨ ਦ ਫੀਲਡ ਆਫ ਸਪੋਰਟਸ, ਤੇ ਹੋਰ ਪੋਲੀਟੀਸ਼ੀਅਨਸ ਹੈਗੇ ਆ ਸਾਡੇ ਕੋਲ ਐਗਜ਼ਾਮਪਲਸ ਹੈ, ਮਾਊਂਟੇਨ ਕਲਾਈਂਬਰਸ ਹੈਗੀਆਂ, ਤੇ ਹਰ ਐਸਟਰੋਨੌਟਸ ਹੈਗੀਆਂ। ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਸਿਰਫ ਤੁਸੀਂ ਪੜ੍ਹਾਈ ਵੱਲ ਹੀ ਜਾਓ। ਜਿਹੜਾ ਕੰਮ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਕਰੋ, ਪਰ ਇਹ ਸ਼ਰਤ ਜ਼ਰੂਰ ਹੈ ਕਿ ਤੁਹਾਡੇ ਪੇਰੈਂਟਸ, ਤੁਹਾਡੀ ਫੈਮਿਲੀ, ਤੁਹਾਡੀ ਜਿਹੜੀ ਇਮੀਡੀਏਟ ਸੋਸਾਇਟੀ ਹੈ ਉਹ ਤੁਹਾਨੂੰ ਜੇ ਸਪੋਰਟ ਕਰੇ ਤਾਂ ਬਹੁਤ ਈਜ਼ੀ ਰਹਿੰਦਾ। ਤੇ ਮੇਰੀ ਜਰਨੀ ਇੱਦਾਂ ਰਹੀ ਹੈ ਕਿ ਮੈਂ ਸ਼ੁਰੂ ਤੋਂ ਹੀ ਮੇਰਾ ਪੜ੍ਹਾਈ 'ਚ ਬਹੁਤ ਇੰਟਰਸਟ ਸੀ। ਫਿਰ ਮੈਂ ਇੰਜੀਨੀਅਰਿੰਗ ਕੀਤੀ ਹੈ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਜਲੰਧਰ। ਫਿਰ ਉਸ ਤੋਂ ਬਾਅਦ ਮੈਂ ਐਜ਼ ਰਿਸਰਚ ਇੰਜੀਨੀਅਰ ਵਰਕ ਕਰਦੀ ਸੀ, ਦਿੱਲੀ ਸੀਗੀ ਮੈਂ। ਫਿਰ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਮੈਂ ਸੋਚਿਆ ਕਿ ਮੈਂ ਸੋਸਾਇਟੀ ਨੂੰ ਉਨਾ ਜ਼ਿਆਦਾ ਕੰਟਰੀਬਿਊਟ ਨਹੀਂ ਕਰ ਪਾ ਰਹੀ ਹਾਂ, ਪਲੱਸ ਮੇਰਾ ਜਿਹੜਾ ਏਰੀਆ ਸੀਗਾ, ਵਰਕ ਪ੍ਰੋਫਾਈਲ ਸੀਗੀ, ਉਹ ਬਹੁਤ ਡਾਈਵਰਸ ਨਹੀਂ ਸੀ। ਬਹੁਤ ਜ਼ਿਆਦਾ ਤਰੀਕੇ ਦੇ ਕੰਮ ਮੈਂ ਨਹੀਂ ਕਰ ਪਾ ਰਹੀ ਸੀ। ਮੈਂ ਉੱਥੇ ਇੱਕ ਥੋੜਾ ਲਿਮਿਟਿਡ ਫੀਲ ਕਰਦੀ ਸੀ ਕਿ ਮੇਰੇ ਜਿੰਨਾ ਪੋਟੈਂਸ਼ੀਅਲ ਹੈ ਮੈਂ ਉਹਨਾਂ ਯੂਟਿਲਾਈਜ਼ ਨਹੀਂ ਕਰ ਪਾਉਂਦੀ ਹਾਂ। ਇਸ ਕਰਕੇ ਮੈਂ ਫਿਰ ਡਿਸਾਈਡ ਕੀਤਾ ਕਿ ਮੈਂ ਪੰਜਾਬ ਸਿਵਲ ਸਰਵਿਸਿਜ਼ ਲਈ ਟਰਾਈ ਕਰੂੰਗੀ। ਜੌਬ ਦੇ ਨਾਲ ਨਾਲ ਹੀ ਮੈਂ ਮਿਹਨਤ ਕੀਤੀ, ਬਹੁਤ ਜ਼ਿਆਦਾ ਮਿਹਨਤ ਕੀਤੀ। ਪਹਿਲਾਂ ਮੈਂ 9 to 5 ਆਫਿਸ ਜਾਂਦੀ ਸੀ, ਫਿਰ ਉਸ ਤੋਂ ਬਾਅਦ ਘਰ ਆ ਕੇ ਪੜ੍ਹਦੀ ਸੀ, ਰਾਤ ਨੂੰ 1 ਜਾਂ 2 ਵਜੇ ਤੱਕ ਪੜ੍ਹਦੀ ਸੀ। ਫਿਰ ਉਸ ਤੋਂ ਬਾਅਦ ਸਵੇਰੇ ਆਫਿਸ ਲਈ ਵੀ ਤਿਆਰ ਹੋਣਾ, ਸਾਰਾ ਘਰ ਦੇਖਣਾ। ਇਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਮੈਨੂੰ ਲੱਗਾ ਕਿ ਮੈਂ ਆਪਣਾ ਪੂਰਾ ਪੋਟੈਂਸ਼ੀਅਲ ਨਹੀਂ ਯੂਜ਼ ਕਰ ਰਹੀ ਸੀ। ਵੈਸੇ ਜੇ ਤੁਸੀਂ ਦੇਖੋ ਨਾ, ਅਸੀਂ ਸਾਰੇ ਆਪਣੇ ਪੋਟੈਂਸ਼ੀਅਲ ਦਾ 40% ਵੀ ਨਹੀਂ ਵਰਤਦੇ, ਸਪੈਸ਼ਲੀ ਯੰਗਰ ਜਨਰੇਸ਼ਨ। ਬਹੁਤ ਪੋਟੈਂਸ਼ੀਅਲ, ਇਨਸਾਨ ਬਹੁਤ ਕੁਝ ਕਰ ਸਕਦਾ ਹੈ ਜੇ ਇੱਕ ਵਾਰੀ ਠਾਣ ਲਵੇ ਕਿ ਕੀ ਕਰਨਾ ਹੈ, ਜਿਸ ਤਰ੍ਹਾਂ ਕਿ ਇਹਨਾਂ ਨੇ ਠਾਣਿਆ। ਹੁਣ ਅਸੀਂ ਥੋੜਾ ਜਿਹਾ ਹੋਰ ਤਾਲੀਆਂ ਬਜਾਉਣ ਲਈ ਤਿਆਰ ਹੋ ਜਾਓ। ਕੁਝ ਐਸੀਆਂ ਬੱਚੀਆਂ ਨੂੰ ਬੁਲਾ ਰਹੇ ਹਾਂ ਜਿਨ੍ਹਾਂ ਦਾ ਹੁਣੇ ਤੁਸੀਂ ਰੀਸੈਂਟਲੀ ਅਖਬਾਰ ਵਿੱਚ ਵੀ ਪੜ੍ਹਿਆ ਹੋਣਾ ਹੈ। ਦਰਸ਼ਵੀਰ ਕੌਰ, ਪਲੀਜ਼ ਮੰਚ ਤੇ ਆਓ ਜ਼ਰਾ। ਇਹ ਉਹ ਬੱਚੀ ਹੈ ਜਿਹੜੀ ਲੁਧਿਆਣੇ ਤੋਂ, ਜਿਹਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਕਿੰਨੇ ਪਰਸੈਂਟ? 100%। ਮੈਨੂੰ ਨਹੀਂ ਸਮਝ ਆਇਆ ਕਿੱਦਾਂ ਲਿਖਦੇ ਨੇ। ਇਸ ਦੇ ਨਾਲ ਹੀ ਸਾਡੇ ਕੋਲ ਕਾਜਲ ਟੰਡਨ, ਉਹ ਕਹਿੰਦੀ ਜੀ ਮੇਰੇ 100 ਨਹੀਂ 99.96। ਮੈਂ ਕਿਹਾ ਸਾਡੇ ਲਈ 100 ਹੀ ਹੈ, 99.96। ਕਿਹੜੀਆਂ ਗੱਲਾਂ ਕਰਦੀਆਂ ਬੱਚੀਆਂ, ਸ਼ਾਬਾਸ਼, ਜ਼ੋਰਦਾਰ ਤਾਲੀਆਂ। ਤੇ ਤੀਜੀ ਬੱਚੀ ਆਪਣੇ ਕੋਲ ਹੈ ਜਿਹਨੇ ਮੈਡੀਕਲ ਦੇ ਵਿੱਚ ਟੌਪ ਕੀਤਾ ਹੈ, ਅਮਨਜੋਤ ਕੌਰ। ਤਾਲੀਆਂ ਜ਼ੋਰਦਾਰ ਚਾਹੀਦੀਆਂ, 100% ਨੰਬਰ ਲਏ ਕਦੀ। ਹੁਣ ਦੱਸੋ, ਤੁਹਾਨੂੰ ਇੱਕ ਮਿੰਟ ਤੁਹਾਨੂੰ ਤਿੰਨਾਂ ਨੂੰ ਮਿਲੇਗਾ, ਆਪਣੇ ਬਾਰੇ ਦੱਸੋ ਕਿ ਕਿੱਦਾਂ ਚੰਗਾ ਲੱਗਾ, ਕਿੱਦਾਂ ਪੜ੍ਹਾਈ ਕੀਤੀ, ਕੀ ਕੀਤਾ ਬਾਕੀ ਬੱਚਿਆਂ ਨੂੰ ਇਨਸਪਾਇਰ ਕਰਨ ਲਈ। ਜਿਵੇਂ ਕਿ ਮੈਂ 14 ਸਾਲ ਤੋਂ RS ਮਾਡਲ ਸਕੂਲ 'ਚ ਪੜ੍ਹ ਰਹੀ ਹਾਂ,
ਉੱਥੇ ਦੇ ਪ੍ਰਿੰਸੀਪਲ ਸਰ ਅਤੇ ਸਟਾਫ, ਮੋਸਟਲੀ ਮਾਈ ਪੇਰੈਂਟਸ ਇੰਸਪਾਇਰ ਮੀ ਡੈਟ ਕਿ ਹੋਰ ਅੱਗੇ ਵਧੋ, ਅਤੇ ਮੈਂ ਪ੍ਰੂਫ ਕਰਨਾ ਚਾਹੁੰਦੀ ਸੀ ਕਿ ਬੇਟੀਆਂ ਵੀ ਅੱਗੇ ਵੱਧ ਸਕਦੀਆਂ ਨੇ। ਅੱਜ ਕੱਲ੍ਹ ਬੇਟੀਆਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਮੇਰਾ 3rd ਰੈਂਕ ਆਇਆ ਸੀ ਆਲ ਓਵਰ ਪੰਜਾਬ ਦੇ ਵਿੱਚ, ਔਰ ਇਹਦਾ ਕ੍ਰੈਡਿਟ ਮੇਰੇ ਪੇਰੈਂਟਸ ਨੂੰ ਔਰ ਮੇਰੇ ਸਕੂਲ ਨੂੰ ਜਾਂਦਾ ਸਪੈਸ਼ਲੀ। ਅਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਨੰਨੀ ਛਾਂ ਜਿਹੜੀ ਆ ਉਹ ਆਪਣੇ ਪੇਰੈਂਟਸ ਲਈ ਸੰਘਣੀ ਛਾਂ ਵੀ ਬਣ ਸਕਦੀ ਆ। ਸਿਰਫ ਲੋੜ ਹੈ ਤਾਂ ਇੱਕ ਵਾਰ ਉਹਨਾਂ 'ਤੇ ਵਿਸ਼ਵਾਸ ਕਰੋ, ਭਰੋਸਾ ਕਰਕੇ ਤਾਂ ਦੇਖੋ, ਫਿਰ ਦੇਖੋ ਕੀ ਕਰਦੀਆਂ ਨੇ। ਵਾਹ, ਬੜੀ ਸੋਹਣੀ ਗੱਲ ਕਹੀ ਹੈ। ਨੰਨੀ ਛਾਂ ਸੰਘਣੀ ਛਾਂ ਵੀ ਬਣ ਸਕਦੀ ਹੈ। ਵੈਰੀ ਗੁੱਡ। ਪਹਿਲਾਂ ਤਾਂ ਬਹੁਤ ਜ਼ਿਆਦਾ ਮੈਨੂੰ ਖੁਦ ਨੂੰ ਹੈਰਾਨੀ ਹੋਈ ਸੀ ਕਿ ਮੇਰੇ 100% ਮਾਰਕਸ ਆ ਗਏ ਬੋਰਡ ਦੇ ਵਿੱਚੋਂ, ਤਾਂ ਬਾਕੀ ਤਾਂ ਮੈਨੂੰ ਖੁਦ ਨੂੰ ਨਹੀਂ ਯਕੀਨ ਹੋ ਰਿਹਾ ਸੀ ਕਿ ਇੰਨਾ ਅੱਗੇ ਵੀ ਆ ਗਿਆ। ਪਰ ਮੇਰੇ ਪਾਪਾ ਮੰਮਾ, ਮੇਰੇ ਪੇਰੈਂਟਸ ਨੇ ਇੰਨੀ ਸਪੋਰਟ ਕੀਤੀ ਹਰ ਥਾਂ, ਉਹਨਾਂ ਨੇ ਕਦੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ। ਮੈਂ ਹਜੇ ਵੀ ਇਹ ਕਹਿਣਾ ਚਾਹੂੰਗੀ, ਕਦੇ ਪਲੀਜ਼ ਪ੍ਰੈਸ਼ਰਾਈਜ਼ ਨਾ ਕਰੋ। ਮੈਂ ਦੇਖਿਆ ਕਿ ਮੈਨੂੰ ਬਹੁਤ ਕਹਿ ਰਿਹਾ ਕਿ ਤੁਸੀਂ ਕੀ ਇੰਸਪਾਇਰ ਕਰੋਗੇ, ਇੰਸਪੀਰੇਸ਼ਨ ਹੋ ਤੁਸੀਂ ਬਾਕੀਆਂ ਲਈ। ਮੈਂ ਪੇਰੈਂਟਸ ਨੂੰ ਵੀ ਕਹੂੰਗੀ ਪਲੀਜ਼ ਮੈਨੂੰ ਇੰਸਪੀਰੇਸ਼ਨ ਹੀ ਰਹਿਣ ਦਿਓ, ਡਿਪਰੈਸ਼ਨ ਨਾ ਬਣਾਇਓ ਬੱਚਿਆਂ ਦਾ ਕਿ ਉਹ ਮੈਨੂੰ ਲੈ ਕੇ ਇਹ ਸੋਚਣ ਕਿ ਇਹਦੇ ਇੰਨੇ ਮਾਰਕਸ ਆ ਗਏ ਤਾਂ ਤੁਹਾਡੇ ਕਿਉਂ ਨਹੀਂ ਆ ਰਹੇ। ਉਹਨਾਂ ਨੂੰ ਉਹਨਾਂ ਦੀ ਫੀਲਡ ਜਿੱਧਰ ਉਹਨਾਂ ਦਾ ਇੰਟਰਸਟ ਆ ਉੱਧਰ ਹੀ ਜਾਣ ਦਿਓ ਪਲੀਜ਼। ਉਹਨਾਂ ਨੂੰ ਆਏ ਨਾ ਕਿਉਂਕਿ ਤੂੰ ਇੱਧਰ ਹੀ ਕਰ, ਤੂੰ ਵੀ 100% ਲੈ 100% ਲੈ। ਅਗਰ ਜਿੱਧਰ ਉਹਨਾਂ ਦਾ ਐਫਰਟ ਹੈ ਪਲੀਜ਼ ਉੱਧਰ ਹੀ ਉਹਨਾਂ ਨੂੰ ਜਾਣ। ਬਹੁਤ ਸੋਹਣੀ ਗੱਲ ਕੀਤੀ, ਬਹੁਤ ਸੋਹਣੀ ਗੱਲ ਕੀਤੀ। ਪਰ ਇੱਕ ਗੱਲ ਦੱਸੋ ਬਦਰਸ਼ਵੀਰ, ਤੁਸੀਂ ਕਦੀ ਕੋਈ ਗਲਤੀ ਨਹੀਂ ਕਰਦੇ ਪੇਪਰ 'ਚ? ਕੋਈ ਸਪੈਲਿੰਗ ਦੀ, ਕਿਸੇ ਕਿਸਮ ਦੀ ਕੋਈ ਗਲਤੀ ਨਹੀਂ ਹੋਈ? ਗਲਤੀਆਂ ਤਾਂ ਪੁੱਛੋ ਨਾ। ਜਿਹੜੇ 100% ਆਏ ਤੇ ਇਹਦਾ ਮਤਲਬ ਗਲਤੀ ਪੇਪਰ 'ਚ ਤਾਂ ਕੋਈ ਨਹੀਂ ਕੀਤੀ ਤੁਸੀਂ? ਹਾਂਜੀ, ਐਕਚੁਅਲੀ ਗਲਤੀਆਂ ਤੋਂ ਹੀ ਬੰਦਾ ਸਿੱਖਦਾ। ਮੈਂ ਇੰਨੀਆਂ ਗਲਤੀਆਂ ਕੀਤੀਆਂ ਪੇਪਰ ਵਿੱਚ, ਇੰਨੀਆਂ ਗਲਤੀਆਂ ਕਿ ਮੈਂ ਖੁਦ ਡਿਪਰੈਸ ਹੋ ਗਈ ਸੀ ਕਿ 100% ਤਾਂ ਕਿਆ ਮੇਰੇ 80% ਵੀ ਨਹੀਂ ਆਏ ਜੇ ਮੈਂ ਇਸੇ ਤਰ੍ਹਾਂ ਗਲਤੀਆਂ ਕਰਦੀ ਰਹੂੰਗੀ। ਬਹੁਤ ਗਲਤੀਆਂ ਕੀਤੀਆਂ, ਡਾਂਟ ਵੀ ਪਈ ਆ, ਕਲਾਸ 'ਚੋਂ ਬਾਹਰ ਵੀ ਕੱਢਿਆ ਮੈਮ ਨੇ। ਪਰ ਸ਼ਾਇਦ ਉਸੇ ਦਾ ਨਤੀਜਾ ਕਿ ਅੱਜ ਇੰਨਾ ਬਿਨਾਂ ਗਲਤੀ ਤੋਂ ਮੈਂ ਸ਼ਾਇਦ ਕੋਈ ਪੇਪਰ ਕੀਤਾ ਹੋਵੇ। ਇਨਪਰਫੈਕਸ਼ਨ ਤਾਂ ਹੁੰਦੀ ਹੈ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਪ੍ਰੈਕਟਿਸ ਦੇ ਨਾਲ ਹੀ ਬੰਦਾ ਅੱਗੇ ਵੱਧਦਾ। ਪਲੀਜ਼ ਵੈਰੀ ਗੁੱਡ। ਤੁਹਾਨੂੰ ਤਿੰਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਅੱਗੇ ਲਈ ਹੋਰ ਬਹੁਤ ਬਹੁਤ ਸ਼ੁਭ ਇੱਛਾਵਾਂ ਸਾਰੇ ਸਾਡੇ ਮੁਲਕ ਵੱਲੋਂ। ਹਾਂਜੀ ਪਲੀਜ਼। ਦੇਖੋ ਇੱਕ ਗੱਲ ਤੁਸੀਂ ਹੋਰ ਨੋਟ ਕੀਤੀ ਹੈ ਕਿ ਸਿਰਫ ਨੰਬਰ ਲੈਣਾ, ਜਿਹੜਾ ਅਸੀਂ ਕਹਿੰਦੇ ਆ ਨਾ ਨੰਬਰ ਲੈਣਾ ਨਹੀਂ, ਬਹੁਤ ਸੋਹਣੀ ਗੱਲ ਕੀਤੀ ਅਰਸ਼ਦੀਪ ਨੇ ਕਿ ਨੰਬਰ ਲੈਣਾ ਤੁਸੀਂ ਵੀ ਮਗਰ ਪੈ ਜਾਓ, ਪ੍ਰੈਸ਼ਰ ਦੇ ਅੱਗੇ ਬੜੀਆਂ ਬਿਮਾਰੀਆਂ ਸਾਡੇ ਹੋ ਰਹੀਆਂ। ਪਰ ਬੁੱਧੀਵਾਨ ਕਿੰਨੀਆਂ ਨੇ, ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਦੋਨਾਂ ਨੇ। 10th ਪਾਸ ਕੀਤੀ ਹੈ, ਹਾਲੇ +2 ਇਹਨਾਂ ਨੇ, ਔਰ ਕਿੰਨੀ ਸੋਹਣੀ ਗੱਲ ਉਹ ਕਰ ਗਈ ਹੈ ਕਿ ਇੱਕ ਇਨਸਪੀਰੇਸ਼ਨ ਬਣਾ ਕੇ ਅਸੀਂ ਕੰਪੀਟੀਸ਼ਨ 'ਚ ਨਾ ਪੈ ਜਾਈਏ ਕਿ ਉਹਦੇ ਇੰਨੇ ਨੰਬਰ, ਉਹਦੇ ਇੰਨੇ ਨੰਬਰ। ਉਹ ਨਹੀਂ ਹੈ, ਸਾਡਾ ਕੋਈ ਕੰਪੀਟੀਸ਼ਨ ਦੁਨੀਆ 'ਤੇ ਨਹੀਂ ਚੱਲ ਰਿਹਾ। ਅਸੀਂ ਸਾਰੇ ਜਿਹੜੇ ਹੈ। ਹਾਂਜੀ, ਹੁਣ ਮੈਂ ਇੱਧਰ ਆ ਰਹੀ ਹਾਂ ਜੀ ਡਾਕਟਰ ਰਾਜੀਵ ਅਰੋੜਾ ਦੇ ਕੋਲ, ਜਿਹੜੇ ਕਿ ਪਿਮਸ ਦੇ ਵਿੱਚ ਵਾਈਸ ਪ੍ਰਿੰਸੀਪਲ ਨੇ। ਤੁਸੀਂ ਜ਼ਰਾ ਦੱਸੋਗੇ ਕਿ ਤੁਹਾਡੇ ਇੰਸਟੀਚਿਊਟ ਦੇ ਵਿੱਚ ਕਿੰਨੀਆਂ ਕੁੜੀਆਂ ਹੈ ਔਰ ਕਿੰਨੀ ਕੁ ਉਹਨਾਂ ਦੀ ਪਰਫਾਰਮੈਂਸ ਰਹਿੰਦੀ ਹੈ, ਔਰ ਕਿਸ ਤਰ੍ਹਾਂ ਡਿਫਰੈਂਟ ਬਿਹੇਵੀਅਰ ਕਿੰਨਾ ਕੁ ਰਹਿੰਦਾ ਮੁੰਡੇ ਕੁੜੀਆਂ ਦਾ? ਮੇਰਾ ਇੱਕ ਐਕਸਪੀਰੀਅੰਸ ਹੈ ਅੱਜ ਤੋਂ 25 ਸਾਲ ਪਹਿਲੇ ਜਦੋਂ ਮੈਡੀਕਲ ਸਟੂਡੈਂਟ ਸੀਗਾ, ਉਸ ਟਾਈਮ ਤੇ 20% ਗਰਲਸ ਸੀਗੀਆਂ ਤੇ 80% ਬॉयਜ਼ ਸੀਗੇ। ਹੁਣ ਜਦੋਂ ਸਾਡੀ ਸਿਲੈਕਸ਼ਨ ਹੁੰਦੀ ਹੈ 70% ਆਰ ਗਰਲਸ ਇਨ ਮੈਰਿਟ। ਫਿਰ ਜਦੋਂ ਅਸੀਂ ਟੌਪਰਸ ਦੀ ਲਿਸਟ ਦੇਖਦੇ ਹਾਂ, ਪਹਿਲੇ 10 ਚੋਂ 8 ਜਾਂ 9 ਲੜਕੀਆਂ, ਅਨਫੋਰਚੂਨੇਟਲੀ 1 ਜਾਂ 2 ਬॉयਜ਼। ਕਮਾਲ ਹੈ, ਤਾਲੀਆਂ ਲਈ ਵੀ ਕਹਿਣਾ ਪੈਂਦਾ। ਫਿਰ ਮੈਨੂੰ ਬੜਾ ਅਫਸੋਸ ਹੁੰਦਾ, ਮੈਂ ਬॉयਜ਼ ਨੂੰ ਲੜਕੀਆਂ ਦੀ ਐਗਜ਼ਾਮਪਲ ਦਿੰਦਾ। ਜੇ 10 ਬੱਚੇ ਸਪਲੀਮੈਂਟਰੀ ਆ ਰਹੀ ਹੈ, ਅਨਫੋਰਚੂਨੇਟਲੀ 9 ਬॉयਜ਼ ਹੈ ਉਹਦੇ 'ਚ। ਸੋ ਮੇਰਾ ਐਕਸਪੀਰੀਅੰਸ ਜਿਹੜਾ ਆਈ ਫੀਲ ਗਰਲ ਚਾਈਲਡ ਇਜ਼ ਅ ਸਟਰੋਂਗਰ ਸੈਕਸ, ਸਟਰੋਂਗਰ ਜੈਂਡਰ। ਔਰ ਐਜ਼ ਏ ਮੈਡੀਕਲ ਕਾਲਜ ਅਸੀਂ ਟ੍ਰੇਨ ਕਰ ਰਹੇ ਹਾਂ ਫਿਊਚਰ ਡਾਕਟਰਸ ਤੇ ਪੈਰਾਮੈਡੀਕਲਸ ਨੂੰ। ਅਸੀਂ ਟਰਾਈ ਕਰ ਰਹੇ ਹਾਂ ਕਿ ਉਹਨਾਂ ਨੂੰ ਜੈਂਡਰ ਸੈਂਸਿਟਾਈਜੇਸ਼ਨ ਦਈਏ ਕਿ ਦੇਰ ਇਜ਼ ਨਥਿੰਗ ਲਾਈਕ ਲੈਸਰ ਜੈਂਡਰ, all of you are equal। ਬਿਲਕੁਲ ਸਹੀ ਗੱਲ ਹੈ। ਪਰ ਇੱਕ ਸਾਨੂੰ ਨਾ ਵੈਸੇ ਇਸ ਵੇਲੇ ਬਹੁਤ ਧਿਆਨ ਦੇਣ ਦੀ ਲੋੜ ਹੈ। ਹਾਲਾਂਕਿ ਹਾਲੇ ਸਾਨੂੰ ਬਹੁਤ ਲੋੜ ਹੈ ਬੇਟੀ ਬਚਾਓ ਦੇ ਵਿੱਚ ਕੰਮ ਕਰਨ ਲਈ, ਹੋਰ ਬੇਟੀਆਂ ਨੂੰ ਪੜ੍ਹਾਉਣ ਲਈ, ਉਹਨਾਂ ਨੂੰ ਰਿਸਪੈਕਟ ਦਿਵਾਉਣ ਲਈ ਬਹੁਤ ਬਹੁਤ ਪਹਾੜ ਪਏ ਕੰਮ ਕਰਨ ਦੇ। ਪਰ ਇੱਕ ਚੀਜ਼ ਆਪਾਂ ਦਿਮਾਗ 'ਚ ਰੱਖੀਏ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਮੁੰਡੇ ਕਿਸੇ ਪਾਸਿਓਂ ਘੱਟ ਹੈ ਜਾਂ ਜੇ ਮੁੰਡਿਆਂ ਦੇ ਨੰਬਰ ਘੱਟ ਆਉਣ ਤੇ ਅਸੀਂ ਖੁਸ਼ ਹੋ ਜਾਈਏ। ਉਹ ਵਾਲੇ ਮੁੰਡੇ ਕੁੜੀਆਂ ਜਿਹੜਾ ਅਸੀਂ ਬਰਾਬਰੀ ਦੀ ਗੱਲ ਕਰ ਰਹੇ ਹਾਂ, ਉਹ ਤਾਂ ਕਰਨੀ ਪਈ ਕਿ ਕੁੜੀਆਂ ਨੂੰ ਬਰਾਬਰੀ ਨਹੀਂ ਸੀ ਮਿਲ ਰਹੀ। ਸੋ ਹੁਣ ਅਸੀਂ ਦੂਜਾ ਪੱਖ ਨਹੀਂ ਸ਼ੁਰੂ ਕਰਨਾ
ਜਿੱਦਾਂ ਡਾਊਰੀ 'ਚ ਹੋ ਗਿਆ ਕਿ ਹੁਣ ਉਧਰ ਵਿਚਾਰੇ ਹੁਣ ਮੁੰਡੇ ਸਤਾਏ ਜਾਣ ਲੱਗ ਗਏ, ਉਧਰਲੇ ਪਾਸੇ ਨਹੀਂ ਆਪਾਂ ਤੁਰਨਾ ਹੈ। ਜੇ ਮੁੰਡੇ ਘੱਟ ਨੰਬਰ ਆ ਰਹੇ ਨੇ, ਮੇਰਾ ਖਿਆਲ ਉਹਦੇ ਤੇ ਅਸੀਂ ਅਲੱਗ ਡਿਸਕਸ਼ਨ ਕਰ ਸਕਦੇ ਹਾਂ, ਕਿੰਨੀਆਂ ਉਹਨਾਂ ਕੋਲ ਡਿਸਟਰੈਕਸ਼ਨ ਜ਼ਿਆਦਾ, ਕੁੜੀਆਂ ਨੂੰ ਜਿਹੜਾ ਇੱਧਰ ਉੱਧਰ ਜਾਣ ਨਹੀਂ ਦਿੰਦੇ। ਤਾਂ ਮੇਰੇ ਖਿਆਲ ਟਾਈਮ, ਕਿਉਂ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ, ਕਿਉਂ ਇੰਨਾ ਫਰਕ ਹੈਗਾ ਉਹਨਾਂ ਦਾ? ਕੀ ਉਹਨਾਂ ਦੇ ਆਈਕਿਊ 'ਚ ਫਰਕ ਹੈ, ਇੰਟੈਲੀਜੈਂਸ ਫਰਕ ਹੈ, ਪਰਫਾਰਮੈਂਸ ਕੀ, ਹਾਰਡ ਵਰਕਿੰਗ ਘੱਟ ਨੇ? ਜਿੱਦਾਂ ਤੁਸੀਂ ਕਿਹਾ ਕਿ ਡਿਸਟਰੈਕਸ਼ਨਸ ਬਹੁਤ ਹੈ ਬॉयज़ ਕੋਲੋਂ, ਉਹਨਾਂ ਨੇ ਘੁੰਮਣਾ ਵੀ ਹੈ, ਉਹਨਾਂ ਨੇ ਆਪਣਾ ਟਾਈਮ ਹੋਰ ਜਗ੍ਹਾ ਵੀ ਯੂਜ਼ ਕਰਨਾ, ਬਟ ਗਰਲਸ ਦੇ ਹੈਵ ਅ ਸਿੰਗਲ ਮਾਈਂਡਡ ਫੋਕਸ ਹੈ ਉਹਨਾਂ ਦਾ ਟੂਵਰਡਸ देयर ਗੋਲ ਜੀ। ਔਰ ਉਹਦੇ ਵਿੱਚ ਸਾਨੂੰ ਹੁਣ ਬॉयज़ ਨੂੰ ਐਗਜ਼ਾਮਪਲ ਦੇਣਾ ਪੈਂਦਾ ਲੜਕੀਆਂ ਦਾ ਕਿ ਦੇਖੋ ਟੌਪ ਕਰ ਰਹੀਆਂ, ਤੁਸੀਂ ਵੀ ਕੁਝ ਕਰੋ, ਐਟਲੀਸਟ ਬਰਾਬਰ ਦਾ ਆ ਜਾਓ। ਗੁੱਡ ਜੀ, ਗੁੱਡ। ਹਾਂਜੀ ਚੌਹਾਨ ਸਾਹਿਬ, ਤੁਸੀਂ ਬੜੀ ਦੇਰ ਤੋਂ ਚੁੱਪ ਬੈਠੇ ਹੋ ਔਰ ਮੈਨੂੰ ਪਤਾ ਬਹੁਤ ਕੁਝ ਅੰਦਰ ਹੋ ਰਿਹਾ ਹੈ, ਇੰਨਾ ਕੰਮ ਇਹਨਾਂ ਨੇ ਕੀਤਾ ਹੋਇਆ ਹੈਗਾ ਔਰ ਜੱਜ ਹੈਗੇ ਨੇ ਔਰ ਤੁਹਾਡੀਆਂ ਆਪਣੀਆਂ ਬੇਟੀਆਂ ਵੀ ਬਹੁਤ ਅੱਛਾ ਕਰ ਰਹੀਆਂ। ਤੁਸੀਂ ਦੱਸੋ ਪਹਿਲੇ ਤਾਂ ਇਹ ਕਿ ਸਾਡੇ ਜਿਹੜੇ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਆਮ ਅਸੀਂ ਗੱਲ ਕਰੀਏ ਤਾਂ ਲੱਗਦਾ ਹੈ ਕਿ ਅਸੀਂ ਆਪਣੇ ਸ਼ਾਸਤਰਾਂ 'ਚ ਦੇਖ ਲਈਏ, ਗੁਰੂ ਗ੍ਰੰਥ ਸਾਹਿਬ ਜੀ 'ਚ ਦੇਖ ਲਈਏ, ਕਿਤੇ ਵੀ ਇਦਾਂ ਨਹੀਂ ਹੈਗਾ ਕਿ ਔਰਤ ਨੂੰ ਕਿਸੇ ਕਿਸਮ ਦੀ ਵੀ ਘੱਟ ਇੱਜ਼ਤ ਜਾਂ ਕਿਸੇ ਤਰ੍ਹਾਂ ਵੀ ਨੀਵਾਂ ਮੰਨਿਆ ਗਿਆ ਹੋਵੇ। ਫਿਰ ਇਹ ਕੀ ਹੋ ਗਿਆ ਸਮਾਜ ਦੇ ਵਿੱਚ, ਕਿੱਦਾਂ ਇਹ ਦੌੜ ਚੱਲ ਪਈ ਔਰ ਕਿੱਧਰ ਨੂੰ ਤੁਰ ਪਏ? ਬੜਾ ਅੱਛਾ ਲੱਗਾ ਜੀ, ਅੱਜ ਸਾਰੀਆਂ ਬੱਚੀਆਂ ਆਈਆਂ ਇੱਥੇ ਸਟੇਜ ਤੇ, ਸਾਰੀਆਂ ਬੱਚੀਆਂ ਨੇ ਆਪਣਾ ਆਪਣਾ ਤਜਰਬਾ ਦੱਸਿਆ, ਕਿੱਦਾਂ ਉਹਨਾਂ ਨੇ ਤਿਆਰੀ ਕੀਤੀ ਹੈ, ਕਿਵੇਂ ਅੱਗੇ ਵਧੀਆ ਵਧੀਆ ਮਾਰਕਸ ਕਿਵੇਂ ਲਏ ਨੇ। ਔਰ ਮੇਰਾ ਜਿਹੜਾ ਪਰਸਨਲ ਤਜਰਬਾ ਹੈ, ਕਿਉਂਕਿ ਮੇਰੀਆਂ ਦੋਨੋਂ ਬੇਟੀਆਂ ਇਸ ਵਾਰੀ ਬਤੌਰ ਜੱਜ ਕੰਮ ਕਰ ਰਹੀਆਂ ਪੰਜਾਬ ਦੇ ਵਿੱਚ, ਦੋਨਾਂ ਦੀ ਸਿਲੈਕਸ਼ਨ ਇਕੱਠੀ ਇੱਕੋ ਬੈਚ ਦੇ ਵਿੱਚ ਹੋਈ ਸੀ ਤੇ ਦੋਨਾਂ ਦੀ ਜਿਹੜੀ ਬਤੌਰ ਜੱਜ ਹੋਈਆਂ 22 23 ਸਾਲ ਦੀ ਉਮਰ ਦੇ ਵਿੱਚ। ਔਰ ਮੇਰਾ ਪਰਸਨਲ ਤਜਰਬਾ ਕਿ ਲੜਕੀਆਂ ਨੂੰ ਮਾਂ-ਬਾਪ ਦਾ ਜੇ ਪਿਆਰ ਪੂਰਾ ਮਿਲੇ, ਮਾਂ-ਬਾਪ ਦਾ ਜੇ ਪੂਰਾ ਧਿਆਨ ਮਿਲੇ, ਮਾਂ-ਬਾਪ ਉਹਨਾਂ ਦਾ ਪੂਰਾ ਸਤਿਕਾਰ ਕਰਨ ਔਰ ਮਾਂ-ਬਾਪ ਡਾਂਟਣ ਨਾ ਔਰ ਮਾਂ-ਬਾਪ ਬੱਚੇ ਦੇ ਬਰਾਬਰ ਸਮਝਣ, ਤਾਂ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਕਿ ਮੇਰੇ ਕੋਲ ਦੋਨੋਂ ਬੇਟੀਆਂ ਹੀ ਹੋਈਆਂ, ਬੇਟਾ ਨਹੀਂ ਹੋਇਆ। ਸ਼ਾਇਦ ਇਹ ਦੋਨੋਂ ਬੇਟੀਆਂ ਇਸ ਕਰਕੇ ਆਈਆਂ ਮੇਰੀ ਵਰਥ ਚੈੱਕ ਕਰਨ ਵਾਸਤੇ ਵੀ ਕਿੰਨੀ ਕੁ ਐਕਸਟੈਂਟ ਤੱਕ ਤੁਸੀਂ ਬਰਦਾਸ਼ਤ ਕਰ ਸਕਦੇ ਹੋ। ਔਰ ਬੱਚਿਆਂ ਨੂੰ ਜਿੰਨਾ ਤੁਸੀਂ ਸੰਸਕਾਰ ਪੇਰੈਂਟਸ ਦੇ ਸਕਦੇ ਨੇ, ਕਿਉਂਕਿ ਪੇਰੈਂਟਸ ਨੇ ਬਚਪਨ ਤੋਂ ਜਿੰਨਾ ਬੈਸਟ ਤਰੀਕੇ ਨਾਲ ਪੇਰੈਂਟਸ ਬੱਚੀ ਨੂੰ ਜਾਣਦੇ ਨੇ, ਉਹਨਾਂ ਕੋਈ ਹੋਰ ਨਹੀਂ ਜਾਣ ਸਕਦਾ। ਔਰ ਪੇਰੈਂਟਸ ਜਾਣਦੇ ਨੇ ਕਿ ਬੱਚੀ 'ਚ ਕਿੱਥੇ ਵੀਕਨੈਸ ਹੈ, ਔਰ ਪੇਰੈਂਟਸ ਇਹ ਵੀ ਜਾਣਦੇ ਨੇ ਕਿ ਬੱਚੀ ਨੂੰ ਜੇ ਆਹ ਗੱਲ ਕਹੀ ਤਾਂ ਬੱਚੀ ਨੂੰ ਗੁੱਸਾ ਕਰਨਾ, ਜੇ ਬੱਚੇ ਨੂੰ ਆਹ ਗੱਲ ਕਹੀ ਤੇ ਬੱਚਾ ਇਨਕਰੇਜ ਹੋਏਗਾ। ਔਰ ਪੇਰੈਂਟਸ ਹਰ ਪੱਖੋਂ ਜੇ ਬੱਚੇ ਵੱਲ ਧਿਆਨ ਦੇਣ ਤੇ ਕੋਈ ਕਮੀ ਨਹੀਂ ਹੈ ਕਿ ਬੱਚੀਆਂ ਪਿੱਛੇ ਰਹਿ ਜਾਣ। ਔਰ ਨਾਲ ਇਹ ਵੀ ਹੈ, ਪੇਰੈਂਟਸ ਵਾਸਤੇ ਬੱਚੀ ਕਦੀ ਬੋਝ ਨਹੀਂ ਬਣ ਸਕਦੀ ਜੇ ਪੇਰੈਂਟਸ ਸ਼ੁਰੂ ਤੋਂ ਆਪਣੀ ਪ੍ਰੋਪਰਲੀ ਡਿਊਟੀ ਦੇਣ। ਹੁਣ ਇਹ ਨਹੀਂ ਕਿ ਪੇਰੈਂਟਸ ਨੇ ਬੱਚੇ ਨੂੰ ਸਕੂਲ ਪਾਤਾ, ਫੀਸ ਦੇਤੀ ਤਾਂ ਮੈਟਰ ਇਜ਼ ਓਵਰ, ਕੰਮ ਖਤਮ ਨਹੀਂ ਹੁੰਦਾ। ਸਗੋਂ ਰੋਜ਼ ਬੱਚਾ ਜਦੋਂ ਪੜ੍ਹ ਕੇ ਆਉਂਦਾ, ਮਾਂ-ਬਾਪ ਇੰਨੇ ਹੀ ਪੁੱਛ ਲੈਣ ਵੀ ਕੀ ਕੀਤਾ ਬੇਟੇ, ਅੱਜ ਕੀ ਕਰਕੇ ਆਏ ਹੋ, ਉਹਦੇ ਵਾਸਤੇ ਫੈਸਿਲਿਟੀ ਜੋ ਹੈ ਉਹ ਡੇਲੀ ਫੈਸਿਲਿਟੀ ਤਿਆਰ ਰੱਖਣ। ਹੁਣ ਜਦੋਂ ਮੇਰੀਆਂ ਬੱਚੀਆਂ ਦੋਨੋਂ ਇਹਨਾਂ ਨੇ LLB ਕੀਤੀ ਹੈ, ਇਹਨਾਂ ਕੋਲ ਟਾਈਮ ਸਿਰਫ 2 ਮਹੀਨੇ ਦਾ ਸੀਗਾ। ਬੱਚਿਆਂ ਨੂੰ ਮੈਂ ਕਿਹਾ ਵੀ 2 ਮਹੀਨੇ ਤੁਹਾਡੇ ਕੋਲ ਹੈਗੇ ਨੇ, 2 ਮਹੀਨੇ 'ਚ ਤੁਸੀਂ ਅੱਗੇ PCS ਜੁਡੀਸ਼ੀਅਲ 'ਚ ਅਪੀਅਰ ਹੋਣਾ। ਤੇ ਇਹਨਾਂ ਨੇ ਨਾਲ ਹੀ ਇਹਦੇ 'ਚ LLB ਦਾ ਵੀ ਹਲਾ ਐਗਜ਼ਾਮ ਕਰਨਾ ਸੀਗਾ, ਕਿਉਂਕਿ LLB ਦੇ ਵਿੱਚ ਜੇ ਫਾਈਨਲ ਈਅਰ ਸੀਗਾ। ਉਹਨਾਂ 'ਤੇ ਦੋਨੋਂ ਬਰਡਨ ਸੀਗੇ, LLB ਵੀ ਕਰਨੀ ਸੀ ਤੇ ਨਾਲ PCS ਜੁਡੀਸ਼ੀਅਲ ਵਾਸਤੇ ਵੀ। ਲੇਕਿਨ ਦੇ ਵਰ ਰੈਡੀ, ਦੇ ਵਰ ਸੇਇੰਗ ਗਾਈਡ ਅਸ ਪ੍ਰੋਪਰਲੀ, ਵੀ ਵਿਲ ਡੂ। ਐਂਡ ਦੇ ਵਰ ਸਟੱਡੀਇੰਗ ਇਨ ਅ ਡੇ ਕੰਟੀਨਿਊਸਲੀ 16 ਆਵਰ 15 ਆਵਰ 2 ਮੰਥਸ। ਕੀ ਹੋਏ ਨੇ 2 ਮਹੀਨੇ ਦੇ ਵਿੱਚ, ਅਸੀਂ ਸਾਰੀ ਦੁਨੀਆ ਤੋਂ ਕੱਟ ਆਫ ਹੋ ਗਏ। ਲੌਕ ਅੰਦਰਲਾ ਲੌਕ ਲਾ ਕੇ ਸਰਵੈਂਟ ਨੂੰ ਕਹਿਤਾ ਜਿਹੜਾ ਬਾਹਰ ਆਵੇ ਕਹਿ ਦਿਓ ਵੀ ਇੱਥੇ ਹੈ ਨਹੀਂ ਕੋਈ ਵੀ। 2 ਮਹੀਨੇ ਕੱਟ ਆਫ ਹੋ ਗਏ। ਬੱਚਿਆਂ ਨੇ TV ਨਹੀਂ ਦੇਖਿਆ, ਬੱਚਿਆਂ ਨੇ ਇੰਨੀ ਮਤਲਬ ਉਹਨਾਂ 'ਚ ਐਂਗਜ਼ਾਇਟੀ ਸੀ, ਆਪਣੇ ਮੋਬਾਈਲ ਆਫ ਕਰਕੇ ਮੈਨੂੰ ਦੇਤੇ, ਕਹਿੰਦੇ ਵੀ ਅਸੀਂ ਮੋਬਾਈਲ ਵੀ ਨਹੀਂ ਸੁਣਨੇ। 2 ਮਹੀਨੇ ਸਖਤ ਮਿਹਨਤ ਕਰਨ ਦੇ ਨਾਲ ਬੱਚੇ ਟੌਪਰ ਬਣੇ ਆਪਣੇ। ਵੈਰੀ ਗੁੱਡ, ਵੈਰੀ ਗੁੱਡ, ਜ਼ੋਰਦਾਰ। ਚਲੋ ਜੀ, ਇਹਦੇ ਬਾਰੇ ਅਸੀਂ ਗੱਲਬਾਤ ਅੱਗੇ ਜਾਰੀ ਰੱਖਾਂਗੇ। ਕਾਫੀ ਸਾਰੇ ਮੇਰੇ ਮਨ 'ਚ ਸਵਾਲ ਆ ਰਹੇ ਨੇ, ਮੇਰੇ ਖਿਆਲ ਆਡੀਅנס ਦੇ ਮਨ 'ਚ ਵੀ ਹੋਣੇ ਨੇ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਫੇਰ ਸਵਾਗਤ ਹੈ ਚੈਟ ਸ਼ੋਅ ਦੇ ਵਿੱਚ।
ਬ੍ਰੇਕ ਤੋਂ ਪਹਿਲੇ ਬੜਾ ਸੋਹਣਾ ਚੌਹਾਨ ਸਾਹਿਬ ਗੱਲਾਂ ਕਰ ਰਹੇ ਸੀ ਕਿਸ ਤਰ੍ਹਾਂ ਇਹਨਾਂ ਦੀਆਂ ਬੱਚੀਆਂ ਨੇ ਇੰਨੀ ਮਿਹਨਤ ਕਰਕੇ ਕੀਤਾ, ਤਾਲੀਆਂ ਵਜਾਈਆਂ। ਇੱਕ ਵਾਰੀ ਜ਼ੋਰਦਾਰ ਤਾਲੀਆਂ ਨਾਲ ਬ੍ਰੇਕ। ਹੁਣ ਮੈਨੂੰ ਇੱਕ ਗੱਲ ਦੱਸੋ ਚੌਹਾਨ ਸਾਹਿਬ ਕਿ ਤੁਸੀਂ ਦੱਸਿਆ ਕਿ ਬੱਚੀਆਂ ਬਹੁਤ ਪੜ੍ਹਦੀਆਂ ਸੀ, ਸਵੇਰ ਤੋਂ ਸ਼ਾਮ ਤੱਕ ਕੁੰਡੀ ਲਾ ਕੇ ਬੈਠੀਆਂ ਹੁੰਦੀਆਂ ਸੀਗੀਆਂ, ਮੈਂ ਮੋਬਾਈਲ ਵੀ ਉਹਨਾਂ ਨੇ ਦੇ ਦਿੱਤੇ, ਨੈਚੁਰਲੀ ਤੁਸੀਂ ਪੜ੍ਹਨ ਲਈ ਉਹਨਾਂ ਨੂੰ ਪ੍ਰੋਤਸਾਹਨ ਦਿੰਦੇ ਸੀ, ਪਰ ਕੀ ਕਦੇ ਪਿਕਨਿਕ ਪਿਕਚਰ ਦੇਖਣ ਜਾਣ ਦਿੰਦੇ ਸੀ ਕਿ ਨਹੀਂ? ਬੜਾ ਜੀ, ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਸੀਗੀ ਬੱਚਿਆਂ ਨੂੰ, ਕਿਉਂਕਿ ਦੇਖੋ ਆਹੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਅਸੀਂ ਘਰ ਦੇ ਵਿੱਚ ਪੇਰੈਂਟਸ ਇਨਫੋਰਮਲ ਵੇ ਸਿਖਾਉਂਦੇ ਨੇ, ਉਹਦੇ ਨਾਲ ਬੱਚੇ 'ਚ ਬੜੀ ਰੰਗਤ ਆਉਂਦੀ ਹੈ, ਉਹਦੇ ਨਾਲ ਬੱਚੇ ਨੂੰ ਬੜੇ ਸੰਸਕਾਰ ਮਿਲਦੇ ਨੇ। ਜਦੋਂ ਫਾਰ ਐਗਜ਼ਾਮਪਲ ਪਿਕਨਿਕ ਇੱਥੋਂ ਸ਼ਿਮਲੇ ਜਾ ਰਹੇ ਹਾਂ, ਘੁੰਮਦੇ ਫਿਰਦੇ ਜਾ ਰਹੇ ਹਾਂ, ਰਸਤੇ ਦੇ ਵਿੱਚ ਪ੍ਰੋਪਰ ਸਟੱਡੀ ਦਾ ਵੀ ਪੁਆਇੰਟ ਆਫ ਵਿਊ ਮੋਰੇ ਰੱਖੀਦਾ ਸੀ, ਜਨਰਲ ਨੌਲੇਜ ਸਿਖਾਈ ਦੀ ਸੀ। ਨਹੀਂ, ਪੜ੍ਹਾਈ ਦਾ ਤਾਂ ਬਣ ਗਿਆ ਜੀ। ਮੈਂ ਇਸ ਲਈ ਇਹ ਸਵਾਲ ਪੁੱਛ ਰਹੀ, ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਦੀ। ਜਦੋਂ ਬੱਚੀਆਂ ਨਾਲ ਗੱਲ ਕਰੋ, ਮੈਂ ਕੁੜੀਆਂ ਦੇ ਕਾਲਜ ਪੜ੍ਹਾਉਂਦੀ, ਬਹੁਤ ਕੁੜੀਆਂ ਨਾਲ ਜਦੋਂ ਉਹਨਾਂ ਨੂੰ ਸਭ ਤੋਂ ਵੱਡੀ ਸ਼ਿਕਾਇਤ ਇਹ ਹੁੰਦੀ ਹੈ, ਪੁੱਛੋ ਕਿ ਭਰਾ ਭੈਣ ਦੇ ਵਿੱਚ ਕਹਿੰਦੇ ਅਸੀਂ ਮੁੰਡਿਆਂ ਨਾਲ ਵਿਤਕਰਾ ਹੁੰਦਾ, ਉਹਨਾਂ ਨੂੰ ਪੁੱਛੋ ਘਰ 'ਚ ਕੋਈ ਹੁੰਦਾ ਫਰਕ, ਕਹਿਣਗੇ ਨਹੀਂ ਜੀ, ਖਾਣਾ ਪੀਣਾ ਬਰਾਬਰ ਮਿਲਦਾ ਹੈ, ਚੰਗੇ ਸਕੂਲ 'ਚ ਪੜ੍ਹਦੇ ਆ, ਕਿਸੇ ਕਿਸਮ ਦੀ ਕੋਈ ਉਹ ਨਹੀਂ। ਇੱਕ ਗੱਲ ਜ਼ਰੂਰ ਹੈ, ਮੇਰੇ ਭਰਾ ਨੂੰ ਕਦੇ ਨਹੀਂ ਟੋਕਦੇ, ਮੈਨੂੰ ਕਹਿ ਦਿੰਦੇ 7 ਵਜੇ ਤੋਂ ਪਹਿਲੇ ਘਰ ਆਣਾ। ਨਹੀਂ, ਇਹੋ ਜੀ ਮੇਰੀ ਬੇਟੀਆਂ ਨਹੀਂ ਸ਼ਿਕਾਇਤ ਕਰ ਸਕਦੀਆਂ, ਜੇ ਤੁਸੀਂ ਫੋਨ ਕਰਕੇ ਵੀ ਪੁੱਛੋ ਇਸ ਵਕਤ ਉਹ ਕਹਿਣਗੀਆਂ ਕਿ ਹਰ ਸਾਲ ਦੇ ਵਿੱਚ ਸਾਡੇ 2-3 ਇਹੋ ਜਿਹੇ ਫੰਕਸ਼ਨ ਹੁੰਦੇ ਸੀ, ਇਹੋ ਜਿਹਾ ਪ੍ਰੋਗਰਾਮ ਹੁੰਦਾ ਸੀ ਕਿ ਅਸੀਂ 4-4 5-5 ਦਿਨ ਬਾਹਰ, ਸ਼ਿਮਲਾ ਹੋ ਗਿਆ, ਮਨਸੂਰੀ ਹੋ ਗਿਆ, ਹੋਰ ਪਾਸੇ ਘੁੰਮਣ ਜਾਇਆ ਗਿਆ। ਤੁਸੀਂ ਦੱਸੋਗੇ ਜ਼ਰਾ ਤੁਹਾਡੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਿਤਕਰਾ ਹੁੰਦਾ, ਜਾਂ ਤੁਹਾਨੂੰ ਵੈਸੇ ਜਨਰਲ ਕੀ ਲੱਗਦਾ ਹੈਗਾ ਕਿ ਕੁੜੀਆਂ ਦੇ ਲਈ ਕੀ ਬਰਾਬਰੀ ਹੈ ਕਿ ਥੋੜਾ ਬਹੁਤ ਫਰਕ? ਮੈਮ ਵੈਸੇ ਸਭ ਕੁਝ ਠੀਕ ਆ, ਸਾਰਾ ਬਿਲਕੁਲ ਬਰਾਬਰ ਆ, ਜੋ ਵੀ ਡਿਮਾਂਡ ਕਰਦੇ ਸਭ ਕੁਝ ਪ੍ਰੋਪਰ ਮਿਲਦਾ, ਬਟ ਪੇਰੈਂਟਸ ਨੂੰ ਇਹ ਹੁੰਦਾ ਕਿ ਸਾਡੀਆਂ ਬੇਟੀਆਂ ਸੇਫ ਰਹਿਣ, ਤੇ ਉਹ ਕਹਿੰਦੇ ਕਿ ਸਾਡੇ ਬੇਟੇ ਜੋ ਬੱਚੇ ਆ, ਬੇਟੀਆਂ ਆ, ਉਹ ਸਹੀ ਟਾਈਮ ਤੇ ਘਰ ਪਹੁੰਚਣ, ਸੇਫ ਘਰ ਪਹੁੰਚਣ। ਸੋ ਪੇਰੈਂਟਸ ਅਗਰ ਆਪਾਂ ਨੂੰ ਕਹਿੰਦੇ ਵੀ ਤਾਂ ਬਿਲਕੁਲ ਸ਼ਾਇਦ ਸਹੀ ਕਹਿੰਦੇ ਆ। ਕੀ ਬਾਤ ਹੈ, ਸੇਫ ਤਾਂ ਪਹੁੰਚਣਾ ਹੀ ਪਹੁੰਚਣਾ ਹੈ। ਇਸ ਗੱਲ ਤੇ ਅਸੀਂ ਕੰਪਰੋਮਾਈਜ਼ ਨਹੀਂ ਕਰ ਰਹੇ ਕਿ ਸੇਫ ਨਹੀਂ ਪਹੁੰਚਣਾ, ਸੇਫ ਤਾਂ ਪਹੁੰਚਣਾ ਹੀ ਪਹੁੰਚਣਾ ਹੈ। ਹਾਂਜੀ ਮੈਮ, ਮੈਂ ਇਸ ਬਾਰੇ ਦੱਸੂਗੀ ਕਿ ਜਿਵੇਂ ਸਰ ਨੇ ਕਿਹਾ ਕਿ ਸਾਡੀਆਂ ਬੇਟੀਆਂ 7 ਵਜੇ ਘਰ ਮਤਲਬ ਕਿ ਕਹਿੰਦੇ ਆ ਕਿ ਆ ਜਾਣ, ਬਟ ਜਿਸ ਤਰ੍ਹਾਂ ਦਿੱਲੀ ਵਿੱਚ ਰੇਪ ਕੇਸ ਹੋਇਆ, ਮੋਗਾ ਵਿੱਚ ਇਹ ਰੇਪ ਕੇਸ ਦੀ ਹੋਈ ਪ੍ਰੋਬਲਮ, ਇਸ ਕਰਕੇ ਬਾਹਰ ਸੇਫਟੀ ਹੋਏਗੀ ਤੇ ਤਾਂ ਹੀ ਪੇਰੈਂਟਸ ਵੀ ਬਿਲਕੁਲ ਨਹੀਂ ਡਰਨਗੇ ਆਪਣੀ ਬੇਟੀਆਂ ਨੂੰ ਬਾਹਰ ਜਾਣ ਤੋਂ। ਤੇ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਇਹ ਗੱਲ ਆ ਕਿ ਜਿਵੇਂ ਲੜਕੇ ਬਾਹਰ, ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਬਹੁਤ ਪ੍ਰੋਬਲਮ ਹੁੰਦੀ ਲੜਕੀਆਂ ਨਾਲ, ਲੜਕੀਆਂ ਵੀ ਤਾਂ ਹੀ ਜ਼ਿਆਦਾ ਅੱਗੇ ਵੱਧ ਸਕਣਗੀਆਂ ਜੇ ਲੜਕੇ ਰਿਸਪੈਕਟ ਕਰਨਗੇ ਉਹਨਾਂ ਦੀ ਬਾਹਰ। ਤੇ ਬਹੁਤ ਸੋਹਣੀ ਗੱਲ ਇਹਨਾਂ ਨੇ ਕੀਤੀ ਹੈ, ਮੁੰਡੇ ਰਿਸਪੈਕਟ ਕਰਨਗੇ। ਪਰ ਇੱਕ ਗੱਲ ਜਿਹੜੀ ਮੈਨੂੰ ਬਹੁਤ ਜ਼ੋਰਤੀ ਲੱਗਦੀ ਹੁੰਦੀ ਹੈ ਦੱਸਣਾ, ਇਹ ਜਿਹੜਾ ਰੇਪ ਕੇਸ ਇੱਕ ਹੋਇਆ, 2 ਹੋਇਆ, ਜਾਂ ਅਖਬਾਰਾਂ 'ਚ ਪੜ੍ਹਦੇ ਹੋ ਤੁਸੀਂ, ਦੇਖਦੇ ਹੋ ਪਹਿਲੇ ਇੰਨੇ ਅਖਬਾਰ ਟੀਵੀ ਨਹੀਂ ਸੀ ਹੁੰਦੇ, ਹੁਣ ਹੁੰਦੇ ਆ ਤਾਂ ਸਾਨੂੰ ਇਹ ਗੱਲਾਂ ਜ਼ਿਆਦਾ ਪਤਾ ਲੱਗ ਜਾਂਦੀਆਂ। ਪਰ ਇਹਨਾਂ ਗੱਲਾਂ ਤੋਂ ਡਰਨਾ ਨਹੀਂ ਚਾਹੀਦਾ। ਉਹ ਕਿਉਂ ਡਰਨਾ ਨਹੀਂ ਚਾਹੀਦਾ? ਜ਼ਿੰਦਗੀ ਦੇ ਵਿੱਚ ਅੱਜ ਵੀ ਤੁਸੀਂ ਇੰਟਰਨੈਟ ਦੇਖੋ, ਭਰਿਆ ਪਿਆ ਇੰਕ ਟੌਕ, ਉਹ ਦੇਖੋ, ਉਹ ਕੁੜੀਆਂ ਜਿਨ੍ਹਾਂ ਨੇ ਫਾਈਟ ਕੀਤਾ। ਸੋ ਜੇ ਚੋਰ ਮਿਲਦਾ ਉਸ ਤੋਂ ਬਾਅਦ ਅਸੀਂ ਗਹਿਣੇ ਪਾਣੀ ਤਾਂ ਨਹੀਂ ਛੱਡ ਦਿੰਦੇ ਨਾ, ਤਾਂ ਅਸੀਂ ਇਹ ਸੋਚ ਕੇ ਕਿ ਬਾਹਰ ਨਹੀਂ ਜਾਣਾ, ਕਿ ਇਹਨੂੰ ਇਸ ਤਰੀਕੇ ਨਾਲ ਨਹੀਂ ਲੈਣਾ, ਅਸੀਂ ਫਾਈਟ ਕਰਨਾ ਹੈ। ਔਰ ਮੁੰਡੇ ਵੀ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਰਿਸਪੈਕਟ ਕਰਨਗੇ। ਤਾਂ ਚੌਹਾਨ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ ਯੈਸ, ਨਾ ਇਸ ਸੰਬੰਧ ਵਿੱਚ ਮੈਂ ਇੱਕ ਬਹੁਤ ਜ਼ਰੂਰੀ ਚੀਜ਼ ਕਹਿਣਾ ਚਾਹੁੰਦਾ। ਮਾਂ-ਬਾਪ ਦਾ ਜਿਹੜਾ ਫਰਜ਼ ਹੈ ਉਹ ਲੜਕਿਆਂ ਨੂੰ ਵੀ ਪ੍ਰੋਪਰ ਗਾਈਡੈਂਸ ਦੇਣ, ਆਪਣੇ ਜਿਹੜੇ ਉਹਨਾਂ ਦੇ ਲੜਕੇ ਹੈ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇਣ, ਪ੍ਰੋਪਰ ਸਤਿਕਾਰ ਦੇਣ, ਪ੍ਰੋਪਰ ਪਿਆਰ ਦੇਣ, ਪ੍ਰੋਪਰਲੀ ਉਹਨਾਂ ਨੂੰ ਬਿਲਡ ਅਪ ਕਰਨ ਉਹਨਾਂ ਦਾ ਮਾਈਂਡ, ਕਿ ਬਾਹਰ ਜਾ ਕੇ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਹੜਾ ਉਹਨਾਂ ਵਾਸਤੇ ਬੜੀ ਵੱਡੀ ਮੁਸੀਬਤ ਖੜੀ ਕਰ ਦੇਵੇ। ਇੱਥੇ ਮੈਂ ਛੋਟਾ ਜਿਹਾ ਰੈਫਰੈਂਸ ਇੱਕ ਦੇਣਾ ਚਾਹਾਂਗਾ। ਫਰੀਦਕੋਟ ਜਿਹੜਾ ਸਾਡਾ ਇੱਕ ਰੇਪ ਕੇਸ ਸੀਗਾ, ਸ਼ਰੂਤੀ ਰੇਪ ਕੇਸ, ਜਿੱਥੇ ਨਿਸ਼ਾਨ ਸਿੰਘ ਸੀ। ਹੁਣ ਨਿਸ਼ਾਨ ਸਿੰਘ ਨੇ ਜਦੋਂ ਕਿਡਨੈਪਿੰਗ ਕੀਤੀ ਹੈ, ਜਦੋਂ ਰੇਪ ਕੀਤੀ ਹੈ, ਜਦੋਂ ਬਾਹਰ ਜਾ ਕੇ ਮੈਰਿਜ ਕੀਤੀ ਹੈ, ਨਿਸ਼ਾਨ ਸਿੰਘ ਨੂੰ ਵਿਗਾੜਨ ਵਾਲਾ ਹੋਰ ਕੋਈ ਨਹੀਂ, ਸਿਰਫ ਉਹਦੇ ਮਾਂ-ਬਾਪ। ਜੇ ਮਾਂ-ਬਾਪ ਪ੍ਰੋਪਰਲੀ ਸਹੀ ਟਾਈਮ ਤੇ ਉਹਦੀ ਪਰਵਰਿਸ਼ ਸਹੀ ਕਰਦੇ ਔਰ ਉਹਨੂੰ ਬਚਾਉਂਦੇ ਨਾ, ਸਗੋਂ ਉਹਨੂੰ ਉਲਟਾ ਕਹਿੰਦੇ ਵੀ ਜੇ ਉਲਟਾ ਕੰਮ ਕੀਤਾ ਤੇ ਤੈਨੂੰ ਸਜ਼ਾ ਹੋਏਗੀ, ਸਗੋਂ ਮਾਂ-ਬਾਪ ਉਹਨੂੰ ਸ਼ਹਿ ਦਿੰਦੇ ਰਹੇ। ਇਹਦਾ ਮਤਲਬ ਜੇ ਅਸੀਂ ਬਿਲਕੁਲ ਜੇ ਅਸੀਂ ਮੁੰਡਿਆਂ ਨੂੰ ਰਿਸਪੈਕਟ ਕਰਨਾ ਸਿਖਾਵਾਂਗੇ ਕਿ ਔਰਤ ਦੀ ਰਿਸਪੈਕਟ ਕਰਨੀ ਹੈ, ਤੇ ਇਹੋ ਜਿਹੇ ਕ੍ਰਾਈਮਸ ਆਪੇ ਹੀ ਘਟਣਗੇ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਯੈਸ ਮੈਮ, ਜਿਹੜੀ ਗੱਲ ਹੁਣੇ ਚੌਹਾਨ ਸਰ ਨੇ ਕਹੀ ਹੈ ਅਤੇ ਮੈਡਮ ਨੇ ਕਹੀ ਹੈ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਸੰਸਕਾਰ ਮਾਂ ਬਾਪ ਬੇਟਿਆਂ ਨੂੰ ਦਿੰਦੇ ਆ, ਜੇ ਉਹ ਉਹੀ ਬੇਟਿਆਂ ਨੂੰ ਵੀ ਦੇਣ ਅਤੇ ਉਹਨਾਂ ਨੂੰ ਕਹਿਣ
ਪਹਿਲਾਂ ਤਾਂ ਆਪਣੇ ਘਰੋਂ ਹੀ ਗੱਲ ਸ਼ੁਰੂ ਹੁੰਦੀ ਹੈ, ਜਿਹੜੀ ਆਪਾਂ ਜੈਂਡਰ ਸੈਂਸਿਟਾਈਜੇਸ਼ਨ ਦੀ ਗੱਲ ਕਰਦੇ ਹਾਂ। ਇਹ ਸਭ ਤੋਂ ਪਹਿਲੀ ਰੂਟ ਹੈ ਘਰੋਂ। ਜੇ ਆਪਾਂ ਘਰੋਂ ਹੀ ਆਪਾਂ ਆਪਣੇ ਬੇਟਿਆਂ ਨੂੰ ਕਵਾਂਗੇ ਕਿ ਆਪਣੀ ਸਿਸਟਰਸ ਨਾਲ ਕਿੱਦਾਂ ਬਿਹੇਵ ਕਰਨਾ, ਜੇ ਉਹ ਉਹਨਾਂ ਦੀ ਰਿਸਪੈਕਟ ਕਰਨਗੇ, ਉਹਨਾਂ ਨਾਲ ਫਰਕ ਨਹੀਂ ਕਰਨਗੇ, ਤੇ ਉਹੀ ਚੀਜ਼ ਉਹ ਬਾਹਰ ਦੂਜੀ ਸਿਸਟਰ ਨਾਲ ਨਹੀਂ ਹੁੰਦਾ। ਕੀ ਹੈ ਕਿ ਫਰਕ ਬਸ ਉਹੀ ਸਿਰਫ ਸਿਸਟਰ ਨਾਲ ਨਹੀਂ, ਹਰ ਔਰਤ ਨਾਲ ਦੀ ਰਿਸਪੈਕਟ ਕਰਨਾ ਜਿਹੜਾ ਹੈਗਾ ਉਹ ਬੇਸਿਕ ਫਰਜ਼ ਹੈਗਾ ਸਭ ਦਾ। ਜੀ ਸਰ, ਮੈਂ ਰਮੇਸ਼ਵਰ ਰਾਣਾ ਜਲੰਧਰ ਤੋਂ। ਸਰ, ਅਸੀਂ ਸਲੂਟ ਕਰਦੇ ਹਾਂ ਲੜਕੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਵਲ ਦਰਜੇ ਤੇ ਲਿਆ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਔਰ ਨਿਊਜ਼ਪੇਪਰਾਂ ਦਾ ਫਰੰਟ ਪੇਜ ਜਦੋਂ ਦੇਖਿਆ ਤੇ ਤਕਰੀਬਨ 80% ਲੋਕਾਂ ਨੇ ਆਪਣੇ ਮਾਪਿਆਂ ਨੂੰ ਦਿਖਾਇਆ ਵੀ ਇਹ ਦੇਖੋ ਬੱਚਿਆਂ ਨੇ ਕਿੱਥੇ ਕਿੱਥੇ ਦਰਜਾ ਹਾਸਲ ਕੀਤਾ ਤੇ ਤੁਸੀਂ ਲੜਕੀਆਂ ਤੋਂ ਨਫ਼ਰਤ ਕਰਦੇ ਨੇ। ਪਰ ਮੈਂ ਨਾਲ ਹੀ ਹੈਲਥ ਅਫਸਰ ਸਾਹਿਬ ਤੋਂ ਇੱਕ ਗੱਲ ਕਰਨਾ ਚਾਹੁੰਦੇ ਨਾ, ਸਹੂਲਤਾਂ ਤਾਂ ਬਹੁਤ ਦੇ ਦਿੱਤੀਆਂ ANM ਆਸ਼ਾ ਵਰਕਰ ਦੇ ਦਿੱਤੇ, ਪਰ ਅਸੀਂ ਦੇਖਿਆ ਕਿ ਬੇਟੀ ਬਚਾਓ, ਬੇਟੀ ਨਾਲ ਨਫ਼ਰਤ ਕਰਨ ਦੇ ਵਿੱਚ ਕਾਫੀ ਹੱਦ ਤੱਕ ਆਸ਼ਾ ਵਰਕਰ ਦਾ ਬਹੁਤ ਯੋਗਦਾਨ ਹੁੰਦਾ ਆ। ਕਿਉਂ ਹੁੰਦਾ ਹੈ ਯੋਗਦਾਨ? ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਹਨੂੰ ਕਿਹਾ ਜਾਂਦਾ ਜੇ ਤੇਰੇ ਲੜਕਾ ਹੋਇਆ ਮੈਂ ਤੇਰੇ ਤੋਂ ਵਧਾਈ ਲੈਣੀ ਆ। ਉਹ ਔਰਤ ਦੇ ਮਨ ਦੇ ਵਿੱਚ ਇਹ ਵਹਿਮ ਪੈ ਜਾਂਦਾ ਵੀ ਜੇ ਮੇਰੇ ਲੜਕੀ ਹੋ ਗਈ ਤਾਂ ਮੰਨ ਲਓ ਤਾਂ ਸਰਾਪ ਹੋ ਗਿਆ ਮੇਰੇ ਲਈ। ਜਦੋਂ ਉਹ ਲੜਕੀ ਪੈਦਾ ਹੁੰਦੀ ਕਹਿੰਦੀ ਚੱਲ ਕੋਈ ਗੱਲ ਨਹੀਂ, ਹੁਣ ਤੇਰੇ ਲੜਕੀ ਪੈਦਾ ਹੋ ਗਈ ਆ, ਫਿਰ ਕਿਤੇ ਸਹੀ। ਉਹਨੂੰ ਵਿਚਾਰੀ ਨੂੰ ਲੜਕੀ ਪੈਦਾ ਹੋਣ ਗਰਭਵਤੀ ਵੇਲੇ ਉਹਦੇ ਟੈਨਸ਼ਨ ਪੈ ਜਾਂਦੀ ਆ। ਅਸੀਂ ਅਫਸਰ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਵੀ ਤੁਹਾਡੀ ਜਿਹੜੇ ਆਸ਼ਾ ਵਰਕਰ ਆ ਉਹਨਾਂ ਨੂੰ ਤੁਸੀਂ ਵਧਾਈ ਲੈਣ ਵਾਲੀਆਂ ਨਾ ਬਣਾਓ, ਉਹਨਾਂ ਦੀ ਬਕਾਇਦਾ ਇਨਕੁਆਇਰੀ ਕਰੋ ਵੀ ਕੀ ਕਰਦੀਆਂ। ਬਹੁਤ ਸੋਹਣੀ ਗੱਲ ਕੀਤੀ ਹੈ। ਡਾਕਟਰ ਬਾਲੀ ਕੁਝ ਰਿਸਪੌਂਡ ਕਰਨਾ ਚਾਹੋਗੇ ਜੀ ਇਸ ਗੱਲ ਬਾਰੇ? ਮੈਡਮ ਇਸ ਤਰ੍ਹਾਂ ਹੈ, ਦੇਖੋ ਜੋ ਸਾਡੀ ਆਸ਼ਾ ਵਰਕਰ ਹੈ ਇਹ 1000 ਦੀ ਆਬਾਦੀ ਪਿੱਛੇ ਇੱਕ ਹੈ, ਤੇ ਇਹ ਅਸੀਂ ਮਤਲਬ ਇਹ ਤਾਂ ਬਣਾਈ ਹੈ ਵੀ ਤਾਂ ਜੋ ਲੋਅਰ ਮੋਸਟ ਲੈਵਲ ਤੱਕ ਸਾਡਾ ਜੋ ਮੈਸੇਜ ਹੈ, ਜੋ ਅਵੇਅਰਨੈਸ ਹੈ ਇਹ ਪਹੁੰਚ ਸਕੇ। ਅਸੀਂ ਉਹਨਾਂ ਨੂੰ 7 ਮੋਡਿਊਲਸ ਪੜ੍ਹਾਏ ਨੇ ਆਸ਼ਾ ਵਰਕਰਾਂ ਨੂੰ, ਤੇ ਉਹਦੇ ਵਿੱਚ ਸਾਰਾ ਕੁਝ ਮਤਲਬ ਜੋ ਸਾਡੇ ਨੈਸ਼ਨਲ ਪ੍ਰੋਗਰਾਮ ਨੇ ਉਹਨਾਂ ਨੂੰ ਸਾਰਾ ਦੱਸਿਆ ਗਿਆ। ਲੇਕਿਨ ਫਿਰ ਵੀ ਚਲੋ ਜੇ ਕਿਤੇ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਉਹਨਾਂ ਦੇ ਐਕਸ਼ਨ ਵੀ ਲੈਂਦੇ ਹਾਂ, ਅਸੀਂ ਉਹਨਾਂ ਨੂੰ ਕੱਢ ਵੀ ਦਿੰਦੇ ਹਾਂ, ਉਹਨਾਂ ਨੂੰ ਨੌਕਰੀਓ ਆਪਣਾ ਕੱਢ ਦਿੰਦੇ ਹਾਂ, ਨਵੀਂ ਰੱਖ ਲੈਂਦੇ ਹਾਂ। ਸੋ ਇਦਾਂ ਦੀ ਜੇ ਕੋਈ ਗੱਲ ਹੁੰਦੀ ਹੈ ਤਾਂ ਸਾਡੇ ਧਿਆਨ 'ਚ ਆਉਂਦੀ ਹੈ ਤਾਂ ਵੀ ਟੇਕ ਐਕਸ਼ਨ। ਦੇਖੋ ਇੱਕ ਗੱਲ ਸਮਝਣ ਦੀ ਹੈ, ਚਾਹੇ ਆਸ਼ਾ ਵਰਕਰ ਹੈ, ਚਾਹੇ ਨਰਸ ਹੈ, ਚਾਹੇ ਕੋਈ ਹੈ, ਅਸੀਂ ਸਮਾਜ ਦੇ ਪ੍ਰਾਣੀ ਹੈ। ਸਾਨੂੰ ਇਹ ਸੋਚ ਬਦਲਣੀ ਪਏਗੀ ਸਮਾਜ ਦੀ, ਔਰ ਸਮਾਜ ਕਿਤੇ ਬਾਹਰ ਤਾਂ ਨਹੀਂ, ਅਸੀਂ ਤਾਂ ਸਾਰੇ ਸਮਾਜ ਹੈ। ਜੇ ਅਸੀਂ ਆਪ ਔਰ ਇਦਾਂ ਦਾ ਇਹਨੂੰ ਇੱਕ ਮੁਹਿੰਮ ਲੈ ਕੇ ਚੱਲੀਏ ਔਰ ਸਾਰਿਆਂ ਦੀ ਸੋਚ ਬਦਲੀਏ ਤਾਂ ਸੋਚ ਹੀ ਨਹੀਂ ਹੋਏਗੀ ਤਾਂ ਸ਼ਬਦ ਕਿੱਥੋਂ ਆਉਣਗੇ? ਜੀ ਹਾਂਜੀ ਮੈਡਮ, ਮੈਂ ਡਾਕਟਰ ਸਾਹਿਬ ਤੋਂ ਸਵਾਲ ਕਰਨਾ ਚਾਹੂੰਗਾ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਐਂਬੂਲੈਂਸ ਆ ਜਾਂਦੀ ਆ 108 ਤੇ, ਦੋਨਾਂ ਡਾਕਟਰ ਸਾਹਿਬਾਂ ਨੂੰ ਕਰਨਾ ਚਾਹੂੰਗਾ। ਤੇ ਮੈਡਮ ਪਹਿਲੀ ਗੱਲ ਤਾਂ ਜਦੋਂ ਪੇਸ਼ੈਂਟ ਹਸਪੀਟਲ ਜਾਂਦਾ ਵਾ ਤਾਂ ਪਹਿਲਾਂ ਉਹਦੇ ਤੋਂ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਤੁਸੀਂ ਆਪਣਾ ਰਿਕਾਰਡ ਲੈ ਕੇ ਆਂਦਾ। ਡਾਕਟਰ ਸਾਹਿਬ ਨੇ ਇਹਦਾ ਆਨਸਰ ਵੀ ਦਿੱਤਾ ਕਿ ਉਹਨਾਂ ਦੇ ਕੋਲੇ ਉਹਨਾਂ ਦਾ ਰਿਕਾਰਡ ਹੁੰਦਾ ਵਾ, ਪਰ ਸਮ ਟਾਈਮ ਉਹਨਾਂ ਨੂੰ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਆ ਕਿ ਉੱਥੇ ਕੋਈ ਡਾਕਟਰ ਹੀ ਨਹੀਂ ਹੁੰਦਾ ਹੈਗਾ। ਤੇ ਜਿਵੇਂ ਮਤਲਬ ਪਹਿਲਾਂ ਆਪਾਂ ਕੁਐਸਚਨ ਕਰ ਚੁੱਕੇ ਹਾਂ ਬਈ ਐਟ ਦਾ ਸਪੋਟ ਐਂਬੂਲੈਂਸ ਦੇ ਵਿੱਚ ਹੋ ਗਿਆ ਬੱਚਾ ਜਾਂ ਕਿਵੇਂ ਹੋ ਗਿਆ, ਤਾਂ ਮਤਲਬ ਬਹੁਤ ਫੇਸ ਕਰਨਾ ਪੈਂਦਾ ਵਾ ਉਹਨਾਂ ਨੂੰ ਇਹ ਪ੍ਰੋਬਲਮਸ। ਤੇ ਇੱਕ ਪ੍ਰੋਬਲਮ ਸਭ ਤੋਂ ਵੱਡੀ ਇਹ ਆ BPL, ਜਿਵੇਂ ਤੁਸੀਂ ਕਿਹਾ, ਠੀਕ ਹੈ। ਤੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੋਈ ਵੀ ਉਸ ਸਕੀਮ ਦਾ ਲਾਹਾ ਲੈਣ ਤੋਂ ਪਹਿਲਾਂ ਇਹ ਸੋਚਦਾ ਵਾ ਬਈ ਮੈਂ ਕਿਸੇ ਵਧੀਆ ਹਸਪਤਾਲ ਜਾਵਾਂ, ਨਾ ਕਿ ਸਰਕਾਰੀ, ਕਿਉਂਕਿ ਸਾਰਿਆਂ ਨੂੰ ਪਤਾ ਸਰਕਾਰੀ ਹਸਪਤਾਲ ਦਾ ਕੀ ਮਹਾਂਦਰਾ ਵਾ ਅੱਜ ਦੇ ਜ਼ਮਾਨੇ ਦੇ ਵਿੱਚ। ਤੇ ਉਹ ਤੋਂ ਬਾਅਦ ਮੈਂ ਇਹ ਪੁੱਛਣਾ ਚਾਹੂੰਗਾ ਕਿ ਜਿਹੜੇ ਇਹ ਲੋਕ ਨੇ ਸਿਰਫ ਪੰਜਾਬ ਦੇ ਲੋਕ ਹੀ ਇਸ ਸਕੀਮ ਦਾ ਲਾਹਾ ਲੈ ਸਕਦੇ ਆ ਜਾਂ ਕੋਈ ਪ੍ਰਵਾਸੀ ਭਾਰਤੀ ਵੀ ਲੈ ਸਕਦੇ ਨੇ? ਡਾਕਟਰ ਰੇਨੂ ਤੁਸੀਂ ਇਹਨਾਂ ਸਵਾਲ ਦਾ ਜਵਾਬ ਦੇਣਾ ਚਾਹੋ? ਮੈਂ ਥੋੜਾ ਜਿਹਾ ਇਹਨਾਂ ਤੋਂ ਇਹ ਡਿਫਰ ਕਰਾਂਗੀ ਕਿ ਸਰਕਾਰੀ ਹਸਪਤਾਲ ਵਿੱਚ ਤੁਸੀਂ ਕਿਹਾ ਜੀ ਲੋਕ ਪਹਿਲਾਂ ਪ੍ਰਾਈਵੇਟ ਵਿੱਚ ਜਾਣਾ ਚਾਹੁੰਦੇ ਹਨ। ਸਾਡੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਇੰਨੀ ਭੀੜ ਹੈ, ਡਿਲੀਵਰੀਜ਼ ਫ੍ਰੀ ਹੁੰਦੀਆਂ ਨੇ। ਸਰਕਾਰੀ ਹਸਪਤਾਲ ਇੱਕ ਹਸਪਤਾਲ ਵਿੱਚ ਜੇ ਅਸੀਂ ਲਈਏ ਵੱਡੇ ਜ਼ਿਲ੍ਹੇ ਦੇ ਹਸਪਤਾਲ ਜਿਵੇਂ ਜਲੰਧਰ ਦਾ ਲੈ ਲਈਏ, ਲੁਧਿਆਣੇ ਦਾ ਲੈ ਲਈਏ, 500 ਦੇ ਆਸ-ਪਾਸ ਮਹੀਨੇ 'ਚ ਡਿਲੀਵਰੀਜ਼ ਹੁੰਦੀਆਂ ਨੇ। ਆਊਟਡੋਰ ਜੇ ਵੈਸੇ ਦੇਖੀਏ ਬਾਕੀ ਬਿਮਾਰੀਆਂ ਲਈ ਤੇ 2-2 ਹਜ਼ਾਰ ਤੱਕ ਰੋਜ਼ ਦਾ ਮਰੀਜ਼ ਆਉਂਦਾ ਹੈ। ਜਿਸ ਉਹਨਾਂ ਨੂੰ ਸਹੂਲਤਾਂ ਇੱਥੋਂ ਮਿਲ ਰਹੀਆਂ ਹਨ ਤੇ ਤਾਂ ਹੀ ਲੋਕ ਆਉਂਦੇ ਨੇ। ਦੂਸਰੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ 108 ਦਾ ਤੇ ਅੱਗੇ ਡਾਕਟਰ ਨਹੀਂ ਮਿਲਦੇ, ਕੋਈ ਐਸੀ ਸੰਸਥਾ ਸਾਡੀਆਂ ਐਮਰਜੈਂਸੀਜ਼ 24 ਘੰਟੇ ਚਲਦੀਆਂ ਹਨ ਔਰ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਜਿੱਥੇ ਡਾਕਟਰ ਦਾ ਹੋਣਾ ਜ਼ਰੂਰੀ ਹੈ ਉੱਥੇ ਲਾਜ਼ਮੀ ਹੈ ਕਿ ਡਾਕਟਰ ਮੌਜੂਦ ਹੁੰਦੇ ਹਨ। ਅਸੀਂ ਸ਼ਾਮ ਵੇਲੇ, ਰਾਤ ਵੇਲੇ ਅਚਨਚੇਤ ਚੈਕਿੰਗ ਵੀ ਕਰਦੇ ਹਾਂ, ਆਪਣੇ ਲੈਵਲ ਤੇ ਸਭ ਦੇਖਿਆ ਵੀ ਜਾਂਦਾ ਹੈ। ਹਾਂ, ਕੁਝ ਸੈਂਟਰਸ ਐਸੇ ਨੇ ਜਿੱਥੇ ਕਿ ਡਾਕਟਰ ਦੀ ਮੌਜੂਦਗੀ ਜ਼ਰੂਰੀ ਨਹੀਂ ਹੈ, ਉੱਥੇ ਸਾਡਾ ਸਟਾਫ ਨਰਸਿਸ ਜਿਹੜੇ ਡਿਲੀਵਰੀ ਸੈਂਟਰ ਬਣਾਏ ਗਏ ਹਨ ਪਿੰਡਾਂ ਵਿੱਚ, ਉੱਥੇ ਸਟਾਫ ਨਰਸਿਸ ਹੁੰਦੀਆਂ ਹਨ। ਸਟਾਫ ਸਾਡਾ ਕੋਈ ਨਾ ਕੋਈ ਹਮੇਸ਼ਾ ਮੌਜੂਦ ਰਹਿੰਦਾ ਹੈ।
ਇੱਕ ਗੱਲ ਮੈਂ ਥੋੜਾ ਜਿਹਾ ਕਹਿਣਾ ਚਾਹਨੀ ਹਾਂ ਜੀ ਕਿ ਸਾਡੇ ਕੋਲ ਇੱਕ ਫੋਨ ਆ ਰਿਹਾ, ਚਲੋ ਅਸੀਂ ਪਹਿਲੇ ਫੋਨ ਤੇ ਸੁਣਦੇ ਹਾਂ ਸਾਡੇ ਸ਼ਰੋਤਾ ਕੀ ਕਹਿ। ਹੈਲੋ ਹੈਲੋ, ਹਾਂਜੀ, ਸਤਿਕਾਰਯੋਗ ਮਹਿੰਦਰਾ ਮੈਡਮ ਤੇ ਸਾਰੇ ਮਾਹਰ ਦਰਸ਼ਕ ਤੇ ਸਰੋਤੇ ਜੀ, ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਤੇ ਜਿਹੜੀਆਂ ਆਪਣੀਆਂ ਬੇਟੀਆਂ ਨੂੰ ਤੁਸੀਂ ਬੁਲਾਇਆ ਜੀ, ਇਹਨਾਂ ਨੂੰ ਬਹੁਤ ਬਹੁਤ ਪਿਆਰ ਤੇ ਸ਼ਾਬਾਸ਼ ਮੇਰੇ ਵੱਲੋਂ। ਤੇ ਵਧੀਆ ਇਹਨਾਂ ਨੇ ਮਿਹਨਤ ਕੀਤੀ ਆ ਤੇ ਨੰਬਰ ਲਏ, ਪਹਿਲੇ ਦੂਜੇ ਨੰਬਰ ਤੇ ਆਈਆਂ। ਤੇ ਉਸ ਤੋਂ ਅਗਲੀ ਗੱਲ ਇਹ ਕਰਦੇ ਆ ਵੀ ਜਿਹੜੀ 104 ਨੰਬਰ ਦੀ ਗੱਲ ਚੱਲੀ ਸੀ ਵੀ 104 ਨੰਬਰ ਤੇ ਕਾਲ ਕਰੋ ਤਾਂ ਉੱਥੋਂ ਕੋਈ ਸਲਾਹ ਲੈ ਸਕਦੀ ਆ। ਉਹ BSNL ਦੇ ਮੋਬਾਈਲ ਤੋਂ 104 ਨੰਬਰ ਲੱਗਦਾ ਹੀ ਨਹੀਂ, ਏਅਰਟੈਲ ਤੋਂ ਤੇ ਲੈਂਡਲਾਈਨ ਤੋਂ ਲੱਗ ਜਾਂਦਾ। ਤੇ ਉਸ ਤੋਂ ਅਗਲੀ ਗੱਲ ਜਿਹੜੀ ਆਸ਼ਾ ਵਰਕਰ ਦਾ ਮਸਲਾ ਚੱਕਿਆ ਸੀ, ਇਹ ਵਧਾਈਆਂ ਕਹਿੰਦੇ ਆ ਵੀ ਜੇ ਬੇਟਾ ਹੁੰਦਾ ਜਾਂ ਹੋਏਗਾ ਜੀ, ਤੇ ਉਹ ਕੱਲੀ ਆਸ਼ਾ ਵਰਕਰ ਨਹੀਂ ਵਧਾਈਆਂ ਲੈਂਦੇ, ਜਿਹੜੇ ਲੇਡੀ ਡਾਕਟਰ ਨੇ ਜਾਂ ਹੋਰ ਵੀ ਉੱਥੇ ਸਟਾਫ ਹੁੰਦਾ ਉਹ ਸਾਰੇ ਵਧਾਈਆਂ ਲੈਂਦੇ ਆ, ਸਾਰੇ ਉਹ ਏਦਾਂ ਸਮੱਸਿਆ ਖੜੀ ਕਰਦੇ ਆ। ਇਹ ਬਹੁਤ ਵਧੀਆ ਗੱਲ ਇਹਨਾਂ ਨੇ ਚੱਕੀ ਆ, ਇਹਦੇ ਤੇ ਵੀ ਇਹਨਾਂ ਨੂੰ ਕਾਬੂ ਪਾਉਣਾ ਚਾਹੀਦਾ। ਆਸ਼ਾ ਵਰਕਰ ਨੂੰ ਤਾਂ ਤੁਸੀਂ ਕੱਢ ਦੋਗੇ, ਜਿਹੜੇ ਤੁਹਾਡੇ ਡਾਕਟਰ ਨੇ ਉਹਨਾਂ ਦਾ ਕੀ ਕਰੋਗੇ? ਧੰਨਵਾਦ। ਹਾਂਜੀ, ਇਹਨਾਂ ਨੇ ਵੀ ਉਹੀ ਗੱਲ ਕੀਤੀ ਹੈ। ਡਾਕਟਰ ਰੇਨੂ, ਮੈਂ ਇੱਕ ਵਾਰੀ ਵੈਸੇ ਫਿਰ ਡਾਕਟਰ ਬਾਲੀ ਔਰ ਡਾਕਟਰ ਰੇਨੂ ਤੁਹਾਨੂੰ ਹੀ ਮੁਖਾਤਿਬ ਹੋ ਕੇ ਸਵਾਲ ਇਹ ਪੁੱਛ ਰਹੀ ਹੈ, ਜੋ ਇੱਥੋਂ ਵੀ ਆਇਆ ਹੈ ਹੋਰ ਵੀ ਅਸੀਂ ਦੇਖਦੇ ਹਾਂ, ਅਸੀਂ ਇਹਨਾਂ ਨੂੰ ਬਿਲਕੁਲ ਨਕਾਰ ਨਹੀਂ ਸਕਦੇ ਕਿ ਨਹੀਂ ਹੁੰਦਾ, ਹੁੰਦੇ ਨੇ ਡਾਕਟਰਸ। ਇੰਨੇ ਲੋਕੀ ਜੇ ਕਹਿ ਰਹੇ ਨੇ ਕੁਝ ਤਾਂ ਇਹੋ ਜਿਹਾ ਹੈ, ਅਸੀਂ ਉਧਰਲੇ ਪਾਸੇ ਵੀ ਕੀ ਕਰ ਰਹੇ ਹਾਂ। ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕਾਗਜ਼ ਪੱਤਰ ਦੀ ਹੋਈ ਗੱਲ ਹੈ, ਜੋ ਮੈਨੂੰ ਵੀ ਇਮੀਡੀਏਟਲੀ ਲੱਗਾ, ਕਿਉਂਕਿ ਮਾੜੀ ਜੀ ਚੀਜ਼ ਲਈ ਚਲੇ ਜਾਓ ਉਹ ਕਾਗਜ਼ ਪੱਤਰ 'ਚ ਹੀ ਇੰਨਾ ਫਸ ਜਾਂਦਾ, ਔਰ ਜਿੱਥੇ ਬਿਮਾਰੀ ਦਾ ਮਾਮਲਾ ਹੋਵੇ ਹੋਰ ਬੁਰੀ ਗੱਲ। ਇਹ ਜਿਹੜੇ ਇਹੋ ਜਿਹੇ ਕੇਸਿਸ ਵੀ ਨੋ, ਅਸੀਂ ਹਿਊਮਨਸ ਹੈ, ਇੱਥੇ ਰਹਿ ਰਹੇ ਹਾਂ, ਸਾਨੂੰ ਪਤਾ ਹੈ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਹੋਣੀਆਂ, ਉਹਨਾਂ ਨੂੰ ਹਟਾਉਣ ਲਈ ਆਪਾਂ ਕੀ ਕਰ ਰਹੇ ਹਾਂ, ਜਾਂ ਇੱਕ ਆਮ ਬੰਦਾ ਉਸ ਵੇਲੇ ਕੀ ਕਰ ਸਕਦਾ ਹੈ? ਦੋਨਾਂ ਤੋਂ ਹੀ ਮੈਂ ਇਸ ਚੀਜ਼ ਦਾ ਜਵਾਬ ਇਸ ਤਰ੍ਹਾਂ ਹੈ ਵੀ ਸਾਡੇ ਜਿੰਨੇ ਥਾਵਾਂ ਤੇ ਕੇਸ ਹੁੰਦੇ ਆ ਆਪਣਾ ਡਿਲੀਵਰੀ ਦੇ, ਉੱਥੇ ਅਸੀਂ ਇਹ ਲਿਖ ਕੇ ਲਵਾਇਆ ਹੈ ਵੀ ਵਧਾਈ ਦੇਣਾ ਮਨਾ ਹੈ, ਥਾਂ ਤੇ ਲਿਖਿਆ ਹੈ। ਮੈਂ ਸੰਗਰੂਰ CMO ਰਿਹਾ, ਮੈਂ ਪਟਿਆਲੇ CMO ਰਿਹਾ, ਲੁਧਿਆਣੇ ਰਿਹਾ, ਤਿੰਨੇ ਥਾਵਾਂ ਤੇ ਅਸੀਂ ਲਿਖਵਾਇਆ, ਡਾਕਟਰ ਰੇਨੂ ਨੇ ਵੀ ਲਿਖਵਾਇਆ। ਲੇਕਿਨ ਅਗਰ ਰਿਸ਼ਵਤ ਲੈਣਾ ਜੁਰਮ ਹੈ ਤਾਂ ਰਿਸ਼ਵਤ ਦੇਣਾ ਵੀ ਜੁਰਮ ਹੈ। ਸੋ ਮੈਂ ਇਹ ਆਮ ਲੋਕਾਂ ਨੂੰ ਅਪੀਲ ਕਰਾਂਗਾ ਕਿ ਕਦੇ ਵੀ ਕਿਸੇ ਨੂੰ ਇੱਕ ਪੈਸਾ ਨਾ ਦੇਣ, ਕਿਉਂਕਿ ਸਰਕਾਰ ਵੱਲੋਂ ਜੋ ਡਿਲੀਵਰੀ ਹੈ ਇਹ ਬਿਲਕੁਲ ਆਪਣਾ ਮੁਫਤ ਦੇ ਮੁਫਤ ਹੈ। ਸਾਨੂੰ ਇੱਕ ਲੈਟਰ ਆਈ ਸੀ ਵੀ 1 ਰੁਪਿਆ ਵੀ ਆਪਾਂ ਪੇਸ਼ੈਂਟ ਦਾ ਖਰਚ ਨਹੀਂ ਦੇਣਾ। ਲੇਕਿਨ ਜੇ ਤੁਹਾਨੂੰ ਕੋਈ ਦਿੱਕਤ ਹੈ, ਸਾਡੇ ਉੱਥੇ ਸ਼ਿਕਾਇਤ ਬਾਕਸ ਹੁੰਦੇ ਨੇ, ਰਿਡਰੈਸਲ ਸੈੱਲ, ਗ੍ਰੀਵੈਂਸ ਰਿਡਰੈਸਲ ਸੈੱਲ, ਉਹਦੇ ਵਿੱਚ ਆਪਣੀ ਸ਼ਿਕਾਇਤ ਪਾਓ, 104 ਨੰਬਰ ਤੇ ਫੋਨ ਕਰੋ, 104 ਨੰਬਰ ਤੇ ਤੁਸੀਂ ਫੋਨ ਕਰੋਗੇ, ਸੌਰੀ ਜੀ ਡਾਕਟਰ ਸਾਹਿਬ, ਮੈਂ ਕੱਟ 2 ਮਿੰਟਾਂ ਸਾਨੂੰ ਕਾਲ ਬੈਕ ਆ ਜਾਂਦੀ ਹੈ। ਨਹੀਂ ਜੀ, ਮੈਂ ਇਹਦੇ ਬਾਰੇ ਬਾਤ ਪਹਿਲੇ ਜੋ ਡਾਕਟਰ ਸਾਹਿਬ ਨੇ ਕਿਹਾ ਹੈ ਉਹ ਗੱਲ ਆਪਾਂ ਨੋਟ ਕਰ ਲਈਏ, ਸਾਰੇ ਸਾਡੇ ਸ਼ਰੋਤਾ ਵੀ ਸੁਣ ਲਓ। ਅੱਜ ਟੀਵੀ ਤੇ ਡਾਕਟਰ ਸਾਹਿਬ ਨੇ ਵੀ ਕਹਿ ਦਿੱਤਾ ਹੈ, ਪੰਜਾਬ ਸਰਕਾਰ ਦੇ ਨੁਮਾਇੰਦੇ ਨੇ, ਕਿ ਕਿਸੇ ਨੂੰ 1 ਵੀ ਰੁਪਈਆ ਨਹੀਂ ਦੇਣਾ। ਕੀ ਕਹਿੰਦੇ ਨੇ? ਕਿਸੇ ਨੂੰ ਵਧਾਈ ਜਾਂ ਫੀਸ 1 ਵੀ ਰੁਪਈਆ ਨਹੀਂ ਦੇਣਾ। ਸੁਣ ਲਿਆ, ਆਪਾਂ ਨਹੀਂ ਦੇਣਾ। ਲੜਨ ਦੀ ਲੋੜ ਨਹੀਂ ਹੈ, ਉੱਥੇ ਉੱਚੀ ਬੋਲਣ ਦੀ ਲੋੜ ਨਹੀਂ ਹੈ, ਨਹੀਂ ਦੇਣਾ। ਔਰ ਜਿਹੜਾ ਉਹਨਾਂ ਨੇ ਕਿਹਾ ਬਕਸੇ ਦੇ ਵਿੱਚ ਪਾ ਦਿਓ, ਲਿਖ ਕੇ ਪਾ ਦਿਓ, ਜੇ ਉਸ ਤੋਂ ਬਾਅਦ ਵੀ ਕੋਈ ਮੁਸ਼ਕਿਲ ਹੋਈ ਕੋਈ ਨਾ, ਆਪਾਂ ਤੁਰ ਜਾਣਾ, ਡਾਕਟਰ ਸਾਹਿਬ ਦੇ ਘਰ ਪਹੁੰਚ ਜਾਵਾਂਗੇ। ਅਸੀਂ ਇਹ ਵੀ ਕਹਿੰਦੇ ਆ ਕਿ ਜੇ ਕੋਈ ਮੰਗਦਾ ਵੇ ਉੱਥੇ ਤੇ ਸਾਨੂੰ ਰਿਪੋਰਟ ਕਰੋ। ਯੈਸ। ਤੇ ਨਾਲ ਦੇ ਨਾਲ ਮੈਂ ਇੱਥੇ ਇਹ ਵੀ ਐਡ ਕਰਨਾ ਚਾਹਾਂਗੀ, ਆਮ ਤੌਰ ਤੇ ਅਸੀਂ ਇਹ ਦੇਖਿਆ ਕਿ ਜਦੋਂ ਡਿਲੀਵਰੀ ਹੁੰਦੀ ਹੈ ਬਾਹਰ ਘਰ ਦੇ ਲੋਕ ਖੜੇ ਹੁੰਦੇ ਹਨ, ਜਦੋਂ ਪਤਾ ਚੱਲ ਜਾਂਦਾ ਜੀ ਕਿ ਲੜਕੀ ਹੋ ਗਈ ਹੈ, ਹਾਲੇ ਵੀ ਸਾਡੀ ਸਮਾਜ ਦੀ ਸੋਚ ਜੋ ਅੱਜ ਦਾ ਸਾਡਾ ਟੌਪਿਕ ਸੀ ਉੱਥੇ ਦੀ ਉੱਥੇ ਹੈ, ਤੇ ਘਰ ਦਾ ਕੋਈ ਨਜ਼ਰ ਹੀ ਨਹੀਂ ਆਉਂਦਾ। ਤੇ ਜੇ ਪਤਾ ਚੱਲਦਾ ਕਿ ਲੜਕਾ ਹੋ ਗਿਆ ਹੈ ਤੇ ਹੋਰ ਲੋਕ ਵੀ ਨਾਲ ਆ ਜਾਣਗੇ ਜੀ, ਵਧਾਈਆਂ ਵੀ ਸ਼ੁਰੂ ਹੋ ਜਾਣਗੀਆਂ, ਮਿਠਾਈਆਂ ਦੇ ਡੱਬੇ ਵੀ ਆ ਜਾਣਗੇ, ਸਭ ਕੁਝ ਹੋ ਜਾਏਗਾ। ਤੇ ਲੜਕੀ ਹੁੰਦੀ ਹੈ, ਕੋਈ ਇਹ ਵੀ ਨਹੀਂ ਪੁੱਛਦਾ ਜੀ ਕਿ ਮਾਂ ਠੀਕ ਠਾਕ ਹੈ ਕਿ ਨਹੀਂ। ਸਾਡੇ ਲਈ ਤਾਂ ਜ਼ਰੂਰੀ ਹੁੰਦਾ ਹੈ ਡਿਲੀਵਰੀ ਤੋਂ ਬਾਅਦ ਮਾਂ ਵੀ ਠੀਕ ਰਵੇ ਤੇ ਬੱਚਾ ਵੀ ਠੀਕ ਰਵੇ। ਉਹ ਸਾਨੂੰ ਸਮਾਜ ਦੀ ਸੋਚ ਬਦਲਣ ਦੀ ਜ਼ਰੂਰੀ ਹੈ ਕਿ ਅਸੀਂ ਇਹ ਸਮਾਜ ਦੀ ਸੋਚ ਬਦਲੀਏ। ਔਰ ਇਹ ਕਹੀਏ ਹਮੇਸ਼ਾ ਅਸੀਂ ਇਹੀ ਕਹੀਦਾ, ਆਸ਼ੀਰਵਾਦ ਜੇ ਦੇਣ ਦੀ ਗੱਲ ਹੁੰਦੀ ਹੈ, ਸਾਡੇ ਆਪਣੇ ਘਰਾਂ 'ਚ ਵੀ ਦੇਖਿਆ ਹਮੇਸ਼ਾ ਹੀ ਕਹਿੰਦੇ ਨੇ ਜੀ ਰੱਬ ਮੁੰਡਾ ਦੇਵੇ। ਬਹੁਤ ਘੱਟ ਘਰਾਂ 'ਚ ਸੁਣਿਆ ਹੋਏਗਾ ਕਿ ਕੋਈ ਇਹ ਆਸ਼ੀਰਵਾਦ ਦੇਵੇ ਜੀ ਕਿ ਰੱਬ ਤੈਨੂੰ ਕੁੜੀ ਦੇਵੇ। ਅਸੀਂ ਤਾਂ ਕਹਿੰਦੇ ਆ ਆਸ਼ੀਰਵਾਦ ਦਿਓ, ਜੋ ਵੀ ਬੱਚਾ ਦੇਵੇ ਰੱਬ ਠੀਕ ਠਾਕ ਦੇਵੇ, ਸਿਹਤਮੰਦ ਬੱਚਾ ਹੋਵੇ। ਬਿਲਕੁਲ ਜੀ। ਇੱਕ ਗੱਲ ਹੋਰ ਡਾਕਟਰ ਸਾਹਿਬ, ਜਿਹੜੀ 104 ਵਾਲੀ ਇੱਥੇ ਵੀ ਕਿਸੇ ਨੇ ਕਿਹਾ, ਉਹ ਸਾਡੇ ਫੋਨ ਤੇ ਵੀ ਉਹਨਾਂ ਨੇ ਕਿਹਾ ਕਿ BSNL ਤਾਂ 104 ਚੁੱਕਦਾ ਹੀ ਨਹੀਂ ਕਰਕੇ। ਇਦਾਂ ਦੀ ਗੱਲ ਇਦਾਂ ਦੀ ਕੋਈ ਹੈ ਨਹੀਂ, ਕਿਉਂਕਿ ਜੇ ਹੁੰਦਾ ਤਾਂ ਫਿਰ ਸਾਡੇ ਨੋਟਿਸ ਹੁੰਦੀ ਗੱਲ ਇਹ। ਅੱਛਾ, ਜੇ ਹੋਵੇ ਤਾਂ ਕਿੱਥੇ ਲਿਖਾ ਸਕਦੇ ਨੇ ਇਹ? ਜੇ ਸਪੋਜ਼ ਹੋਰ ਵੀ ਇੱਥੇ ਕਹਿ ਰਹੇ ਸੀ ਕਿ 104 ਨਹੀਂ ਬੋਲਿਆ ਜਾਂਦਾ ਹੈਗਾ, ਜੇ ਇਹੋ ਜਿਹੀ ਕੋਈ ਇਸ਼ੂ ਹੋਵੇ ਤਾਂ ਕਿੱਥੇ? ਦੇਖੋ, ਅਗਰ 104 'ਚ ਤੁਹਾਡੀ ਮਤਲਬ ਕੋਈ
ਫੋਨ ਨਹੀਂ ਮਿਲਦਾ ਤੁਸੀਂ ਉੱਥੋਂ ਦੇ ਸੀਐਮਓ ਨੂੰ ਫੋਨ ਕਰ ਦਿਓ, ਐਸਐਮਓ ਨੂੰ ਕਰ ਦਿਓ, ਸਾਰਿਆਂ ਦੇ ਨੰਬਰ ਉੱਥੇ ਡਿਸਪਲੇ ਹੁੰਦੇ ਹਸਪਤਾਲ ਦੇ ਵਿੱਚ। ਚਲੋ ਜੀ, ਹਾਂਜੀ ਇੱਕ ਹੋਰ ਫੋਨ ਕਾਲ ਹੈ, ਅਸੀਂ ਲੈਂਦੇ ਹਾਂ। ਹੈਲੋ। ਹਾਂਜੀ ਹਾਂਜੀ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਲਜੀਤ ਸਿੰਘ ਬੋਲ ਰਿਹਾ ਜੀ, ਪਿੰਡ ਕੜਾਏ ਵਾਲੇ ਤੋਂ। ਜੀ ਬਲਜੀਤ ਸਿੰਘ ਜੀ। ਹਾਂਜੀ ਮੈਡਮ, ਮੈਂ ਪਹਿਲਾਂ ਤਾਂ ਮੇਰੀਆਂ ਬੱਚੀਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਵਧਾਈ ਦੇਣਾ ਚਾਹੁੰਦਾ। ਦੇਖੋ ਇਹਨਾਂ ਨੇ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕੀਤਾ ਹੈ, ਇਹਨਾਂ ਵਾਸਤੇ ਦਰਸ਼ਕਾਂ ਨੂੰ ਕਹਿੰਦਾ ਇੱਕ ਵਾਰ ਤਾੜੀਆਂ ਜ਼ਰੂਰ ਮਾਰ ਦੇਣ। ਹਾਂ, ਬਾਕੀ ਲੋਕ ਸਾਹਿਬ ਮੈਂ ਜਿਹੜੀ ਗੱਲ ਕਰਨ ਲੱਗਾ, ਕਿਉਂਕਿ ਜਿਹੜਾ ਸੱਚ ਹੁੰਦਾ ਥੋੜਾ ਜਿਹਾ ਕੌੜਾ ਜ਼ਰੂਰ ਲੱਗਦਾ ਹੈ। ਉਹ ਜਿਹੜੀ ਹੁਣ ਗੱਲ ਹੋਈ ਹੈ, ਸਭ ਕੁਝ ਸਰਕਾਰੀ ਹਸਪਤਾਲਾਂ ਦੇ ਵਿੱਚ ਹੁੰਦਾ, ਸਾਰਾ ਕੁਝ ਹੁੰਦਾ ਹੈ, ਨਹੀਂ ਵੀ ਨਹੀਂ ਕੁਝ ਹੁੰਦਾ। ਦੇਖੋ ਬੱਚੀਆਂ ਦੀ ਜਿਹੜੀ ਗੱਲ ਕਰਦੇ ਆਪਾਂ, ਜਨੇਪੇ ਦੀ ਜਿਹੜੀ ਗੱਲ ਕਰਦੇ ਆ, ਇਹ ਵੀ ਕਾਫੀ ਪਰੇਸ਼ਾਨੀ ਜਿਹੜੀ ਆਉਂਦੀ ਹੈ। ਬਾਕੀ ਮੈਂ ਤੁਹਾਨੂੰ ਜਿਹੜੀ ਇੱਕ ਮੇਨ ਗੱਲ ਉਹ ਕਰਨੀ ਚਾਹੁੰਦਾ, ਦੇਖੋ 5 ਤਰੀਕ ਦੀ ਗੱਲ ਹੈ ਜੀ। 5 ਤਰੀਕ ਨੂੰ ਮੇਰਾ ਦੋਸਤ ਸੀ, ਉਸ ਹਲਕੇ ਕੁੱਤੇ ਨੇ ਵੱਢ ਲਿਆ ਸੀ, ਉਹਨੂੰ ਸਰਕਾਰੀ ਹਸਪਤਾਲ ਮੋਗਾ ਦੇ ਕੇ ਲੈ ਕੇ ਗਏ, ਪਰ ਕਿਸੇ ਵੀ ਡਾਕਟਰ ਨੇ ਜਿਹੜਾ ਉਹਦੀ ਕੇਅਰ ਨਹੀਂ ਕੀਤੀ। ਸਿਰਫ ਇੰਨੇ ਕਿ ਸਾਡੇ ਕੋਲ ਟੀਕੇ ਮੌਜੂਦ ਨਹੀਂ ਹੈ, ਇਹ ਟੀਕੇ ਮੌਜੂਦ ਨਹੀਂ ਹੈ। ਫਿਰ ਉਹਨਾਂ ਨੇ ਕੀ ਕੀਤਾ ਵੀ ਚੇਅਰਮੈਨ ਸਾਹਿਬ ਨੂੰ ਫੋਨ ਕਰਨ ਦੇ ਬਾਵਜੂਦ ਸਾਡੀ ਸੁਣਵਾਈ ਹੋਈ, ਫਿਰ ਵੀ ਜ਼ਿਆਦਾ ਕੋਈ ਸੁਣਵਾਈ ਨਹੀਂ ਹੋਈ, ਸਿਰਫ ਇੱਕ ਪੱਟੀ ਬੰਨ ਕੇ ਤੋੜ ਦਿੱਤਾ ਗਿਆ। ਦੱਸੋ ਇਹ ਖੁਦ ਵਾਪਰੀ ਗੱਲ ਆਹ ਹਾਲ ਆ, ਤੁਸੀਂ ਕਹਿ ਰਹੇ ਸਾਡੇ ਸਰਕਾਰੀ ਹਸਪਤਾਲ ਬਹੁਤ ਵਧੀਆ। ਸ਼ੁਕਰੀਆ ਜੀ। ਜੀ ਰੁਕ ਦੇਖੋ ਇਸ ਤਰ੍ਹਾਂ ਹੈ, ਜਦੋਂ ਕੋਈ ਆਪਣਾ ਕੁੱਤੇ ਦਾ ਵੱਡਾ ਕੋਈ ਪੇਸ਼ੈਂਟ ਆਉਂਦਾ ਹੈ ਤਾਂ ਇਹਦਾ ਇਹ ਨਹੀਂ ਮਤਲਬ ਹੁੰਦਾ ਵੀ ਆਪਾਂ ਉਹਦੇ ਟੀਕਾ ਲਾਣਾ ਹੀ ਲਾਣਾ। ਸਭ ਤੋਂ ਪਹਿਲਾਂ ਅਸੀਂ ਹਿਸਟਰੀ ਲੈਂਦੇ ਹਾਂ ਵੀ ਤੁਸੀਂ ਕੁੱਤੇ ਨੂੰ ਵਾਚ ਕਰੋ ਵੀ ਕੁੱਤਾ 21 ਦਿਨ ਮਰਦਾ ਤਾਂ ਨਹੀਂ ਹੈ। ਮੋਸਟਲੀ ਜਿਹੜਾ ਕੁੱਤਾ ਆਪਾਂ ਨੂੰ ਵੱਢਦਾ ਆਪਾਂ ਨੂੰ ਪਤਾ ਹੁੰਦਾ, ਆਪਾਂ ਕੁੱਤੇ ਨੂੰ ਵਾਚ ਕਰੋ। ਅਗਰ ਕੁੱਤਾ ਆਪਾਂ ਨੂੰ ਨਹੀਂ ਮਿਲਦਾ ਤਾਂ ਫਿਰ ਆਪਾਂ ਉਹਦੇ ਆਪਣੇ ਟੀਕੇ ਲਾ ਸਕਦੇ ਹਾਂ। ਤੇ ਉਹ 6 ਜਾਂ 7 ਟੀਕਿਆਂ ਦਾ ਕੋਰਸ ਹੈ। ਸਾਡੇ ਸਾਰੇ ਹਸਪਤਾਲਾਂ 'ਚ ਉਹ ਟੀਕੇ ਉਪਲਬਧ ਹੁੰਦੇ ਨੇ। ਡਿਸਟ੍ਰਿਕਟ ਹਸਪੀਟਲ 'ਚ ਹੁੰਦੇ ਨੇ, ਸਬ ਡਿਵੀਜ਼ਨਲ ਹਸਪੀਟਲ 'ਚ ਹੁੰਦੇ ਨੇ ਤੇ ਕਮਿਊਨਿਟੀ ਹੈਲਥ ਸੈਂਟਰ 'ਚ ਹੁੰਦੇ ਨੇ। ਇਹ ਹੋ ਸਕਦਾ ਕਿਸੇ ਪ੍ਰਾਇਮਰੀ ਹੈਲਥ ਸੈਂਟਰ ਦੀ ਗੱਲ ਕਰਦੇ ਹੋ ਜਿਹੜੇ ਮਿੰਨੀ PSC ਆ, ਉੱਥੇ ਸ਼ਾਇਦ ਨਾ ਹੁੰਦੇ ਹੋਣ ਇਹ, ਲੇਕਿਨ ਸਾਡੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ, ਸਾਰੇ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ, ਸਾਰੇ ਕਮਿਊਨਿਟੀ ਹੈਲਥ ਸੈਂਟਰਾਂ 'ਚ ਜ਼ਿਲ੍ਹਾ ਹਸਪਤਾਲ 22 ਨੇ, ਸਬ ਡਿਵੀਜ਼ਨਲ ਹਸਪੀਟਲ ਆਪਣਾ 41 ਨੇ, 151 ਸਾਡੇ ਕਮਿਊਨਿਟੀ ਹੈਲਥ ਸੈਂਟਰ ਨੇ। ਇਹਨਾਂ ਦੇ ਵਿੱਚ ਸਾਰਾ ਟੀਕੇ ਉਪਲਬਧ ਹੈ ਔਰ ਫ੍ਰੀ ਲਗਾਏ ਜਾ ਰਹੇ ਹਨ ਤੇ ਫ੍ਰੀ ਲਗਾਏ ਜਾਂਦੇ ਨੇ। ਠੀਕ ਹੈ ਜੀ। ਅੱਛਾ, ਹੁਣੇ ਇੱਥੇ ਬੱਚਿਆਂ ਦੀ ਗੱਲ ਹੋ ਰਹੀ, ਦਰਸ਼ਵੀਰ ਤੇ ਅਮਨਜੋਤ ਕੌਰ ਤੇ ਕਾਜਲ ਟੰਡਨ ਨੂੰ ਤਾਂ ਅਸੀਂ ਬਹੁਤ ਵਧਾਈਆਂ ਵੀ ਦਿੱਤੀਆਂ, ਬੜੀ ਵਾਰੀ ਤਾਲੀਆਂ ਵੀ ਬਣਾਈਆਂ ਔਰ ਉਹ ਹੱਕਦਾਰ ਨੇ ਇਸ ਦੀਆਂ, ਪਰ ਉਹਨਾਂ ਤੋਂ ਜ਼ਿਆਦਾ ਹੱਕਦਾਰ ਕਿੱਥੇ ਨੇ? ਇਹਨਾਂ ਤਿੰਨਾਂ ਦੇ ਪੇਰੈਂਟਸ। ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਪਲੀਜ਼ ਮੰਚ ਤੇ ਆਓ। ਦਰਸ਼ਵੀਰ ਕੌਰ, ਅਮਨਜੋਤ ਕੌਰ ਤੇ ਕਾਜਲ ਟੰਡਨ, ਇਹਨਾਂ ਦੇ ਪੇਰੈਂਟਸ ਜਿਨ੍ਹਾਂ ਨੇ ਬੱਚਿਆਂ ਨੂੰ ਇੰਨਾ ਹੌਸਲਾ ਦਿੱਤਾ, ਮਿਹਨਤ ਕਰਾਈ। ਔਰ ਮੈਂ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਆ ਕੇ ਦੱਸੋ ਤੁਸੀਂ ਆਪਣੀ ਬੱਚੀਆਂ ਨੂੰ ਕੀ ਕਹਿੰਦੇ ਹੁੰਦੇ ਸੀ। ਬੱਚੇ ਤੁਸੀਂ ਵੀ ਆ ਜਾਓ, ਸਾਨੂੰ ਪਤਾ ਲੱਗੇ ਕਿ ਇਹਦੇ ਮਾਂ-ਬਾਪ ਕਿਹੜੇ ਆ। ਹਾਂਜੀ, ਕਿਹੜੀ ਬੱਚੀ ਦੇ ਔਰ ਤੁਸੀਂ ਕਿਸ ਤਰ੍ਹਾਂ ਉਹਨੂੰ ਕੀ ਇਨਸਪਾਇਰ ਕੀਤਾ ਔਰ ਅੱਗੇ ਨੂੰ ਕਿੱਦਾਂ ਕਰਦੇ ਸੀਗੇ? ਮੈਂ ਤੇ ਕਿਹਾ ਵੀ ਬੇਟਾ ਮਨ ਲਗਾ ਕੇ ਪੜੋ, ਟੈਨਸ਼ਨ ਨਹੀਂ ਕਰਨੀ ਹੈਗੀ, ਜਿੰਨੀ ਸਟੱਡੀ ਕਰਨੀ ਹੈ ਧਿਆਨ ਨਾਲ ਕਰਨੀ ਹੈ, ਕੋਈ ਪ੍ਰੈਸ਼ਰ ਨਹੀਂ ਹੈਗਾ, ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਇਹ ਕਿਹਦੇ ਪੇਰੈਂਟਸ ਨੇ ਜੀ? ਕਾਜਲ। ਹਾਂਜੀ, ਕੀ ਬਣਨਾ ਚਾਹੁੰਦੇ ਹੋ ਤੁਸੀਂ? ਅੱਗੇ ਆ ਜਾਓ ਜੀ, ਤੁਸੀਂ ਅੱਗੇ ਆ ਜਾਓ। ਕੀ ਬਣਨਾ ਚਾਹੁੰਦੇ ਹੋ? ਮੈਮ ਮੈਂ ਪ੍ਰੋਫੈਸਰ ਬਣਨਾ, ਫਿਜ਼ਿक्स ਮਾਸਟਰ ਡਿਗਰੀ ਫਿਜ਼ਿक्स 'ਚ ਕਰਨੀ ਆ। ਅੱਛਾ। ਔਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਬਣਨਾ ਮੇਰਾ ਏਮ ਹੈ। ਅੱਛਾ। ਔਰ ਮੈਨੂੰ ਲੱਗਦਾ ਹੈ ਕਿ ਮੈਂ ਇਹ ਕਰਕੇ ਦਿਖਾ ਸਕਦੀ ਹਾਂ। ਬਿਲਕੁਲ ਕਰਕੇ ਦਿਖਾ ਸਕਦੇ ਹੋ। ਵੈਰੀ ਗੁੱਡ ਜੀ, ਵੈਰੀ ਗੁੱਡ। ਹਾਂਜੀ, ਤੁਸੀਂ ਪਾਪਾ? ਹਾਂਜੀ, ਤੁਸੀਂ ਦੱਸੋ ਜੀ ਕਿਸ ਤਰ੍ਹਾਂ ਤੁਸੀਂ ਆਪਣੇ ਬੱਚੇ ਨੂੰ, ਬਾਕੀ ਨੂੰ ਵੀ ਇਨਸਪਾਇਰ ਹੋਵੇ ਕਿ ਅਸੀਂ ਵੀ ਆਪਣੀਆਂ ਕੁੜੀਆਂ ਨੂੰ ਇਦਾਂ ਦਾ ਬਣਾਈਏ। ਬਹੁਤ ਖੁਸ਼ੀ ਹੋਈ ਮਤਲਬ ਸੁਣ ਕੇ, ਮਤਲਬ ਜਦੋਂ ਨਿਊਜ਼ ਆ ਰਹੀ ਸੀ ਬੱਚਿਆਂ ਦੀ ਕਿ ਵੀ ਕਾਜਲ ਟੰਡਨ ਮਤਲਬ ਥਰਡ ਆ ਗਈ ਪੂਰੇ ਪੰਜਾਬ 'ਚੋਂ, ਤੇ ਮਤਲਬ ਇੱਕ ਵਾਰੀ ਦਿਲ ਦਹਿਲ ਗਿਆ ਵੀ ਬਹੁਤ ਖੁਸ਼ੀ, ਸਭ ਨੂੰ ਮਤਲਬ ਖੁਸ਼ੀ ਹੋਈ। ਮਤਲਬ ਅਸੀਂ ਇਹ ਕਹਿੰਦੇ ਵੀ ਬੱਚੇ ਲੜਕੀਆਂ ਜੋ ਵੀ ਹੋ ਪੂਰਾ ਤੇਰਾ ਦਿਲ ਲਗਾ ਕੇ ਪੜ੍ਹਨ, ਚਾਹੇ ਲੜਕੇ ਚਾਹੇ ਲੜਕੀਆਂ, ਉਹ ਦਿਲ ਲਗਾ ਕੇ ਪੜ੍ਹਨ, ਮਿਹਨਤ ਪੂਰੀ ਕਾਮਯਾਬੀ ਉਹਨਾਂ ਨੂੰ ਸਾਥ ਦੇ। ਬਿਲਕੁਲ ਬਿਲकुल ਜੀ, ਆਸ਼ੀਰਵਾਦ ਬਹੁਤ ਬਹੁਤ ਅੱਛੇ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਦੱਸੋ ਜੀ ਤੁਸੀਂ ਆਪਣੀ ਬੱਚੀ ਨੂੰ ਕਿੰਨਾ ਕੁ ਡਾਂਟਦੇ ਹੁੰਦੇ ਸੀ ਪੜ੍ਹਨ ਦੇ ਲਈ? ਮੈਮ ਐਕਚੁਅਲੀ ਮੈਂ ਇਹਦੇ ਨਾਲ ਹੀ RS ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਵਿੱਚ ਕੰਟੀਨਿਊ 14 ਸਾਲ ਜੌਬ ਕੀਤੀ ਆ। ਔਰ ਜਿੱਥੋਂ ਤੱਕ ਮੈਂ ਇਹਦੇ ਨਾਲ ਰਹੀ ਹਾਂ ਔਰ ਮੈਨੂੰ ਪਤਾ ਕਿ ਇਹਨੂੰ ਮੈਨੂੰ ਡਾਂਟਣ ਦੀ ਕਦੇ ਲੋੜ ਨਹੀਂ ਪਈ। ਪਰ ਹਾਂ, ਸ਼ੁਰੂ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਮੈਂ 2 ਲਾਈਨਾਂ ਕਿਸੇ ਸਿੰਗਰ ਦੀਆਂ ਸੁਣੀਆਂ ਹੋਈਆਂ ਸੀਗੀਆਂ, ਜਿਹਦੇ ਵਿੱਚ ਭਰੂਣ ਹੱਤਿਆ ਦੇ ਅਗੇਂਸਟ ਸਿੰਗਰ ਕਹਿੰਦਾ ਕਿ ਇੱਕ ਬੱਚੀ ਆਪਣੀ ਮਾਂ ਨੂੰ ਕਹਿ ਰਹੀ ਆ
ਕਿ ਮੈਂ ਵੀ ਮਦਰ ਟਰੇਸਾ ਵਰਗੀ ਕਿਰਨ ਬੇਦੀ ਜਿਹੀ ਬਣ ਸਕਦੀ ਹਾਂ। ਮੈਨੂੰ ਕੁੱਖ 'ਚ ਨਾ ਕਤਲ ਕਰਾਣੀ ਮਾਏ ਮੇਰੀਏ। ਔਰ ਉਸ ਲਾਈਨਾਂ ਦੇ ਵਿੱਚ ਮੈਂ ਇਹ ਚੀਜ਼ ਮਹਿਸੂਸ ਕੀਤੀ ਕਿ ਇੱਕ ਬੱਚੀ ਜਦੋਂ ਕਿਰਨ ਬੇਦੀ ਦੀ ਐਗਜ਼ਾਮਪਲ ਦੇ ਕੇ ਦੁਨੀਆ ਦੇ ਉੱਤੇ ਜੀਣ ਦੀ ਚਾਹਤ ਰੱਖਦੀ ਹੈ, ਤਾਂ ਉਹਨੂੰ ਆਪਾਂ ਜੇ ਸੋਚੀਏ ਉਹਨਾਂ ਲਾਈਨਾਂ ਦੇ ਵਿੱਚ ਨਾ ਛੱਡੀਏ, ਤਾਂ ਉਹ ਚੀਜ਼ ਨੂੰ ਮੈਂ ਆਪਣੀ ਬੇਟੀ ਦੇ ਵਿੱਚ ਮਹਿਸੂਸ ਕੀਤਾ ਕਿ ਇਹ ਸਭ ਕੁਝ ਕਰ ਸਕਦੀ ਹੈ। ਔਰ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਕੂਲ ਨੈਸ਼ਨਲ ਦੇ ਵਿੱਚ ਵੀ ਪੋਜੀਸ਼ਨ ਹੋਲਡਰ ਹੈ, ਸੌਫਟਬਾਲ ਪਲੇਅਰ ਹੈ, ਗੋਲਡ ਮੈਡਲਿਸਟ ਐਂਡ ਬ੍ਰਾਊਨ ਮੈਡਲਿਸਟ। ਔਰ ਨੋ ਡਾਊਟ ਕਿ ਪ੍ਰਿੰਸੀਪਲ ਸਰ ਮੋਹਨ ਲਾਲ ਕਾਲਰਾ ਜੀ ਔਰ ਸਮੂਹ ਸਟਾਫ ਜਿੰਨਾ ਵੀ ਹੈਗਾ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਔਰ 6 ਮਹੀਨੇ ਪਹਿਲਾਂ ਮੇਰੀ ਗਵਰਨਮੈਂਟ ਜੁਆਇਨਿੰਗ ਹੋਈ ਹੈ ਐਜ਼ ਅ ਹੈੱਡ ਸੁਲਤਾਨਪੁਰ ਲੋਧੀ ਦੇ ਵਿੱਚ। ਔਰ ਉਸ ਦੇ ਬਾਅਦ ਮੈਨੂੰ ਕੋਈ ਟੈਨਸ਼ਨ ਸੀ, ਬੱਚੇ ਨੇ ਮਤਲਬ ਕਿ ਅੱਜ ਸਿਰ ਉੱਚਾ ਕੀਤਾ, ਸਕੂਲ ਦਾ ਨਾਮ ਵੀ ਉੱਚਾ ਕੀਤਾ। ਔਰ ਹਾਂਜੀ ਪਿਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਬਹੁਤ ਖੁਸ਼ੀ ਹੈ ਜੀ ਵੀ ਮੇਰੇ ਬੱਚੀ ਨੇ ਮੇਰਾ ਨਾਮ ਰੋਸ਼ਨ ਕੀਤਾ, ਪੰਜਾਬ ਦਾ ਨਾਮ ਰੋਸ਼ਨ ਕੀਤਾ, ਬਹੁਤ ਖੁਸ਼ੀ ਹੈ। ਵੈਰੀ ਗੁੱਡ ਜੀ, ਵੈਰੀ ਗੁੱਡ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਸਭ ਨੂੰ। ਹਾਂਜੀ ਥੋੜਾ ਜਿਹਾ ਉਹੀ ਗੱਲ ਜਿੱਦਾਂ ਤੁਹਾਡੀ ਬੱਚੀ ਨੇ ਬੜੀ ਸੋਹਣੀ ਕੀਤੀ ਐ ਨਾ ਹੋਵੇ ਅਸੀਂ ਇਹਨੂੰ ਦਿਖਾਇਆ ਤੇ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਡਾਂਟਣਾ ਹੀ ਸ਼ੁਰੂ ਕਰ ਦੇਣ ਕੀ ਕਰਨਾ ਹੈ। ਸੋ ਤੁਸੀਂ ਦੱਸੋ ਤੁਸੀਂ ਕਿੱਦਾਂ ਪੜ੍ਹਾਉਂਦੇ ਹੁੰਦੇ ਸੀ, ਕਿੱਦਾਂ ਇਹਨੂੰ ਕਹਿੰਦੇ ਸੀ ਕਿ ਇੰਨਾ ਪੜ੍ਹਨਾ ਹੈ, ਕੀ ਕਰਨਾ ਹੈ, ਜਦੋਂ ਸੁਣਦੇ ਹੁੰਦੇ ਸੀ ਕੀ ਕਰਦੇ ਸੀ? ਨਹੀਂ ਮੈਡਮ ਨੇ ਉਸ ਕਦੇ ਪ੍ਰੈਸ਼ਰ ਨਹੀਂ ਕੀਤਾ ਬੱਚੇ ਨੂੰ। ਬੱਚੀ ਜ਼ਿਆਦਾ ਸੈਲਫ ਸਟੱਡੀ ਦੇ ਵਿੱਚ ਵਿਸ਼ਵਾਸ ਰੱਖਦੀ ਸੀ। ਤੇ ਵੈਸੇ ਮੈਂ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਂਦਾ ਵਿਖੇ ਸਾਇੰਸ ਟੀਚਰ ਹਾਂ। ਤੇ ਪਰ ਕਿਤੇ ਇਹਨੂੰ ਹੈਲਪ ਦੀ ਲੋੜ ਹੁੰਦੀ ਥੋੜ੍ਹੀ ਬਹੁਤੀ ਤਾਂ ਉਹ ਮੈਨੂੰ ਮਤਲਬ ਟੌਪਿਕ ਕੋਈ ਨਹੀਂ ਸਮਝ ਆਉਂਦਾ ਸੀ ਤਾਂ ਦੱਸ ਦਿੰਦੀ ਸੀ। ਤੇ ਵੈਸੇ ਬੱਚੀ ਸੈਲਫ ਸਟੱਡੀ ਕਰਦੀ ਸੀ, ਇਸ ਨੂੰ ਅਸੀਂ ਕਦੇ ਪ੍ਰੈਸ਼ਰ ਨਹੀਂ ਕੀਤਾ। ਮਤਲਬ ਜੋ ਇਹਨੇ ਪੜ੍ਹਨਾ ਜਿੱਦਾਂ ਇਹ ਪੜ੍ਹਨਾ ਵਾ ਮਤਲਬ ਵੀ ਜਾਂ ਬੱਚੇ ਨੂੰ ਬੱਚੇ ਇੰਨੇ ਨੰਬਰ ਆਉਣੇ ਚਾਹੀਦੇ ਅਸੀਂ ਤਾਂ ਕਦੇ ਨਹੀਂ ਕਿਹਾ। ਜੇ ਸਗੋਂ ਕਦੇ ਕਹਿੰਦੀ ਸੀ ਮੰਮਾ ਮੇਰੇ 1 ਨੰਬਰ ਦਾ ਗਲਤ ਹੋਇਆ ਜਾਂ ਇਹ ਸਗੋਂ ਟੈਨਸ਼ਨ ਸੀ, ਮੈਨੂੰ ਕਦੇ ਇਹੀ ਕਹਿੰਦੀ ਸੀ ਬੇਟਾ ਟੈਨਸ਼ਨ ਨਹੀਂ ਲੈਣੀ, ਜੇ ਕੋਈ ਗਲਤੀ ਹੈ ਤਾਂ ਉਹਨੂੰ ਅੱਗੇ ਸੁਧਾਰੋ। ਹਾਂਜੀ ਬਿਲਕੁਲ ਸਹੀ, ਕਦੇ ਪ੍ਰੈਸ਼ਰ ਨਹੀਂ ਕੀਤਾ ਹੈ। ਤੁਸੀਂ ਜੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹੂੰਗਾ ਜੀ ਬੇਟੀ ਨੂੰ ਅਸੀਂ ਕਦੇ ਪ੍ਰੈਸ਼ਰਾਈਜ਼ ਬਿਲਕੁਲ ਨਹੀਂ ਕੀਤਾ ਹੈਗਾ। ਤੇ ਮਿਹਨਤੀ ਪਹਿਲਾਂ ਤੋਂ ਹੀ ਆ, ਬਚਪਨ ਤੋਂ ਹੀ ਮਿਹਨਤੀ ਹੈ ਇਹ। ਤੇ ਇਹਦੀ ਆਪਦੀ ਮਿਹਨਤ ਤੇ ਅਸੀਂ ਤਾਂ ਮੈਂ ਤਾਂ ਕਈ ਵਾਰ ਇਹ ਕਹਿੰਦਾ ਸੀ ਬੇਟੇ ਇੰਨਾ ਵੀ ਕੀ ਪੜ੍ਹਾਈ ਆ ਵੀ ਮਤਲਬ ਇਹ ਪੜ੍ਹਦੇ ਜਾਓ ਹੋਰ ਕੋਈ ਗੱਲ ਹੀ ਨਹੀਂ, ਕੋਈ ਕੰਮ ਨਹੀਂ, ਮਤਲਬ ਇੱਕੋ ਹੀ ਕੰਮ ਕਰੀ ਜਾਓ। ਨਹੀਂ ਬਿਲਕੁਲ ਨਹੀਂ। ਇਹਨੇ ਵੈਸੇ ਤਾਂ ਗੇਮਸ ਦੇ ਵਿੱਚ ਇਹਨੇ ਹਿੱਸਾ ਲਿਆ ਹੋਇਆ ਜੀ, ਸਟੇਟ ਲੈਵਲ ਤੇ ਬੇਸਬਾਲ ਦੀ। ਹਾਂਜੀ ਬੇਸਬਾਲ ਜੀ। ਤੇ ਪੜ੍ਹਨ ਦੇ ਵਿੱਚ ਇੰਟਰਸਟਡ ਬਹੁਤ ਆ, ਮਤਲਬ ਕੰਟੀਨਿਊ ਲਗਾਤਾਰ ਪੜ੍ਹਦੀ ਰਹਿੰਦੀ ਆ, ਬੜਾ ਸ਼ੌਂਕ ਦੇ ਨਾਲ ਪੜ੍ਹਦੀ ਆ। ਬਿਲਕੁਲ ਇੱਕ ਗੱਲ ਇਹਨੂੰ ਹਮੇਸ਼ਾ ਮੈਂ ਕਹਿੰਦਾ ਰਹਿੰਦਾ ਸੀਗਾ ਵੀ ਪਰੇਸ਼ਾਨ ਹੋ ਕੇ ਨਹੀਂ ਪੜ੍ਹਨਾ ਹੈ, ਇੰਜੋਏ ਕਰੋ ਪੜ੍ਹਾਈ ਨੂੰ। ਸਭ ਤੋਂ ਵੱਡੀ ਚੀਜ਼ ਪੜ੍ਹਾਈ ਨੂੰ ਇੰਜੋਏ ਕਰਕੇ ਪੜ੍ਹੋਗੇ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ। ਮਤਲਬ ਪਰੇਸ਼ਾਨ ਹੋਣ ਦੀ ਲੋੜ ਹੀ ਨਹੀਂ ਪੜ੍ਹਾਈ ਦੀ ਖਾਤਰ, ਮਤਲਬ ਖੁਸ਼ੀ ਦੇ ਨਾਲ ਪੜ੍ਹੋ, ਜਿੰਨਾ ਮਨ ਕਰਦਾ ਰੱਜ ਕੇ ਪੜ੍ਹੋ। ਕੋਈ ਉਹ ਨਹੀਂ ਹੈ ਵੀ ਦੁਖੀ ਹੋ ਕੇ ਪੜ੍ਹੋ, ਇੰਨਾ ਵੀ ਕੋਈ ਨਹੀਂ ਹੈਗਾ ਵੀ ਟੌਪਰ ਤੁਸੀਂ ਮੈਂ ਟੌਪਰ ਆ ਸਕਦੀ ਹਾਂ, ਲੇਕਿਨ ਇਹ ਨਹੀਂ ਹੈ ਵੀ ਜਿਹੜਾ ਸੈਕੰਡ ਥਰਡ ਜਾਂ ਪਹਿਲੇ 10-15 ਬੱਚੇ ਨੇ ਵੀ ਪ੍ਰੈਸ਼ਰ ਪਾ ਲਓ ਕਿ ਮੈਂ ਹੁਣ ਹਰ ਵਾਰੀ 100 ਹੀ ਲੈਣੀ ਹੈ, ਜੇ ਨਹੀਂ ਲੈਣਾ ਹਾਂ। ਤੇ ਇਹ ਨਹੀਂ ਹੈ ਵੀ ਜਿਹੜੇ ਪਹਿਲੇ 10-15-20-25 ਬੱਚੇ ਨੇ ਨਾ ਸਾਰੇ ਟੌਪਰ ਹੀ ਹੁੰਦੇ ਆ ਜੀ। ਥੋੜਾ ਫਰਕ ਹੁੰਦਾ, ਕੋਈ ਲੰਬਾ ਚੌੜਾ ਫਰਕ ਤਾਂ ਹੁੰਦਾ ਨਹੀਂ ਗਾ, ਕਿਸੇ ਇੱਕ ਬੱਚੇ ਦਾ ਨਾਮ ਆ ਜਾਂਦਾ ਵਾ। ਤੇ ਇਹ ਨਹੀਂ ਹੈ ਵੀ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ, ਇੰਜੋਏ ਕਰੋ। ਬਹੁਤ ਸੋਹਣੀ ਗੱਲ ਕਹੀ ਜੀ, ਸਾਰੇ ਟੌਪਰ ਹੁੰਦੇ ਨੇ। ਤੁਸੀਂ ਕੀ ਕਰਨਾ ਚਾਹਦੇ ਹੋ? ਮੈਂ ਅੱਗੇ IAS ਆਫੀਸਰ ਬਣਨਾ ਚਾਹੁੰਦੀ ਹਾਂ। ਅੱਗੇ ਹੁਣ ਅਗਰ ਰਿਹਾ ਅੱਗੇ ਮੈਂ ਇਸੇ ਤਰ੍ਹਾਂ ਮਿਹਨਤ ਕਰਕੇ ਪੰਜਾਬ ਦਾ ਨਾਮ ਹੁਣ ਪੂਰੇ ਵਰਲਡ 'ਚ ਰੋਸ਼ਨ ਕਰਾਂਗੀ। ਅਗਰ ਹੋ ਸਕਿਆ ਤਾਂ ਮੇਰਾ ਪੂਰਾ ਜ਼ੋਰ ਤਾਂ ਇਹ ਰਹੇਗਾ ਕਿ IAS ਟੌਪਰ ਬਣ ਕੇ ਅੱਗੇ। ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਅਸੀਂ ਬੇਟੀ ਬਚਾਓ ਵਾਲੀ ਗੱਲ ਕਰ ਰਹੇ ਹਾਂ। ਤੁਹਾਨੂੰ ਪਤਾ ਹੈ ਕਿ ਇਸ ਮੁਹਿੰਮ ਦੇ ਵਿੱਚ ਤੁਸੀਂ ਕੀ ਸਮਝਦੇ ਹੋ, ਤੁਸੀਂ ਆਪਣਾ ਕੀ ਯੋਗਦਾਨ ਦੇ ਸਕਦੇ ਹੋ? ਮੈਂ ਤਾਂ ਇਹ ਕਹਿ ਸਕਦੀ ਹਾਂ ਕਿ ਅੱਜ ਵੀ ਇੰਨਾ ਮਾਡਰਨ ਹੋ ਗਿਆ, ਇੰਨੇ ਕਿਰਨ ਬੇਦੀ ਆ ਗਈ, ਕਲਪਨਾ ਚਾਵਲਾ ਤੱਕ, ਇੰਨੇ ਫੇਮਸ ਲੋਕ ਵੀ ਕੁੜੀਆਂ ਨੇ ਅੱਗੇ ਇੰਨਾ ਕਰ ਲਿਆ। ਫਿਰ ਵੀ ਅੱਜ ਕੱਲ੍ਹ ਲੋਕ ਇਹ ਕਹਿੰਦੇ ਆ ਕਿ ਦੱਸ ਵਿਚਾਰੀ, ਕੁੜੀ ਨੂੰ ਵਿਚਾਰੀ ਸਮਝਦੇ ਆ। ਅੱਗੇ ਉਹ ਕਰਨੇ ਸੇ ਸੋਚ ਹੀ ਨਹੀਂ ਵੱਧਦੀ ਉਹਨਾਂ ਦੀ ਅੱਗੇ ਕਿ ਕੁੜੀ ਟੌਪਰ ਹੈਗੀ ਆ, ਠੀਕ ਹੈ ਹੁਣ ਵਿਚਾਰੇ ਨੇ ਘਰ ਦੇ ਕੰਮ ਹੀ ਕਰਨੇ, ਅੱਗੇ ਜਾ ਕੇ ਰੋਟੀਆਂ ਪਕਾਉਣੀਆਂ। ਇੱਦਾਂ ਅੱਗੇ ਸੋਚ ਬਸ ਸੋਚ ਹੀ ਵਧਾਉਣੀ ਚਾਹੀਦੀ ਹੈ। ਸੋਚ ਵਧੇਗੀ ਅੱਗੇ ਆਪਣੇ ਆਪ ਸਭ ਕੁਝ ਹੋਣਾ। ਸੋਚ ਨੂੰ ਸਹੀ ਤਰੀਕੇ ਬਸ ਲੈ ਕੇ ਜਾਓ, ਮੈਂ ਤਾਂ ਇਹੀ ਕਹੂੰਗੀ। ਔਰ ਸੋਚ ਵਧਾਉਣ ਲਈ ਉਹੀ ਹੈ ਕਿ ਕੁੜੀਆਂ ਕਰਨਗੀਆਂ ਤੇ ਸੋਚ ਆਪੀ ਵਧੇਗੀ। ਕਿਉਂ ਕੀ ਕਹਿੰਦੇ ਹੋ? ਠੀਕ ਹੈ ਨਾ? ਮੇਰੇ ਹਿਸਾਬ ਨਾਲ ਤਾਂ ਹੁਣ ਇੰਨਾ ਕੁਝ ਹੋ ਗਿਆ, ਹੁਣ ਤਾਂ ਐਟਲੀਸਟ ਸਮਝ ਲਓ ਕਿ ਕੁੜੀਆਂ ਵੀ ਬਹੁਤ ਕੁਝ ਕਰ ਸਕਦੀਆਂ, ਕਿਸੇ ਤੋਂ ਪਿੱਛੇ ਨਹੀਂ ਹੈਗੀਆਂ ਉਹ। ਬਿਲਕੁਲ ਜੀ, ਨਾਰੇ ਲਾ ਦੇਣੇ ਆਪਾਂ ਹੁਣੀ ਕੁੜੀਆਂ ਜ਼ਿੰਦਾਬਾਦ, ਜ਼ੋਰ ਦੀ ਤਾੜੀਆਂ ਜਰਾ। ਸ਼ਾਬਾਸ਼ ਬੇਟਾ, ਸ਼ੁਕਰੀਆ।
ਹਾਂਜੀ ਚੌਹਾਨ ਸਾਹਿਬ ਤੁਸੀਂ ਆਪਣਾ ਕੁਝ ਦੱਸੋ ਮੈਨੂੰ। ਆਮ ਸੁਸਾਇਟੀ ਦੇ ਵਿੱਚ ਤੁਸੀਂ ਜਿਹੜਾ ਦੇਖਦੇ ਹੋ, ਜਦੋਂ ਸ਼ੁਰੂ ਦੇ ਵਿੱਚ ਇੱਕ ਵਾਰੀ ਹੋਇਆ ਸੀਗਾ ਰੇਸ਼ੋ, ਪੰਜਾਬ ਦੇ ਵਿੱਚ ਰੇਸ਼ੋ ਘੱਟ ਨਿਕਲਿਆ, ਸਾਨੂੰ ਪਤਾ ਕੁਝ ਸ਼ਹਿਰਾਂ ਦੇ ਵਿੱਚ ਜ਼ਿਆਦਾ ਘੱਟ ਸੀਗਾ। ਮੈਡਮ ਤੁਸੀਂ ਇਹਦੇ ਬਾਰੇ ਚਾਨਣਾ ਪਾਓ ਥੋੜਾ ਜਿਹਾ ਕਿ ਪਹਿਲੇ ਕਿੰਨਾ ਸੀਗਾ ਔਰ ਕੀ ਮੁਹਿੰਮ ਦੇ ਨਾਲ ਹੁਣ ਕਿੰਨਾ ਇੰਪਰੂਵ ਹੋਇਆ ਹੈ। 2001 ਦੇ ਸੈਂਸਸ ਦੇ ਮੁਤਾਬਕ ਆਪਣਾ ਪੰਜਾਬ ਦਾ ਰੇਸ਼ੋ ਬਹੁਤ ਜ਼ਿਆਦਾ ਘਟ ਗਿਆ ਸੀ ਤੇ ਹਿੰਦੁਸਤਾਨ ਨਾਲੋਂ ਵੀ ਬਹੁਤ ਘਟ ਗਿਆ ਸੀ। ਉਸ ਵੇਲੇ ਸਾਡਾ ਪੰਜਾਬ ਦਾ ਰੇਸ਼ੀਓ 798 ਆਇਆ ਸੀ, ਮਤਲਬ ਕਿ 1000 ਮੁੰਡਿਆਂ ਪਿੱਛੇ ਸਿਰਫ 798 ਕੁੜੀਆਂ ਰਹਿ ਗਈਆਂ ਸਨ, ਜਿਹੜਾ ਕਿ ਇਤਨਾ ਗੰਭੀਰ ਚਿੰਤਾ ਦਾ ਵਿਸ਼ੇ ਬਣ ਗਿਆ ਕਿ ਇਹ ਸੋਚਿਆ ਗਿਆ ਉਸ ਵੇਲੇ ਕਿ ਸਿਰਫ ਸਿਹਤ ਮਹਿਕਮਾ ਹੀ ਨਹੀਂ ਇਹਦੀ ਜ਼ਿੰਮੇਵਾਰੀ ਲੈ ਸਕਦਾ, ਬਾਕੀ ਸਾਰੇ ਡਿਪਾਰਟਮੈਂਟ, ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਪਏਗਾ ਤਾਂ ਕਿ ਅਸੀਂ ਕਿਸੇ ਤਰੀਕੇ ਰੇਸ਼ੀਓ ਵਧਾ ਸਕੀਏ। ਤੇ ਹੁਣ 2011 ਦੇ ਸੈਂਸਸ ਮੁਤਾਬਕ ਸਾਡਾ 48 ਪੁਆਇੰਟ ਦਾ ਗੇਨ ਹੋਣ ਤੋਂ ਬਾਅਦ ਅਸੀਂ ਅੱਜ ਵੀ 846 ਤੇ ਪਹੁੰਚੇ ਹਾਂ, ਜਿਹੜਾ ਕਿ ਬਹੁਤ ਘੱਟ ਹੈ ਔਰ ਇਹਦੇ ਲਈ ਹਾਲੀ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਪਰ ਇਸ 48 ਪੁਆਇੰਟ ਦੇ ਗੇਨ ਨਾਲ ਜੇ ਅਸੀਂ ਦੇਖੀਏ ਤੇ ਅਸੀਂ ਹਰ ਸਾਲ 11,200 ਲੜਕੀਆਂ ਨੂੰ ਬਚਾ ਸਕੇ ਹਾਂ। ਸੋ ਇਹ ਸੋਚ ਲਓ ਕਿ ਜੇ ਇਤਨਾ ਵੀ ਨਾ ਇੰਪਰੂਵ ਹੁੰਦਾ ਤੇ ਹੋਰ ਵੀ ਸਾਡੇ ਕੁੜੀਆਂ ਘੱਟ ਹੁੰਦੀਆਂ। ਸਮਝ ਨਹੀਂ ਆਉਂਦੀ ਕਿ ਲੋਕਾਂ ਦੀ ਸੋਚ ਕਦੋਂ ਬਦਲੇਗੀ ਤੇ ਕਿਵੇਂ ਬਦਲੇਗੀ। ਸਭ ਤੋਂ ਜ਼ਰੂਰੀ ਹੈ ਲੋਕਾਂ ਦੀ ਸੋਚ ਬਦਲਣੀ। ਕੁਝ ਫੀਲਡ ਐਸੇ ਹਨ ਕਿ ਜਿੱਥੇ ਸਿਰਫ ਲੜਕੀਆਂ ਹੀ ਆਪਣੀਆਂ ਸੇਵਾਵਾਂ ਦੇ ਕੇ ਯੋਗਦਾਨ ਦੇ ਸਕਦੀਆਂ ਹਨ, ਜਿਹਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਡਾਕਟਰ ਕੁੜੀਆਂ ਜ਼ਿਆਦਾ ਬਣ ਰਹੀਆਂ ਹਨ, ਸਾਡਾ ਨਰਸਿੰਗ ਕੇਡਰ ਤੇ ਸਾਰਾ ਹੀ ਕੁੜੀਆਂ ਨਾਲ ਭਰਿਆ ਹੋਇਆ ਹੈ। ਬਹੁਤ ਥੋੜੇ ਮੇਲ ਨਰਸਿਸ ਤੁਹਾਨੂੰ ਮਿਲਣਗੇ, ਉਹ ਵੀ ਹੁਣ ਆਣੇ ਸ਼ੁਰੂ ਹੋਏ ਹੈ, ਨਹੀਂ ਤੇ ਨਰਸਿੰਗ ਸੇਵਾਵਾਂ ਸਾਰੀਆਂ ਕੁੜੀਆਂ ਦੇ ਰਹੀਆਂ ਹਨ। ਜੇ ਅਸੀਂ ਪੜ੍ਹਾਈ ਦੇ ਖੇਤਰ ਵਿੱਚ ਜਾਈਏ ਤੇ ਟੀਚਰ ਸਾਨੂੰ ਮੈਕਸਿਮਮ ਕੁੜੀਆਂ ਮਿਲਦੀਆਂ ਹਨ। ਇਸ ਤੋਂ ਇਲਾਵਾ ਗੱਲ ਇਹ ਹੈ ਜੀ ਕਿ ਜਦੋਂ ਸਮਾਜ ਦੇ ਵਿੱਚ ਇੰਬੈਲੈਂਸ ਹੋਏਗਾ ਉਹਦਾ ਅਸਰ ਬੜੀਆਂ ਚੀਜ਼ਾਂ ਤੇ ਪਏਗਾ। ਕ੍ਰਾਈਮ ਅਗੇਂਸਟ ਔਮਨ ਵਧੇਗਾ ਜੇ ਕੁੜੀਆਂ ਘਟਣਗੀਆਂ, ਪਰਿਵਾਰ ਟੁੱਟਣਗੇ, ਸਾਰਾ ਕੁਝ। ਇਹਦੇ ਬਾਰੇ ਅਸੀਂ ਡਿਟੇਲ ਗੱਲ ਕਰਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਿਤੇ ਨਹੀਂ ਜਾਣਾ, ਦੇਖਦੇ ਰਹਿਣਾ।